ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਸੋ ਬਹੁਤ ਵਾਰ ਆਪਾਂ ਦੀਵਾਨਾਂ ਦੇ ਵਿੱਚ ਵਿਚਾਰ ਕੀਤੀ ਹੈ ਕਿ ਗੁਰਬਾਣੀ ਦੀ ਅਰਥਾਂ ਸਮੇਤ ਵਿਚਾਰ ਗੁਰੂ ਜੀ ਦਾ ਦਰਸ਼ਨ ਹੈ। ਹਰ ਦੀਵਾਨ ਵਿੱਚ ਇਹ ਗੱਲ ਕਹੀ ਜਾਂਦੀ ਹੈ ਤਾਂ ਕਿ ਇਹ ਸਾਨੂੰ ਪ੍ਰਪੱਕਤਾ ਹੋ ਜਾਵੇ। ਸੋ ਕਾਫੀ ਪਰਿਵਾਰਾਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਹੋਣੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਪਤਾ ਲੱਗ ਗਿਆ ਵੀ ਬਾਣੀ ਦੀ ਵਿਚਾਰ ਹੀ ਗੁਰੂ ਦਾ ਦਰਸ਼ਨ ਹੈ। ਜੇ ਆਪਾਂ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ ਤਾਂ ਗੁਰੂ ਦਾ ਦਰਸ਼ਨ ਨਹੀਂ ਕੀਤਾ। ਕਬੁੱਧ ਮੇਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਪਿਰਸਿਉ ਰਾਤੀ ਧਨ ਸੁਹਾਗਣ ਨਾਰ। ਕਿਤੇ ਆਪਾਂ ਆਨੰਦ ਸਾਹਿਬ ਦੇ ਵਿੱਚ ਨਿੱਤ ਪੜ੍ਹਦੇ ਹਾਂ, ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਪੰਕਤੀ ਧਿਆਨ ਚ ਰੱਖੋ। ਕਿਤੇ ਲਿਖਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ। ਇਹ ਦੋਨਾਂ ਪੰਕਤੀਆਂ ਨੂੰ ਇਕੱਠਾ ਕਰਕੇ ਕਰੋ ਹੁਣ, ਕਿ ਬਾਣੀ ਦੇ ਅਰਥ ਬਾਣੀ ਤੋਂ ਸਮਝ ਆਉਂਦੇ ਆ। ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਮਹਾ ਆਨੰਦ ਗੁਰ ਸ਼ਬਦ ਵਿਚਾਰ। ਇਹਦਾ ਭਾਵ ਕਿ ਗੁਰ ਸ਼ਬਦ ਦੀ ਵਿਚਾਰ ਤੇ ਸਤਿਗੁਰ ਦੇ ਮਿਲਾਪ ਦਾ ਗਹਿਰਾ ਸੰਬੰਧ ਹੈ। ਸ਼ਬਦ ਦੀ ਵਿਚਾਰ ਨੂੰ ਵੀ ਆਨੰਦ ਲਿਖਿਆ ਤੇ ਜਿਸ ਵੇਲੇ ਸਤਿਗੁਰ ਦਾ ਮੇਲ ਹੁੰਦਾ ਇਹ ਆਨੰਦ ਲਿਖਿਆ। ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਸਿੱਧ ਕੀ ਹੋ ਗਿਆ ਇਹਨਾਂ ਦੋਨਾਂ ਪੰਕਤੀਆਂ ਨੂੰ ਜੋ ਰਲਾਵਾਂਗੇ, ਸ਼ਬਦ ਦੀ ਵਿਚਾਰ ਹੀ ਸਤਿਗੁਰ ਦਾ ਮੇਲ ਹੈ ਤੇ ਸਤਿਗੁਰ ਨਾਲ ਮਿਲਾਪ ਹੀ ਆਨੰਦ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਦੀ ਵਿਚਾਰ ਹੀ ਸਤਿਗੁਰ ਦਾ ਮਿਲਾਪ ਹੈ। ਇਹ ਗੱਲ ਨੂੰ ਧਿਆਨ ਚ ਰੱਖੋ। ਫਿਰ ਸਤਿਗੁਰ ਨਾਲ ਜੁੜ ਕੇ ਸਤਿਗੁਰ ਦੇ ਮੁਤਾਬਕ ਜੀਵਨ ਜਿਉਣਾ ਹੈ। ਸੱਚੇ ਗਿਆਨ ਦੇ ਮੁਤਾਬਕ ਜੀਵਨ ਜਿਉਣਾ, ਇਸੇ ਨੂੰ ਕਿਹਾ ਜਾਂਦਾ ਸਤਿਗੁਰ ਦੀ ਸ਼ਰਨ ਪੈਣਾ। ਪਹਿਲਾਂ ਤਾਂ ਸ਼ਬਦ ਦੀ ਵਿਚਾਰ ਦੁਆਰਾ ਸਤਿਗੁਰ ਨਾਲ ਮੇਲ ਕਰਨਾ ਹੈ, ਫਿਰ ਸਤਿਗੁਰ ਦੇ ਮੁਤਾਬਕ ਜੀਵਨ ਜਿਉਣਾ ਹੈ। ਸੱਚੇ ਗਿਆਨ ਦੇ ਮੁਤਾਬਕ ਜੀਵਨ ਜਿਉਣਾ ਕਹਿ ਲਓ। ਸੋ ਇਹ ਹੈ ਕਿ ਸ਼ਬਦ ਦੀ ਵਿਚਾਰ ਸਤਿਗੁਰ ਦਾ ਮੇਲ ਬਾਣੀ ਚੋਂ ਸਿੱਧ ਹੋ ਗਿਆ। ਸ਼ਬਦ ਦੀ ਵਿਚਾਰ ਤੋਂ ਸੱਚਾ ਗਿਆਨ ਮਿਲਦਾ ਹੈ। ਸੱਚਾ ਗਿਆਨ ਹੀ ਸਤਿਗੁਰ ਦਾ ਸਰੂਪ ਹੈ, ਨੂਰੀ ਸਰੂਪ। ਸਤਿਗੁਰ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਕੀ ਸਰੂਪ ਹੈ? ਸਤਿਗੁਰ ਗਿਆਨ। ਸਤਿਗੁਰ ਹੈ ਪੂਜਾ। ਗਿਆਨ ਸਰੂਪ ਸਤਿਗੁਰ ਹੀ ਪੂਜਣਯੋਗ ਹੈ। ਤੇ ਗਿਆਨ ਦੀ ਪੂਜਾ ਕੀ ਹੁੰਦੀ ਹੈ? ਗਿਆਨ ਨੂੰ ਸਮਝ ਕੇ ਗਿਆਨ ਦੇ ਮੁਤਾਬਕ ਜੀਵਨ ਜਿਉਣਾ। ਇਹੀ ਪੂਜਾ ਨਾ, ਗਿਆਨ ਦਾ ਸਤਿਕਾਰ, ਗਿਆਨ ਦੀ ਪੂਜਾ। ਸੋ ਸਤਿਗੁਰ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਬਸ ਸਤਿਗੁਰ ਦੀ ਸੇਵਾ ਕਰਨੀ ਹੈ, ਹੋਰ ਨਹੀਂ ਕਿਸੇ ਦੂਜੇ ਦੀ। ਸਤਿਗੁਰ ਦੀ ਸੇਵਾ ਕੀ ਹੈ? ਸਤਿਗੁਰ ਵਚਨ ਕਮਾਵਣੇ। ਸੱਚਾ ਇਹ ਵਿਚਾਰ, ਵਚਨ ਕਮਾਉਣਾ ਹੀ ਸਤਿਗੁਰ ਦੀ ਸੇਵਾ ਹੈ। ਤੇ ਵਚਨ ਕਮਾਉਣਾ ਐਸੀ ਸੇਵਾ ਹੈ ਕਿ ਵਚਨ ਕਮਾਉਣਾ ਪਾਰ ਉਤਾਰਾ ਹੋ ਜਾਂਦਾ ਹੈ। ਸੁਣਤ ਕਮਾਵਤ ਹੋਤ ਉਧਾਰ। ਵਚਨ ਨੂੰ ਸੁਣ ਕੇ ਕਮਾ ਲਈਏ ਤੇ ਪਾਰ ਉਤਾਰਾ ਹੋ ਜਾਂਦਾ ਹੈ। ਸੁਚੇਤ ਰਹਿਣਾ ਉਹਨਾਂ ਲੋਕਾਂ ਤੋਂ ਜਿਹੜੇ ਕੱਚੇ ਗੁਰੂਆਂ ਦੇ ਚੇਲੇ ਕਹਿ ਦਿੰਦੇ ਆ ਦੇਹਧਾਰੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ। ਦੇਹ ਕਿਸੇ ਨੂੰ ਪਾਰ ਨਹੀਂ ਲਾਉਂਦੀ, ਬਚਣ ਦੀ ਕਮਾਈ ਪਾਰ ਲਾਉਂਦੀ ਹੈ।
बचन सुन के कमा लो, पार उतारा हो जाता है। क्योंकि बचन ही सतगुर का नूरी स्वरूप है। सतगुर बचन, बचन है सतगुर पादर मुक्त जनावै गो। ते बचन कमाउण दे विच तां आ सकदा है जे बचन नूं पहलां समझ लिया जावे। जिहड़ा बचन समझ विच नहीं आया वो कमाउण दे विच नहीं आ सकदा। इस करके गुरबाणी नूं समझण तो बाद ही जिंदगी विच बाणी नूं समझण तो बाद ही कमाया जा सकता है। इसी करके लिखिਆ है, हऊँ वारी जियो वारी पढ़ बुझ मन वसावणिया। बाहर जाइए सदके जाइए जिहड़े गुरु के वचनों नूं पढ़ के समझ के मनदे है। पढ़न ते रुक नहीं जाना। पढ़ना शुरुआत कह सकते हाँ, इस कोई शक नहीं। पहला यही कहा जाता भी गुरबाणी पढ़नी सीखो। सो पढ़ के गुरबाणी नूं समझना है। हुण पढ़न सीख लिया, अगली पौड़ी चढ़ना है, बाणी नूं समझना है। क्यों बहुते पढ़न ते रुक जाते हैं। जे पढ़न ते रुक गया फिर रिजल्ट की निकलू, पढ़ थाके शांत ना आई है। जे पढ़े नूं समझा ना जावे तां समझण तो बिना पढ़ी जाइए पढ़ी जाइए पढ़ी जाइए थक जाइए। ये बाणी का फैसला है। हुण इहदा अर्थ ये नहीं भी बाणी पढ़नी नहीं, गल समझण की कोशिश करो। भी पढ़न सीख गए बाणी बहुत चंगी गल है, बाणी पढ़नी अच्छी गल है। हुण पढ़े नूं समझो, समझ के फिर गुरु के वचन नूं मनो कमाओ। ते नहीं तो फिर पढ़ पढ़ के थक जाता है तो शांति नहीं आती। जिहड़े अन्नेवा पढ़न ते रहिंदे आ अखीर नूं उन्हां नूं थकावट हो जानी है, थक जाना है, शांति नहीं आउंदी। ना ही पढ़ के मैल उतरदी है। समझण तो बिना कोई जिन्ना मर्जी पढ़ी चले खोटी मत नहीं दूर हुंदी। खोटी मत तां दूर हो जे शब्द की विचार करांगे। कबुद्ध मिटै गुर शब्द विचार। गुर शब्द की विचार द्वारा साडी खोटी मत दूर हुंदी है। कबुद्ध मिटै गुर शब्द विचार। सतगुर भेटै मोख द्वार। सतगुर का मेल हुंदा है। शब्द की विचार सतगुर का मेल सिद्ध है ना। सतगुर भेटै मोख द्वार। सो शब्द की विचार द्वारा खोटी मत दूर हुंदी है, पढ़ के नहीं दूर हुंदी। याद रखियो बार बार पढ़ना शुरुआत है, पहली क्लास है। जो कोई पहली क्लास विच रुक जाए तो फिर डिग्रियां थोड़ा कर जाता है। सो इस करके गुरबाणी च लिखिਆ पढ़िया मैल ना उतरै पुछो ज्ञानियां जाई। होर प्रमाण ले लेना, पढ़िया मैल ना उतरै, पढ़ के नहीं मैल उतरदी। पुछो ज्ञानियां जाए, कहते ज्ञानवान पुरुषों को जाके पुछ लो। गुरबाणी नूं समझ लो, गुरबाणी की विचार कर लो। जे सिर्फ पढ़न ते रह गए पढ़ के मैल नहीं उतरनी। बाणी का फैसला पढ़िया ना ही भेद बुझै पावना। किन्ने प्रमाण देते तुहानूं बाणी चों। पढ़िया ना ही भेद, पढ़ के नहीं भेद मिलता, बुझ के समझ के पता लगता गुरु जी की ज्ञान दे रहे हैं। पढ़ के नहीं भेद आउंदा, समझ के आउंदा है। इन्ने प्रमाण तो तसल्ली होगी ना, क्योंकि हर गल असीं गुरबाणी दे विचों प्रमाण दे के करनी है। किते भी गुरबाणी च अन्नेवा पढ़ने नूं नहीं कहा भी अन्नेवा पढ़ी चलो, तुसीं रेसां खिच्ची चलो, गिणतियां पूरियां करी चलो ना। बद्दा चट्टी जो भरे ना गुण ना उपकार, सेती खुशी सवारीए नानक कारज सार। कहते भाई जिहड़ा बद्दा चट्टी है, बद्दा चट्टी बोझ जा पा के कह लो बज के जे भी इन्नी गिणती पूरी करनी है, ਇਹਦਾ कोई गुण ते भला नहीं। बद्दा चट्टी जो भरे ना गुण ना उपकार, सेती खुशी सवारीए नानक कारज सार। गुरु बाबा जी कहते भाई उही काम श्रेष्ठ हुंदा है जिहड़ा खुशी के सहित किया जाए, चाह प्यार ना किया जाए। जिवें जपजी साहिब दा भावें एक पाठ कर लो, चाह नाल प्यार नाल पूरा ध्यान सुनने विच रख के। ये नहीं भी 11 करने या 21 करने भी रेसा खिंची जानी है 11 गिनती पूरी करने वास्ते ना, रेसा नहीं खिंचनिया। किद्दां बाणी पढ़नी है, गुरबाणी दे विच ही हर गल समझाई है, गावी है, सुनी है, मन रखी है,
ਭਾਉ। ਗਾਵੀਐ ਰੱਬੀ ਬਾਣੀ ਨੂੰ ਲੈਣਾ ਪੜ੍ਹਨਾ ਚਾਹੀਦਾ। ਗਾਵੀਆ ਦਾ ਅਰਥ ਰਾਗ ਦੇ ਵਿੱਚ ਗਾਉਣ ਦਾ ਅਰਥ ਨਹੀਂ, ਗਾਵੀਆ ਦਾ ਅਰਥ ਹੈ ਲੈ ਨਾਲ ਪਿਆਰ ਨਾ ਪੜ੍ਹੋ, ਨਿਬੇੜਨ ਦੇ ਭਾਵਨਾ ਨਹੀਂ ਪੜ੍ਹਨਾ, ਲੈ ਨਾਲ। ਜਿਸ ਤਰ੍ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਦਾਂ ਇੱਕ ਲੈ ਨਾ ਪੜ੍ਹਨਾ, ਏਦਾਂ ਨਹੀਂ ਪੜ੍ਹਨਾ। ਪੜ੍ਹਨਾ ਨਹੀਂ, ਇਹਦਾ ਦੱਸਣ ਵਾਸਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪਾ ਸਤਿ ਸੱਚੇ। ਇਹ ਤਾਂ ਮਰਮੀ ਜੀ ਜੀਭ ਨਾਲ ਖਿੱਚੀ ਜਾਂਦਾ। ਤੇ ਸੁਰਤ ਕਿੱਥੇ ਆ ਪਤਾ? ਆਪਣੇ ਨਿਗਾਹ ਮਾਰ ਲਿਓ। ਸੁਰਤ ਹੈ ਵੀ ਜਿੰਨੀ ਨਾਮ ਧਿਆਇਆ ਕਦੋਂ ਹੋਊ, ਭਾਵ ਸੁਰਤ ਕਿੱਥੇ ਹੈ ਵੀ ਜਪਜੀ ਸਾਹਿਬ ਨਿਬੜੂ ਕਦੋਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੰਦਾ ਖਿਆਲ ਨਹੀਂ ਟਿਕਣ ਦੇਣਾ ਸੁਰਤ 'ਚ, ਕਿ ਹਰ ਗੱਲ ਦੱਸਣੀ ਪੈਂਦੀ ਹੈ ਨਾ, ਇਹ ਖਿਆਲ ਨਹੀਂ ਟਿਕਣ ਦੇਣਾ। ਬਹੁਤਿਆਂ ਦੀ ਸੁਰਤ ਕਿੱਥੇ ਰਹਿੰਦੀ ਹੈ? ਮੰਨ ਲਓ ਨਿਤਨੇਮ ਸ਼ੁਰੂ ਕਰ ਲਿਆ, ਸੁਰਤ ਉੱਥੇ ਰਹਿੰਦੀ ਹੈ ਵੀ ਆਨੰਦ ਸੁਣੋ ਬੜਭਾਗੀ ਕਦੋਂ ਹੋਊਗੀ। ਜਿਵੇਂ ਕੋਈ ਕੰਮ ਨਿਬੇੜੀ ਦਾ ਹੁੰਦਾ, ਸੋ ਇਹ ਨਿਬੇੜਨ ਵਾਲਾ ਕੰਮ ਨਹੀਂ, ਇਹ ਕੰਮ ਨਿਬੇੜਨ ਦਾ ਨਹੀਂ। ਗੁਰਬਾਣੀ ਨੂੰ ਲੈਣਾ ਪੜ੍ਹੀ ਜਾਣਾ ਬਸ। ਸੁਰਤ 'ਚ ਇਹ ਖਿਆਲ ਨਹੀਂ ਟਿਕਣ ਦੇਣਾ ਵੀ ਜਪਜੀ ਸਾਹਿਬ ਕਦੋਂ ਨਿਬੜੂ। ਜੇ ਇੱਕ ਪਾਠ ਹੋ ਗਿਆ ਦੂਜਾ ਨਿਬੜੂ, ਦੂਜਾ ਨਿਬੜੇ ਤੀਜਾ ਹੋ ਜੇ, ਤੀਜਾ ਹੋ ਜੇ, ਗਿਣਤੀ ਉਹ ਸੁਰਤ ਵਿੱਚੋਂ ਚੱਲੀ ਜਾਂਦਾ। ਉਹ ਰੱਬ ਨੂੰ ਗਿਣ ਗਿਣ ਕੇ ਯਾਦ ਕਰਨ ਵਾਲਿਆ, ਜਿੱਦੇ ਰੱਬ ਤੇਰੇ ਕਰਮ ਗਿਣਨ ਲੱਗ ਗਿਆ ਖੜਾ ਛੁੱਟਣਾ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਤੂੰ ਫਿਰ ਗਿਣਤੀ 'ਚ ਪੈ ਗਿਆ ਨਾ, ਫਿਰ ਕਹਿੰਦੇ ਹਿਸਾਬ ਕਰ ਲਾ, ਫਿਰ ਰੱਬ ਨਾਲ ਹਿਸਾਬ ਰੱਖਣਾ। ਹਿਸਾਬ ਕਿਤਾਬ 'ਚ ਨਿਬੜ ਜੂ ਗੱਲ ਨਾ। ਕਿਉਂ ਕਿਹਾ ਕਰ ਲੇਖਾ ਕਤਹਿ ਨਾ ਛੂਟੀ ਹੈ ਖਿਨ ਖਿਨ ਭੁੱਲਣਹਾਰ। ਸੋ ਲੇਖੇ ਕੀਤੇ ਨਹੀਂ ਖੜਾ ਛੁੱਟਣਾ, ਗਿਣ ਗਿਣ ਕੇ ਨਹੀਂ ਰੱਬ ਨੂੰ ਯਾਦ ਕਰਨਾ। ਗਿਣਤੀ ਮਿਣਤੀ ਦਾ ਕੀ ਮਤਲਬ? ਰੱਬ ਨਾਲ ਵੀ ਖਾਤਾ ਖੋਲ ਲਿਆ ਸੀ ਤਾਂ ਵੀ ਤੈਨੂੰ ਇੰਨੇ ਵਾਰੀ ਯਾਦ ਕਰ ਲਿਆ, ਖਾਤਾ ਖੋਲ ਲਿਆ ਨਾ। ਫਿਰ ਜੋ ਤੂੰ ਰੱਬ ਨੂੰ ਗਿਣ ਕੇ ਯਾਦ ਕਰਦਾ, ਰੱਬ ਤੇਰੇ ਕਰਮ ਵੀ ਗਿਣੂ, ਫਿਰ ਪੂਰਾ ਉਤਰ ਜਾਏਗਾ ਹਿਸਾਬ ਕਿਤਾਬ 'ਚ ਨਾ। ਇੱਕ ਕਹਾਣੀ ਸੁਣਾਉਂਦੇ ਹੁੰਦੇ ਗੱਲ ਸਮਝਾਉਣ ਵਾਸਤੇ। ਕਈ ਨਾ ਕਹਾਣੀਆਂ ਹੁੰਦੀਆਂ ਗੱਲ ਸਮਝਾਉਣ ਵਾਸਤੇ। ਇੱਕ ਤਾਂ ਹੁੰਦੇ ਇਤਿਹਾਸਕ ਘਟਨਾ, ਇੱਕ ਹੁੰਦਾ ਜਾਨੀ ਕਿ ਕੋਈ ਕਹਾਣੀ ਕਹਿ ਲਓ, ਸਟੋਰੀ ਕਹਿ ਲਓ। ਕਹਿੰਦੇ ਕੋਈ ਨਾ ਕਿਸੇ ਪੱਥਰ ਦੀ ਚਟਾਨ ਦੇ ਉੱਤੇ ਬੈਠ ਕੇ ਪਰਮਾਤਮਾ ਦੀ ਭਗਤੀ ਕਰਦਾ ਰਿਹਾ। ਕਹਾਣੀ ਹੈ ਗੱਲ ਸਮਝਾਉਣ ਵਾਸਤੇ। ਜਿਸ ਵੇਲੇ ਕਰਦਾ ਰਿਹਾ 20 ਸਾਲ ਕਹਿ ਲਓ, 25, ਉਹ ਤਾਂ ਕਹਾਣੀ ਹੈ ਜਿੰਨੇ ਮਰਜ਼ੀ ਸਾਲ ਕਹਿ ਲਓ, 25 ਸਾਲ 30 ਸਾਲ, 25-30 ਸਾਲ ਦੀ ਭਗਤੀ ਤੋਂ ਬਾਅਦ ਉਹਦੇ ਅੰਦਰ ਕਹਿੰਦੇ ਨਾ ਹੰਕਾਰ ਪੈਦਾ ਹੋ ਗਿਆ। ਤੁਸੀਂ ਕਹੋਗੇ ਇਹ ਕੀ ਗੱਲ ਹੈ? ਹਾਂ ਜੀ ਸੱਚ ਜਾਣੋ, ਤੁਸੀਂ ਗੱਲ ਬੁੱਝ ਕੇ ਦੇਖ ਲਓ। ਚੰਗਿਆਈ ਦਾ ਹੰਕਾਰ ਬਹੁਤ ਛੇਤੀ ਹੁੰਦਾ। ਚੋਰ ਨੂੰ ਹੰਕਾਰ ਥੋੜਾ ਹੋਊ ਵੀ ਮੈਂ ਸੰਨ ਲਾਉਣਾ, ਜੇ ਮੈਂ ਪਤਾ ਨਹੀਂ ਲੱਗਣ ਦਿੰਦਾ, ਮੈਂ ਬੜਾ ਵਧੀਆ ਚੋਰ ਹੈ। ਠੱਗ ਨੂੰ ਕੀ ਵੀ ਮੈਂ ਵਧੀਆ ਬੜਾ ਵਧੀਆ ਠੱਗ ਹੈ, ਜਾਂ ਕਦੇ ਮਨ ਕਰੂ। ਸੱਚ ਜਾਣੋ ਹੰਕਾਰ ਹੈ ਨਾ ਜਿਹੜਾ, ਇਹ ਚੰਗਿਆਈ ਦੇ ਵਹੀਕਲ ਤੇ ਯਾਤਰਾ ਕਰਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਤਾਂ ਫਿਰ ਖੇਡ ਹੈ, ਇਹੀ ਖੇਡ ਹੈ। ਫਿਰ ਭਗਤ ਰਵਿਦਾਸ ਜੀ ਮਹਾਰਾਜ ਦਾ ਵਚਨ ਹੈ, ਦੇਖੋ ਕਹਿੰਦੇ ਹਮ ਬੜ ਕਾਵ ਕੁਲੀਨ, ਹਮ ਪੰਡਤ, ਹਮ ਜੋਗੀ, ਸੰਨਿਆਸੀ, ਗੁਣੀ, ਗਿਆਨੀ, ਸੂਰ, ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਸਾਰੀ ਚੰਗਿਆਈ ਦੀ ਗੱਲ ਹੀ ਹੈ। ਗੁਣੀ ਅਸੀਂ ਬੜੇ ਗੁਣੀ ਗਿਆਨੀ ਹਾਂ, ਗੁਣੀ ਅਸੀਂ ਬੜੇ ਸੂਰਮੇ ਹਾਂ, ਗੁਣੀ ਗਿਆਨੀ ਸੂਰ ਹਮ ਦਾਤੇ, ਅਸੀਂ ਬੜੇ ਦਾਤੇ ਬੜੇ ਦਾਨੀ ਹਾਂ ਅਸੀਂ। ਇਹ ਬੁੱਧ ਕਵੇ ਨਾ ਨਾਸੀ। ਕਹਿੰਦੇ ਹੰਕਾਰ ਵਾਲੀ ਮੱਤ ਕਦੇ ਨਾਸ ਹੀ ਨਹੀਂ ਹੁੰਦੀ, ਭਾਵ ਚੰਗਿਆਈ ਦਾ ਹੰਕਾਰ ਹੀ ਕਰਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੁਰਾਈ ਦਾ ਹੰਕਾਰ ਕੀ ਕਰਦਾ? ਇਸ ਕਰਕੇ ਬਹੁਤ ਸੁਚੇਤ ਹੋਣ ਦੀ ਲੋੜ ਹੁੰਦੀ ਹੈ। ਤਾਂ ਹੀ ਤਾਂ ਕਹਿ ਦਿੱਤਾ ਕਬੀਰ, ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਇਆ। ਮਾਣ ਮੁਨੀ ਮੁਨ ਵਰ ਗਲੇ, ਮਾਣ ਸਭੈ ਕੋ ਖਾਏ। ਇਹ ਨਹੀਂ ਜਾਂਦਾ। ਸੋ ਆਓ ਕਹਾਣੀ ਵੱਲ। ਹੰਕਾਰ ਹੋ ਗਿਆ, ਕਹਿੰਦਾ ਵੀ 25-30 ਸਾਲ ਭਗਤੀ ਕੀਤੀ ਹੈ, ਰੱਬ ਨੂੰ ਕਹੀਏ ਵੀ ਹਿਸਾਬ ਕਿਤਾਬ ਕਰ ਮੇਰਾ, ਤੇ ਹੁਣ ਤਾਂ ਮੇਰੀ ਬਾਕੀ ਕੀ ਰਹਿਣੀ ਹੋਣੀ। ਆਪਾਂ ਤਾਂ ਭਗਤੀ ਵੀ ਕੀਤੀ ਹੈ ਬੈਠ ਕੇ, ਮਾੜਾ ਕੰਮ ਤਾਂ ਕੋਈ ਕੀਤਾ ਹੀ ਨਹੀਂ, ਤੇ ਰੱਬ ਨੂੰ ਕਹਿ ਦੇਈਏ ਵੀ ਹਿਸਾਬ ਕਿਤਾਬ ਕਰ। ਕਹਾਣੀ ਚਲੋ ਜੀ। ਉਹ ਕਹਿੰਦੇ ਪਰਮਾਤਮਾ ਨੂੰ ਕਹਿਣ ਲੱਗਿਆ ਜੀ ਮੇਰਾ ਖਾਤਾ ਹਿਸਾਬ ਕਿਤਾਬ ਕਰ ਲਓ। ਉਹਦੇ ਮਨ 'ਚ ਕੀ ਹੰਕਾਰ ਸੀ? ਉਹ ਮਾੜਾ ਕੰਮ ਕੋਈ ਕੀਤਾ ਹੀ ਨਹੀਂਗਾ, ਭਗਤੀ ਵੀ ਕੀਤੀ ਹੈ, ਆਪਣਾ ਕੀ ਹਿਸਾਬ ਕਿਤਾਬ ਹੋ ਸਕਦਾ ਹੈ? ਤਾਂ ਬਸ ਬਰੀ ਹੈ।
ਕਹਿੰਦੇ ਪ੍ਰਮਾਤਮਾ ਵੱਲੋਂ ਆਵਾਜ਼ ਆਈ ਵੀ ਬਖਸ਼ਿਸ਼ ਮੰਗ ਲਾ, ਹਿਸਾਬ ਕਿਤਾਬ ਨੂੰ ਰਹਿਣ ਦੇ। ਬਖਸ਼ਿਸ਼ ਮੰਗ ਲਾ, ਹਿਸਾਬ ਕਿਤਾਬ ਨੂੰ ਰਹਿਣ ਦੇ। ਕਹਿੰਦਾ ਨਾ ਜੀ, ਆਪਾਂ ਤਾਂ ਕਿਉਂ ਗਿਣਤੀ ਤਾਂ ਚੱਕਰ ਹੈ ਵੀ ਆਪਾਂ ਤਾਂ 25 ਸਾਲ 30 ਸਾਲ ਭਗਤੀ ਵੀ ਕੀਤੀ ਹੈ, ਇੰਨਾ ਰੱਬ ਨੂੰ ਯਾਦ ਕੀਤਾ। ਹੰਕਾਰ ਮਨ ਵਿੱਚ ਤੇ ਮਾੜਾ ਕੰਮ ਕੋਈ ਕੀਤੇ ਨਹੀਂ, ਇੱਥੇ ਬੈਠ ਕੇ ਭਗਤੀ ਕਰਦੇ ਰਹੇ ਆਪਾਂ ਤਾਂ ਕੀਤੇ ਨਹੀਂ ਕੁਛ ਕੰਮ, ਮਾੜਾ ਕੰਮ ਤਾਂ ਕੋਈ। ਕਹਿੰਦਾ ਨਹੀਂ ਜੀ, ਲੇਖੇ ਵਾਲੀ ਕੀ ਗੱਲ ਹੈ, ਲੇਖਾ ਕਰੋ ਮੇਰਾ, ਆਪਾਂ ਤਾਂ ਕੋਈ ਮਾੜਾ ਕੰਮ ਕੀਤੇ ਨਹੀਂ, ਭਗਤੀ ਵੀ ਕੀਤੀ ਹੈ। ਕਹਿੰਦੇ ਪਰਮਾਤਮਾ ਜੀ ਨੇ ਫੇਰ ਕਿਹਾ ਵੀ ਤੂੰ ਲੇਖੇ ਨੂੰ ਰਹਿਣ ਦੇ, ਤੂੰ ਬਖਸ਼ਿਸ਼ ਮੰਗ ਲਾ, ਬਖਸ਼ਿਸ਼ ਮੰਗ ਲਾ। ਨਾ ਜੀ, ਕਹਿੰਦਾ ਲੇਖਾ ਹਿਸਾਬ ਕਿਤਾਬ। ਕਹਿੰਦੇ ਜਦੋਂ ਹਟਿਆ ਨਾ, ਕਹਿੰਦੇ ਪ੍ਰਮਾਤਮਾ ਜੀ ਨੇ ਐਸੀ ਕਲਾ ਵਰਤਾਈ, ਕਹਾਣੀ ਹੈ ਫਿਰ ਨਾ ਭੁੱਲ ਜੋ ਗੱਲ ਸਮਝਾਉਣ ਵਾਸਤੇ, ਐਸੀ ਕਲਾ ਵਰਤਾਈ। ਕਹਿੰਦੇ ਚਟਾਨ ਚੋਂ ਆਵਾਜ਼ ਆਈ, ਚਟਾਨ ਚੋਂ, ਭਗਤ ਜੀ 25 ਸਾਲ ਹੋ ਗਏ ਮੇਰੇ ਤੇ ਬੈਠੇ ਨੂੰ, ਹਿਸਾਬ ਨਿਬੇੜ ਲਾ ਆਪਣਾ, ਹੁਣ ਮੈਨੂੰ 25 ਸਾਲ ਸਿਰ ਤੇ ਚੱਕ ਕੇ ਰੱਖ। ਬੋਲੋ ਸਤਨਾਮ। ਤੋਬਾ ਕਰ ਉੱਠਿਆ, ਕਹਿੰਦੇ ਜੀ ਰਹਿਣ ਦਿਓ, ਰਹਿਣ ਦਿਓ, ਹਿਸਾਬ ਨਿਬੇੜ। ਕਹਿੰਦੇ ਬਈ 25 ਸਾਲ ਹੋ ਗਿਆ ਤੂੰ ਮੈਨੂੰ ਮੇਰੇ ਤੇ ਬੈਠੇ ਨੂੰ, ਹੁਣ 25 ਸਾਲ ਤੂੰ ਮੈਨੂੰ ਸਿਰ ਤੇ ਚੱਕ ਕੇ ਰੱਖ, ਬਾਕੀ ਹਿਸਾਬ ਕਿਤਾਬ ਫਿਰ ਕਰਾਂਗੇ। ਬਸ ਉੱਥੇ ਹੀ ਫਿਰ ਕਹਿੰਦੇ ਚੀਕ ਪਿਆ, ਕਹਿੰਦੇ ਵਾਹਿਗੁਰੂ ਜੀ, ਕਹਿੰਦੇ ਬਖਸ਼ਿਸ਼ ਹੀ ਕਰ ਦਿਓ, ਮੇਰੇ ਕੋਲ ਤਾਂ ਨਾ ਭਗਤੀ ਹੈ ਨਾ ਮੇਰਾ ਕੋਈ ਚੰਗਾ ਕਰਮ, ਕੁਛ ਨਹੀਂ, ਬਸ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰ ਦਿਓ, ਮੇਰੇ ਕਰਮਾਂ ਦਾ ਲੇਖਾ ਪਾੜ ਦਿਓ। ਬੋਲੋ ਸਤਨਾਮ। ਸੋ ਕਹਿਣ ਦਾ ਭਾਵ, ਕਹਾਣੀ ਬਹੁਤ ਕੁਛ ਕਹਿ ਜਾਂਦੀ ਹੈ ਨਾ ਗੱਲ ਸਮਝਾਉਣ ਵਾਸਤੇ, ਵੀ ਏਦਾਂ ਇੱਥੇ ਗਿਣਤੀ ਮਿਣਤੀ ਦਾ ਕਾਹਦੀ ਗੱਲ ਹੈ। ਇੱਥੇ ਇੱਕ ਮੈਨੂੰ ਮਿਲਿਆ, ਮਿਲਦੇ ਰਹਿੰਦੇ ਨੇ ਦੀਵਾਨਾਂ 'ਚ ਬੜੇ, ਕਹਿੰਦਾ ਭਾਈ ਸਾਹਿਬ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਮੈਂ ਕਿਹਾ ਦੱਸੋ। ਹੁਣ ਉਹਦੇ ਅੰਦਰ ਜਿਹੜਾ ਮਾਣ ਬਣਿਆ ਪਿਆ ਸੀ ਦੱਸਣਾ ਸੀਗਾ ਨਾ। ਕਹਿੰਦਾ ਭਾਈ ਸਾਹਿਬ ਮੈਂ 1.25 ਲੱਖ ਮੂਲ ਮੰਤਰ ਦਾ ਪਾਠ ਕਰ ਲਿਆ। ਕਹਿੰਦਾ ਜਿਸ ਵੇਲੇ ਇੰਨਾ ਕਿਹਾ ਤੇ ਮੈਂ ਵੀ ਉਹਨੂੰ ਥੋੜੀ ਜਿਹੀ ਫੂਕ ਛਕਾਤੀ, ਕਿਉਂ ਚਾਹੁੰਦਾ ਫੂਕੀ ਸੀ ਉਹ। ਮੈਂ ਵਾਹ ਹੋਏ ਮੱਲਾ ਤੇਰੇ, ਕਿਉਂ ਮੇਰਾ ਸੁਭਾਅ ਵੀ ਸਿੱਧਾ ਜਾਈ ਹੈ। ਮੈਂ ਵਾਹ ਹੋਏ ਮੱਲਾ ਤੇਰੇ, ਫਿਰ ਤਾਂ ਪਹਿਲਵਾਨ ਬਣ ਗਿਆ ਭਾਈ ਤੂੰ, ਬੜਾ ਪਹਿਲਵਾਨ ਬਣ ਗਿਆ ਤੂੰ ਤਾਂ 1.25 ਲੱਖ ਮੂਲ ਮੰਤਰ ਦਾ ਜਪ ਕਰ ਲਿਆ। ਕਹਿੰਦਾ ਹਾਂ ਜੀ। ਮੈਂ ਕਿਹਾ ਵੀ ਪਹਿਲਵਾਨਾ ਇੱਕ ਗੱਲ ਸੱਚੀ ਦੱਸੀ, ਇਹ ਗੱਲ ਸੱਚੀ ਦੱਸੀ, 1.25 ਲੱਖ ਤੂੰ ਕਰ ਲਿਆ, ਧਿਆਨ ਤਾਂ ਨਹੀਂ ਜੁੜਿਆ ਹੋਣਾ, ਕੋਈ ਰਸਤਾ ਨਹੀਂ ਆਇਆ ਹੋਣਾ। ਜਦੋਂ ਮੈਂ ਇੰਨਾ ਕਿਹਾ ਵੀ ਧਿਆਨ ਤਾਂ ਨਹੀਂ ਜੁੜਿਆ, ਰਸਤਾ ਨਹੀਂ ਆਇਆ ਹੋਣਾ, ਸੱਚ ਦੱਸੀ। ਉਹ ਤਾਂ ਭਾਈ ਮੂਹਰੋਂ ਬੋਲ ਪਿਆ, ਕਹਿੰਦਾ ਜੀ ਹਾਂ ਤਾਂ ਗੱਲ ਥੋੜੀ ਸੱਚੀ ਹੈ, ਰਸਤਾ ਮੈਨੂੰ ਨਹੀਂ ਆਇਆ, ਧਿਆਨ ਤਾਂ ਨਹੀਂ ਜੁੜਿਆ। ਕਹਿੰਦਾ ਹਾਂ ਤੁਹਾਨੂੰ ਕੀ ਪਤਾ ਲੱਗ ਗਿਆ? ਕਹਿੰਦਾ ਮੈਨੂੰ, ਕਹਿੰਦਾ ਮੈਂ ਕਿਹਾ ਮੈਨੂੰ ਤਾਂ ਕੀ ਪਤਾ ਲੱਗਣਾ ਸੀ, ਮੈਂ ਕਿਹੜਾ ਕੋਈ ਬ੍ਰਹਮ ਗਿਆਨੀ ਹੈ, ਮੈਂ ਤਾਂ ਤੇਰੀ ਗੱਲ ਚੋਂ ਗੱਲ ਫੜੀ ਹੈ ਵੀ ਧਿਆਨ ਜੁੜਿਆ ਨਹੀਂ ਹੋਣਾ ਤੇਰਾ ਰੱਬ ਨਾਲ। ਤਾਂ ਕਹਿੰਦਾ ਮੇਰੀ ਗੱਲ ਚੋਂ? ਹਾਂ। ਮੈਂ ਕਿਹਾ ਤੇਰੀ ਗੱਲ ਚੋਂ ਤੇਰੀ ਗੱਲ ਫੜ ਲਈ। ਕਹਿੰਦਾ ਕਿਵੇਂ? ਮੈਂ ਕਿਹਾ ਤੂੰ ਕਿਹਾ 1.25 ਲੱਖ ਕਰ ਲਿਆ। ਕਹਿੰਦਾ ਹਾਂ। ਮੈਂ ਗਿਣਤੀ ਕਾਹਨੂੰ ਕਰਦਾ ਸੀ? ਸੁਰਤ ਧਿਆਨ। ਮੈਂ ਫਿਰ ਸੁਰਤ ਤਾਂ ਗਿਣਤੀ 'ਚ ਹੀ ਲੱਗੀ ਸੀ, ਜੁੜੂ ਕਿਹੜੀ। ਬੋਲੋ ਸਤਨਾਮ। ਤੇਰੀ ਗੱਲ ਚੋਂ ਫੜ ਲਈ ਬਸ। ਸੁਰਤੀ ਤਾਂ ਗਿਣਤੀ ਕਰਦੀ ਸੀ ਨਾ। ਸੁਰਤ ਇੱਕ ਹੈ, ਏਕਾ ਸੁਰਤ ਜੇਤੇ ਹੈ ਜੀ, ਇੱਕੋ ਹੀ ਸੁਰਤ। ਬਸ ਫਿਰ ਮੈਂ ਗਿਣਤੀ ਕਰਨ ਤੇ ਹੀ ਰਿਹਾ ਨਾ, ਪਿਆਰ ਤਾਂ ਨਹੀਂ ਕੀਤਾ ਮਾਲਕ ਨਾਲ। ਗਿਣਤੀ ਫਿਰ ਉਦੋਂ ਬਾਅਦ ਮੇਰਾ ਖਿਆਲ ਰੋਬ ਵੀ ਮਾਰਨ ਦੀ ਸਲਾਹ ਹੋ ਰੱਬ ਨੂੰ, ਕੋਈ 1.25 ਲੱਖ ਵਾਰੀ ਯਾਦ ਕਰ ਲਿਆ ਰੱਬਾ ਤੈਨੂੰ, 1.25 ਲੱਖ ਕਰਤਾ, ਇਹਦਾ ਮਤਲਬ ਵੀ ਰੋਜ਼ ਆ ਮਾਰੇਗਾ ਰੱਬ ਤੇ ਹਨਾ। ਹੋਰ ਹੁਣ ਫਿਰ 1.25 ਲੱਖ ਵਾਰੀ ਯਾਦ ਕੀਤਾ ਤੈਨੂੰ, ਕਰਦਾ ਕੋਈ ਯਾਦ? 1.25 ਲੱਖ ਵਾਰੀ ਕਰ ਲਿਆ ਮੈਂ ਤੈਨੂੰ ਯਾਦ। ਸੋ ਕਹਿਣ ਦਾ ਭਾਵ ਕੀ ਹੈ ਇਹਨਾਂ ਗੱਲਾਂ ਦਾ, ਵੀ ਇਹਨਾਂ ਗੱਲਾਂ ਦਾ ਕੋਈ ਅਰਥ ਨਹੀਂ। ਅਸਲ ਦੇ ਵਿੱਚ ਤਾਂ ਬਾਣੀ 'ਚ ਤਾਂ ਭਗਤੀ ਇੱਥੋਂ ਤੱਕ ਦੱਸੀ ਹੈ, ਕਹਿੰਦੇ ਇੱਕ ਤਿਲ ਪਿਆਰਾ ਬੀਸਰੈ ਭਗਤ ਕਨੇਹੀ ਹੋਏ। ਕਹਿੰਦੇ ਇੱਕ ਤਿਲ, ਇੱਕ ਥੋੜਾ ਕੁ ਸਮਝ ਜੇ ਕਿਤੇ ਰੱਬ ਭੁੱਲ ਜੇ, ਕਹਿੰਦੇ ਕਾਹਦੀ ਭਗਤੀ ਹੈ। ਬੋਲੋ ਸਤਨਾਮ। ਕਾਹਦੀ ਭਗਤੀ ਹੈ? ਸੱਜਣੋ ਮੋਬਾਈਲ ਬੰਦ ਰੱਖੀ। ਹਾਂਜੀ, ਹੁਣ ਇਸ ਗੱਲ ਨੂੰ ਅਸੀਂ ਸਮਝ ਲਿਆ। ਤਾਂ ਤੇ ਗੱਲ ਚੱਲ ਰਹੀ ਸੀ ਕਿੱਥੇ ਕਿ ਗੁਰਬਾਣੀ ਦੀ ਆਪਾਂ ਵਿਚਾਰ ਸ਼ੁਰੂ ਵੀ ਕਰਦੇ ਹਾਂ, ਥੋੜਾ ਮੁੱਢਲੀਆਂ ਗੱਲਾਂ ਸਮਝ ਲਈਆਂ ਫਿਰ। ਤਾਂ ਤੇ ਗੁਰਬਾਣੀ ਵਿੱਚ ਅੰਨ੍ਹੇਵਾਹ ਪੜ੍ਹਨ ਦੀ ਗੱਲ ਕਿਤੇ ਨਹੀਂ ਲਿਖੀ, ਪਰ ਇਹਦਾ ਇਹ ਭਾਵ ਨਹੀਂ ਹੁੰਦਾ ਵੀ ਬਾਣੀ ਨਹੀਂ ਪੜ੍ਹਨੀ, ਵਾਰ-ਵਾਰ ਦੱਸਣਾ ਪੈਂਦਾ। ਕਈ ਵਾਰ ਨਾ ਕਹੀ ਗੱਲ ਤੱਕ ਹੀ ਭਾਵ ਨਹੀਂ ਸਮਝਦੇ ਵੀ ਅੰਨ੍ਹੇਵਾਹ ਨਹੀਂ, ਵੀ ਬਸ ਪੜ੍ਹਨ ਲੱਗ ਤੇ ਪੜ੍ਹੀ ਹੋਈ ਜਾਣਾ, ਪੜ੍ਹੀ ਹੋਈ ਜਾਣਾ, ਵੀ ਸਮਝਣਾ ਹੀ ਨਹੀਂ ਨਾ। ਮੰਨ ਲਓ ਕੋਈ ਹੁਣ ਵੀ 11 ਪਾਠ ਜਪਜੀ ਸਾਹਿਬ ਦੇ ਕਿਸੇ ਨੇ ਕਹਿ ਦਿੱਤਾ ਕਿਸੇ ਨੂੰ, ਉਹਦੀ ਬਜਾਏ 10 ਗੁਰਬਾਣੀ ਮੁਤਾਬਕ ਕੀ ਰਾਏ ਦੇਵੇਗਾ?
ਵੀ ਇੱਕ ਪਾਠ ਜਪਜੀ ਸਾਹਿਬ ਦਾ ਪਿਆਰ ਨਾ ਕਰ ਲਓ। ਜਿਹੜਾ 10 ਪਾਠ ਤੇ ਤੂੰ ਸਮਾਂ ਲਾਉਂਦਾ ਸੀ, ਰੇਸ ਖਿੱਚਦਾ ਸੀਗਾ, ਓਨਾ ਸਮਾਂ ਗੁਰਬਾਣੀ ਦੀ ਵਿਚਾਰ ਕਰ ਲਾ। ਜਪਜੀ ਸਾਹਿਬ 1 ਪੌੜੀ ਦੀ, 2 ਪੌੜੀਆਂ ਦੀ, 3 ਦੀ, ਇੱਕ ਪਾਠ ਪਿਆਰ ਨਾਲ ਪੜ੍ਹ ਲਾ। ਬਾਕੀ ਦਾ ਸਮਾਂ ਜਿੰਨੀ ਹੁੰਦੀ ਆ ਉਨੀਆਂ ਪੌੜੀਆਂ ਦੀ ਵਿਚਾਰ ਕਰ ਲਾ। ਬੋਲੋ ਸਤਨਾਮ। ਤਜਰਬਾ ਕਰਕੇ ਦੇਖੋ ਰਸ ਕੀ ਬਣਦਾ। ਤੁਸੀਂ ਆਪ ਦੇਖੋ, ਕਿਉਂਕਿ ਗੁਰਬਾਣੀ ਨੇ ਫੈਸਲਾ ਤਾਂ ਦੇ ਹੀ ਦਿੱਤਾ। ਤੁਸੀਂ ਆਪ ਮਾਣੋਗੇ ਮਹਾ ਆਨੰਦ ਗੁਰ ਸ਼ਬਦ ਵਿਚਾਰ। ਬਾਣੀ ਦੇ ਫੈਸਲੇ ਹੈ। ਮਹਾ ਆਨੰਦ ਗੁਰ ਸ਼ਬਦ ਵਿਚਾਰ। ਤ੍ਰਿਸਿਉ ਰਾਤੀ ਧਨ ਸੁਹਾਗਣ ਨਾਰ। ਉਹ ਜੀਵਾਤਮਾ ਰੂਪੀ ਇਸਤਰੀ ਸੁਹਾਗਣ ਧਨ ਹੈ ਜੋ ਸ਼ਬਦ ਦੀ ਵਿਚਾਰ ਸੱਚੇ ਗਿਆਨ ਰਾਹੀਂ ਆਪਣੇ ਮਾਲਕ ਨਾਲ ਜੁੜੀ ਹੈ। ਇਹ ਕਦੇ ਨਾ ਭੁੱਲ ਜਾਇਓ, ਸ਼ਬਦ ਦੀ ਵਿਚਾਰ ਨੇ ਹੀ ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਬਹੁਤ ਵਾਰੀ ਪ੍ਰਮਾਣਿਤ ਫਿਰ ਸੁਣੋ, 3 ਨੇਹੋਂ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਵਿਚਾਰ ਦੇ ਰਾਲੇ ਨੂੰ ਹੁਸ਼ਿਆਰੀ ਹੈ। ਜਿਹੜੇ ਵਿਚਾਰ ਦੁਆਰਾ ਗੁਰੂ ਜੀ ਦਾ ਦਰਸ਼ਨ ਕਰਦੇ ਹੈ, ਉਹਨਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਉਹਨਾਂ ਦਾ ਪਰਮਾਤਮਾ ਨਾਲ ਪਿਆਰ ਪੈਂਦਾ ਜਿਹੜੇ ਵਿਚਾਰ ਰਾਹੀਂ ਗੁਰੂ ਦਾ ਦਰਸ਼ਨ ਕਰਦੇ ਹੈ। ਸ਼ੁਰੂ 'ਚ ਗੱਲ ਹੋ ਗਈ ਸੀ ਨਾ, ਬਾਣੀ ਦੀ ਵਿਚਾਰ ਗੁਰੂ ਦਾ ਦਰਸ਼ਨ ਹੈ, ਤੇ ਗੁਰੂ ਜੀ ਦਾ ਦਰਸ਼ਨ ਪਰਮਾਤਮਾ ਨਾਲ ਪਿਆਰ ਪਾ ਦਿੰਦਾ ਹੈ। ਵਿਚਾਰ ਦਰਸ਼ਨ ਹਰ ਗੱਲ ਬਾਣੀ ਤੋਂ ਸਮਝਣੀ ਹੈ। ਭਾਵ ਇਹ ਵਾਰ-ਵਾਰ ਤਾਂ ਕਹਿੰਦੇ ਹਾਂ ਵੀ ਅਸੀਂ ਆਪਣੇ ਕਿਸੇ ਖਿਆਲ ਦਾ ਪ੍ਰਚਾਰ ਨਹੀਂ ਕਰ ਰਹੇ, ਅਸੀਂ ਕਿਸੇ ਆਪਣੀ ਮੱਤ ਦਾ ਪ੍ਰਚਾਰ ਨਹੀਂ ਕਰਦੇ, ਅਸੀਂ ਗੁਰਮੱਤ ਦਾ ਪ੍ਰਚਾਰ ਕਰਦੇ ਹਾਂ। ਕੋਈ ਵੀ ਤੁਹਾਨੂੰ ਗੱਲ ਕਹੇ, ਬਸ ਇਹ ਕਿਹਾ ਕਰੋ ਹਰ ਪ੍ਰਚਾਰਕ ਨੂੰ, ਹਰ ਬਾਬੇ ਨੂੰ ਵੀ ਬਾਣੀ ਚੋਂ ਪ੍ਰਮਾਣ ਦਿਓ ਜੀ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਇਹ ਬਾਣੀ 'ਚ ਦੱਸੋ ਕਿੱਥੇ ਲਿਖੀ ਹੈ, ਬਸ। ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਨੂੰ ਮੰਨਣਾ ਹੈ। ਬਸ ਆਪਣਾ ਜੋ ਬੇਸ ਕਹਿ ਲਓ, ਆਧਾਰ ਕਹਿ ਲਓ, ਰੂਹਾਨੀ ਸੰਵਿਧਾਨ ਸਾਡੇ ਸਤਿਗੁਰੂ, ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਕਿਸੇ ਵਿਦਵਾਨ ਦੀ ਗੱਲ ਨਹੀਂ ਮੰਨਣੀ, ਕਿਸੇ ਬਾਬੇ ਦੀ ਗੱਲ ਨਹੀਂ ਮੰਨਣੀ। ਗੱਲ ਕਿਹਦੀ ਮੰਨਣੀ ਹੈ? ਗੱਲ ਮੰਨਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰਬਾਣੀ ਦੀ। ਬਸ ਕਿਸੇ ਦੀ ਗੱਲ ਨਹੀਂ। ਸਾਡੀ ਕੋਈ ਗੱਲ ਬਾਣੀ ਤੋਂ ਬਾਹਰ ਹੋਵੇ ਬਿਲਕੁਲ ਨਾ ਮੰਨੋ। ਬਹੁਤ ਵਾਰ ਕਿਹਾ ਇਹ ਨਹੀਂ ਵੀ ਤੁਸੀਂ ਪੰਥ ਫਰੀਦ ਸਿੰਘ ਦੀ ਗੱਲ ਮੰਨਣੀ ਹੈ, ਨਾ। ਫਿਰ ਤੁਸੀਂ ਮੇਰੀ ਦੇਹ ਨਾਲ ਜੁੜ ਗਏ। ਅਸੀਂ ਤਾਂ ਕਹਿੰਦੇ ਕਿਸੇ ਦੀ ਗੱਲ ਨਾ ਮੰਨੋ, ਕਿਸੇ ਦੀ ਗੱਲ ਮੁੱਕੀ, ਬਾਣੀ ਦੀ ਗੱਲ ਮੰਨੋ। ਇਹੀ ਲਿਖਿਆ ਨਾ, ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਉਹ ਜਿੱਥੋਂ ਮਰਜ਼ੀ ਪੜ੍ਹ ਲਓ, ਸ਼ਬਦ ਦੀ ਵਿਚਾਰ ਥਾਂ ਥਾਂ ਤੇ ਗੱਲ ਕੀਤੀ ਹੈਗੀ। ਸਾਰਿਆਂ ਤੋਂ ਉੱਪਰ ਕੀ ਹੈ? ਸ਼ਬਦ ਦੀ ਵਿਚਾਰ। ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥ ਨਹੀਂ ਬਤਾਉਣਾ। ਕਹਿੰਦੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਕਿਸੇ ਦੀ ਗੱਲ ਨਾ ਮੰਨੋ। ਆਪੇ ਲਿਖਿਆ ਬਾਣੀ 'ਚ, ਬੋਲੋ ਕਿਸੇ ਦੀ ਨਾ ਗੱਲ ਮੰਨੋ। ਆਪਣਾ ਨਾਂ ਵੀ ਲੈ ਦਿਆਂ, ਸ਼ਬਦ ਦੀ ਵਿਚਾਰ ਤੋਂ ਬਿਨਾਂ ਪੰਥ ਫਰੀਦ ਸਿੰਘ ਦੀ ਜਾਂ ਕਿਸੇ ਬਾਬੇ ਦੀ, ਕਿਸੇ ਵਿਦਵਾਨ ਦੀ, ਜਾਂ ਬਲਜੀਤ ਸਿੰਘ ਦੀ, ਕਿਸੇ ਦੀ ਨਾ ਗੱਲ ਮੰਨਿਓ ਨਾ। ਸ਼ਬਦ ਦੀ ਵਿਚਾਰ ਕੋਈ ਸੁਣਾ ਦੇ ਤੁਹਾਨੂੰ, ਭੈਣ ਭਾਈਆਂ ਵਾਲਾ ਪਿਆਰ ਰੱਖਿਓ। ਸ਼ਬਦ ਦੀ ਵਿਚਾਰ ਕੋਈ ਸੁਣਾ ਦੇ, ਬਾਣੀ ਦੀ ਸਹੀ ਗੱਲ, ਮਾਲਕ ਦੀ ਗੱਲ ਸਮਝਾ ਦੇਵੇ ਕੋਈ ਇਕੱਲੇ ਇੱਕ ਦੀ ਗੱਲ ਨਹੀਂ, ਕੋਈ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕੋਈ ਸੁਣਾ ਦੇ। ਭਾਵੇਂ ਕੋਈ ਭੈਣ ਸੁਣਾ ਦੇ, ਬਾਣੀ ਦੀ ਗੱਲ ਸਮਝਾ ਦੇ, ਕੋਈ ਭਾਈ ਸਮਝਾ ਦੇ, ਬਸ ਉਹਦੇ ਨਾਲ ਸਾਡਾ ਰਿਸ਼ਤਾ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਬਸ ਉਹ ਸਾਡਾ ਭਾਈ ਵੀਰ ਹੈ। ਗੁਰਸਿੱਖ ਭੈਣ ਭਰਾ ਹੁੰਦੇ ਆ ਸਾਰੇ। ਜੁੜਨਾ ਗੁਰਬਾਣੀ ਨਾਲ ਹੈ। ਬਸ ਗੁਰਬਾਣੀ ਤੋਂ ਬਿਨਾਂ ਗੱਲ ਨਾ ਕਿਸੇ ਦੀ ਮੰਨਿਓ। ਵਾਰੀ ਵਾਰੀ ਦ੍ਰਿੜ ਕਰ ਲਓ, ਭਾਵੇਂ ਹਰ ਦੀਵਾਨ 'ਚ ਕਿਹਾ ਜਾਂਦਾ ਹੈ। ਅੱਗੇ ਨੂੰ ਦ੍ਰਿੜਤਾ ਆ ਰਹੀ ਹੈ ਨਾ, ਕਿਉਂਕਿ ਜੇ ਦੁਹਰਾਵਾਂਗੇ ਇਹਨਾਂ ਗੱਲਾਂ ਨੂੰ ਫੇਰ ਹੀ ਤੁਹਾਡੀ ਸੁਰਤ ਵਿੱਚ ਇਹ ਗੱਲਾਂ ਟਿਕਣੀਆਂ। ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥ ਨਹੀਂ ਬਤਾਉਣਾ ਸਗਲੀ ਸ਼ਾਰ। ਹੋਰ ਕਿਸੇ ਗੱਲ ਨੂੰ ਨਾ ਮੰਨੋ, ਕਿਸੇ ਮਰਜ਼ੀ ਗ੍ਰੰਥ 'ਚ ਲਿਖੀ ਹੋਵੇ, ਕਿਉਂਕਿ ਹੋਰ ਗ੍ਰੰਥਾਂ ਦੇ ਹਵਾਲੇ ਦੇਣ ਲੱਗ ਜਾਂਦੇ ਆ। ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਕਹਿ ਲਓ, ਗੁਰਬਾਣੀ ਦੇ ਸਟੈਂਡਰਡ ਤੇ ਕਹਿ ਲਓ, ਗੁਰਬਾਣੀ ਦੀ ਸਿੱਖਿਆ ਤੇ ਪੂਰੀ ਉਤਰਦੀ ਹੈ, ਉਹ ਅਸੀਂ ਹਰ ਗੱਲ ਨੂੰ ਮੰਨਦੇ ਹਾਂ। ਜਿਹੜੀ ਗੱਲ ਗੁਰਬਾਣੀ ਦੇ ਸਿਧਾਂਤ ਤੇ ਫਿੱਟ ਨਹੀਂ ਬਹਿੰਦੀ, ਉਹ ਅਸੀਂ ਨਹੀਂ ਮੰਨਦੇ। ਜਿੱਥੇ ਮਰਜ਼ੀ ਲਿਖੀ ਹੋਵੇ, ਭਾਵੇਂ ਜਿਹੜਾ ਮਰਜ਼ੀ ਬਾਬਾ ਕਹਿੰਦਾ ਹੋਵੇ, ਜਿਹੜਾ ਮਰਜ਼ੀ ਵਿਦਵਾਨ ਕਹਿੰਦਾ ਹੋਵੇ, ਮੰਨਦੇ ਹੀ ਨਹੀਂ ਅਸੀਂ। ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਗੁਰਬਾਣੀ ਤੋਂ ਉਲਟ ਅਸੀਂ ਕਿਸੇ ਗੱਲ ਨੂੰ ਮੰਨਦੇ ਹੀ ਨਹੀਂ। ਇਹ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ। ਤੇ ਜੇ ਗੁਰਬਾਣੀ ਤੋਂ ਉਲਟ ਗੱਲ ਵੀ ਮੰਨ ਲਈ ਤੇ ਫਿਰ ਤਾਂ ਉਹ ਗੱਲ ਹੋ ਗਈ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ। ਫਿਰ ਜਿਹੜਾ ਆਪਣੇ ਮਾਲਕ ਨੂੰ ਛੱਡ ਕੇ ਦੂਜੇ ਦਾ ਪੱਲਾ, ਦੂਜੇ ਦੀ ਗੱਲ ਵੀ ਮੰਨ ਲਈ, ਫਿਰ ਉਹਦਾ ਡੁੱਬ ਜਾਣਾ ਹੈ। ਬੋਲੋ ਸਤਨਾਮ। ਡੁੱਬ ਗਿਆ ਤਾਂ ਦੂਜੇ ਦਾ ਤਾਂ ਮਤਲਬ ਵੀ ਕੋਈ ਨਹੀਂ। ਹੋਰ ਕਥ ਨਹੀਂ ਬਦੋ ਨਾ ਸਗਲੀ ਸ਼ਾਰ ਲਿਖੇ ਨਾ, ਸਾਰੀ ਸਵਾਹ, ਸਗਲੀ ਸ਼ਾਰ ਸਭ ਸਵਾਹ ਹੈ। ਬਾਕੀ ਤਾਂ ਬਸ ਹਰ ਗੱਲ ਸਵਾਹ ਹੈ, ਜਿੱਥੇ ਮਰਜੀ ਲਿਖੀ ਹੋਵੇ। ਬਸ ਬਾਣੀ ਦਾ ਗਿਆਨ
इतिहास की वो गल मनणयोग है जिहड़ी गल गुरबाणी ते पूरी उतरदी है। जिहड़ी गल गुरबाणी के ज्ञान ते फिट नहीं बैठती, मान लो तुसीं कहो इतिहास च लिखी है ना, वो किसी ने रला पाया, गलत है, ਉਹਨੂੰ कट्टो, रद्द करो उसनूं। क्यों इतिहास पता नहीं किने की लिखता, बंदियां ने लिखे। गुरबाणी गुरु दी है। ते खालसा जंगां युद्धां विच उलझिया रहा। तुहानूं पता है बाबा बंदा सिंह बहादुर शहीदी तो बाद 1716 तो 1765 तक का इतिहास पढ़ के देखो, उलझिया रहा, जंगां युद्धां च उलझे रहे, जंगलां च रहा। उन्हां समय च बड़े रला पै गए, समय नहीं मिला सानू अपना यानी कि सिद्धांत प्रचारण का। लिख हौली हौली जो मनमत्तां बढ़ गई उन्हां समय च वो कढ़नियां बड़ियां मुश्किल हो रही हैं। कुछ सिंह सभा लहर ने कढ़ियां, खैर ऐसी गल नहीं। तां इस करके गुरबाणी की विचार नूं असीं मुख रखना। बस बार बार यही कोई गल हुण तक आपां दृढ़ कीती है। शब्द की विचार, गुरु का मेल, गुरु का दर्शन, गुरु का दर्शन परमात्मा नाल प्यार पा दिंदा है। बस ये लग जो करन तिन नहीं हो लगा रब सेती देखने विचार। इत्थों तक आपां ये गल मुढ़लियां गल्लां समझ लियां। आओ शब्द विचार। सूही महला पंजवां। जिसके सिर ऊपर तू स्वामी, सो दुख कैसा पावै। बोल ना जाने माया मद माता, मरना चीत न आवै। मेरे राम राय तू संतां का संत तेरे, तेरे सेवक को भाव किश नाही, जम नहीं आवै नेरे रहाओ। जो तेरे रंग राते स्वामी, तिनका जन्म मरण दुख नासा। तेरी बख्श न मेटै कोई, सतगुर का दिलासा। नाम ध्यायन सुख फल पायन, आठ पहर आराधहें। तेरी शरण तेरै परवासै, पंच दुष्ट लै साधहें। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। सूही राग दे विच पंजवें पातशाह जी का उच्चारण किया शब्द आपां पाठ किया है, पढ़िया है। सूही महला पंजवां। जिसके सिर ऊपर तू स्वामी, सो दुख कैसा पावै। जिसके सिर ऊपर तू स्वामी, है मालक जीओ, जिस दे सिर उपर तुसी हो, फिर उन्हें दुख की पाउना होया। सो दुख कैसा पावै, वो फिर कोई भी दुनिया की ताकत फिर उन्होंने दुखी नहीं कर सकती। क्यों? तो अंदरों परम सुखी हो चुके हैं। अंदरों जिन्हों अंदरला आत्मक सुख मिल चुका है, दुनिया की कोई ताकत उन्होंने दुखी नहीं कर सकती। कोई ताकत दुखी नहीं कर सकती। वो हर हालत विच ही सुखी है। हर हालत भी, जिस तरह हुण आम हालत है, कोई खास हालत विच भी ओही अवस्था दे विच है। खास जिवें भाई मती दास दे सीस ते आरा चल गया, पर आरा मती दास नूं दुखी नहीं कर सकिया। बहुत बार विचार कीती है, क्योंकि मालक परमात्मा नाल जुड़िया होया मती दास। भाई तारू सिंह दा खोपर भावें ला दिता जालम ने, खोपर ला दिता, पर भाई तारू सिंह नूं दुखी नहीं कर सकिया। ये नहीं भी भाई तारू सिंह दुखी हो गया खोपर लैण ते, ना। भाई मनी सिंह दा भावें जालम ने बंद बंद कट दिता, पर भाई मनी सिंह जी दुखी नहीं होए। क्योंकि जिस दे उत्ते मालक दा हथ है, जो मालक नाल जुड़िया है, बस उन्हें दुख की पाउना होया। वो तो सदा सुखी है, भाव हर हालत च कह लो। बस किसी भी हालत च है, वो हमेशा सुखी है जो मालक परमात्मा नाल जुड़ गया। बस हुण धन गुरु अर्जन साहब जी तत्ती तवी ते बैठे भी परम सुख दे विच, आत्मक सुख दे विच है। ये टुटे हुंदे ने एसी रूम दे विच भी, एसी रूम दे विच भी दुखी हो रहे ने, मन भुजदा है। एक तत्ती तवी ते बैठ के भी परम सुखी है, एक एसी दे विच भी दुखी होया बैठा है। बोलो सतनाम सुख सहूलतां। भाव गल तां जुड़न ते टुटण दी है ना। जुड़िया परम सुखी है, जिहड़ा टुटिया होया है, उहनूं कोई दुनिया की सहूलत सुखी नहीं कर सकती। बड़े बड़े लोग आपां देखदे दुखी है, बड़े बड़े जो दिसे हैं लोग, तिनको व्यापै चिंता रोग, दुखी है, नींद नहीं आउंदी, गोलियां खांदे है।
बड़े बड़े जो दिसे हैं लोग तिनको व्यापै, चिंता रोग कौन बड़ा माया बड़ियाई, सो बड़ा जिन राम ले बुलाई। वो वड्डा भाई जिन्हें सर्व व्यापक दे नाल ले बुला ली, जिहदा ध्यान मालक नाल जुड़ गया, मालक नाल ध्यान जुड़ गया बस। ताते जिस के सिर ऊपर तू स्वामी, सो दुख कैसा पावै, बोल ना जाने माया मद माता, मरना चीत न आवे। वो माया की मस्ती विच तां बोलण ही नहीं जानदा। जो रब दा प्यारा है वो माया की मस्ती च नहीं बोलता। दुनिया माया की मस्ती विच बोलदी है, आखरे रहिंदे ने इन्नी प्रॉपर्टी, इन्नी जायदाद, मैं एडा अफसर, मैं एडा लीडर, मैं इन्ना कुछ, इस मस्ती विच गल्लां करदा है दुनियावी बंदा। पर जिहड़ा भी रब दा प्यारा है, रब दा प्यारा इस्त्री पुरुष कोई है, कहंदे वो माया की मस्ती विच तां बोलना ही नहीं जानदा। बोल ना जाने माया मद माता, मरना चीत ना आवे। जो मरना मौत है ਉਹਦੇ चित्त विच नहीं आउंदी, भाव ਉਹਨੂੰ मौत का भै तां हुंदा, ਉਹਨੂੰ पता है भी मरना तां हुंदा ही नहीं, ਉਹਨੂੰ परम जीवन मिल चुकिया, ਉਹਨੂੰ पता है ना किश जन्म है ना किश मरै, आपन चलत आप ही करै। कि ਉਹਨੂੰ पता है मरनहार ये जीरा नाही, इस करके मौत का भै तां ਉਹਦੇ चित्त च ही नहीं आउंदा। मौत का भै तां रब दे प्यारे दे चित्त च ही नहीं आउंदा, सगों शरीर छड्डना भी उन्हां वास्ते तां परमानंद हुंदा है। कबीर जिस मरने ते जग डरे, मेरे मन आनंद, मरने ही ते पाईए पूर्ण परमानंद। क्योंकि मौत उन्हां दे चित्त विच नहीं आउंदी भी हां मर जांगे मर जांगे, उन्होंने पता ना मरदा ही नहीं, मरदा तां है ही नहीं। उन्होंने सोझी आ गई ना निज स्वरूप की, किहड़े स्वरूप की, जो माता के पेट विच आउण तो पहलां भी है ते शरीर दे छड्डण तो बाद भी है। वो निज स्वरूप जिन्होंने प्राप्ति हो चुकी है। माता के पेट विच आउण तो पहलां भी मैं जिउंदा सी, शरीर छड्डण तो बाद भी मैं जिउंदा हाँ। इस करके मरना तो चित्त चाहुंदा ही नहींगा कि मर जाएंगे ना। ये जम तां मनमुख नूं लगदा है, जन्म जन्म मरण दा, मौत भै गम चिंता फिक्र। चलो तांते बोल ना जाने माया मद माता, मरना चीत ना आवे। चीत तत्ते नूं छारीए चित्त विच, चित्त विच आउंदा ही नहींगा मौत दा भै तां ना, कि उहनूं पता है मौत है ही नहीं। मरना चीत ना आवे, वो मौत ते भी जेतू हुंदे आ, कह सकदे हो मौत ते जेतू किड्डी वड्डी जित है। मरना चीत ना आवे। मेरे राम राय तू संतां का संत तेरे, मेरे प्रभु पातशाह जीओ, राम दा अर्थ सर्व व्यापक परमेश्वर। बहुत बार दस्सिया राम ये परमात्मा जी का गुण है, ये परमात्मा का गुण है कि परमात्मा जी सारे रमे हुए है। ये रमे हुए परमात्मा के गुण नूं राम लफ्ज नाल कहा जाता है। रमे हुए नूं राम कह दिता जाता है, गुण है परमात्मा का। यह राय का अर्थ की हुंदा है? पातशाह। राम राय का अर्थ की बन गया फिर? प्रभु पातशाह। सौखे अर्थ समझ आ जाते, प्रभु पातशाह, राजां राज वाहिगुरू परमेश्वर। असली राजा तो कोई है ना, वही है मालक। को हर समान नहीं राजा, ये भूपत सब दिवस चार के झूठे करत देवाजा। ये दुनियावी भूपत का 4 दिनों का फोका दिखावा हुंदा है। फोका परमात्मा वर्गा राजा कोई नहीं। बस जिहड़ा उस मालक नाल जुड़ गया वो भी फिर राजा का राजा बन गया। जिसनों बख्शे सिफत साला, नानक पातशाही पातशाह। चलो मेरे राम राय, मेरे प्रभु पातशाह जीओ, तू संतां का संत तेरे। संतां बहुवचन, जिथे संत लफ्ज बहुवचन आ जाए उत्थे की अर्थ हुंदा है? सतसंगी जन, गुरु की समुची संगत। सतसंगियां नूं संत कहा बाणी विच बहुत थावां ते, जे ध्यान ला के सुणदे आ। प्रमाण ले लो बाणी चों, आनंद साहब च कहा आप हो संत प्यारे हो, अकथ की करां कहानी।
आवो संत प्यार, बहुवचन हो गया ना, अर्थ की बन गया, आओ सतसंगी प्यारे। तीजे पातशाह जी वन च कह रहे हैं, अकथ की कहानी करा, अकथ की करा कहानी। अकथ है जो जिसनूं बयान नहीं किया जा सकता, ਉਹਦੀ कहानी की जा सकती है। कहानी समझ के दृष्टांत, उदाहरण, एग्जैम्पल। अकथ नूं कहानी च बयान किया जा सकता है। कहानी राही कोई गल चेन विच आ जाती है। चलो ये विषा नहीं अपना, तो गल चली सी सिद्ध करना भी सतसंगियां नूं कहे, सुणन आयां नूं आवो संत प्यारे हो, सारियां नूं कहे। ये थोड़ा ना घर बार छड्ड के डेरा बना के बह गया, ना ना ना। वो तो गुरु जी कहते जति सदावें जुगत ना जाने छड्ड बहें घर बार। जिहड़ा जति कहाउंदा घर बार छड्डी फिरदा भाई, ये तो जिउण दी जुगत भी नहीं जानदा। बोलो सतनाम। ना ना, सानू गुरु जी ने ये नहीं कहा भी घर बार छड्ड दिओ, शादी नहीं कराई घर बार छड्डता भाजो को ना। हर फैसला बाणी का, जो दास बोलदा नाल दी ना बाणी दी पंक्ति उन्होंने प्रमाण दे दिंदा। खैर पहला भी बहुत बार कहा, कोई गल सानू बाणी तो बाहर लगे प्रशांता छक के सानू दस सकते हो। कई बारी भुल हो भी जाती है, भुल दा भावें गलती ध्यान च नहीं आई, तुहाडे ध्यान च आ जाए, मेरे ध्यान विच लिया दिओ, आपां सोध कर लांगे। कई बार हुंदा ना भी सुनाउण वाले नाल उच्ची सुरत की कोई गुरमुख रूह आई हुंदी है। ये गुरु नानक घर इत्थे घाटा नहीं किसी गल दा। कई बार सुनाउण वाले नाल सुणन वालिआं दे विच उच्ची बिरती दे बैठे हुंदे आ। ये नहीं ना स्टेज ते बह गया भी उही सारी संगत उच्च है ना। इदां किते ये ना समझो भी मैं कोई अत कथनी सानूं फोकी बिड़ाई दित्ती है। किन्ना कुछ मैं 15 सालां विच संगत चों सिੱਖਿਆ, किन्ना कुछ। किते ना किते कोई रूह मिल जाती है, नहीं वो दस दिंदे भी इत्थे मार खाने आ, हुशियारपुर खनी गया एक बारी, उत्थे मिल गए, 2-3 नुकते दस गए, विचों ਉਹਦੀ ਸੋਧ ਹੋ ਗਈ, ਕੋਈ ਧਿਆਨ ਚ ਨਹੀਂ ਆ ਰਹੀ ਸੀ ਗੱਲ। ਇਦਾਂ ਭਾਵ ਕੋਈ ਤੁਹਾਡੇ ਧਿਆਨ ਚ ਆ ਜਾਵੇ ਨਾ, ਉਹਨੂੰ ਐਵੇਂ ਨਾ ਇਦਾਂ ਵੀ ਚੱਲ ਕਿੱਥੇ ਕਹਾਂਗੇ ਟੋਕਾਂਗੇ ਨਾ, ਦੱਸੋ ਮੈਨੂੰ, ਆਪਾਂ ਉਹਦੀ ਸੋਧ ਕਰ ਲਾਂਗੇ। ਉਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰੂ ਤੇ ਪ੍ਰਮਾਤਮਾ ਹੀ ਆ ਭੁੱਲ ਹੈ, ਆਪਾਂ ਭੁੱਲ ਵਿੱਚ ਹੈ। ਚਲੋ ਪਰ ਫੇਰ ਨਾ ਭੁੱਲ, ਜੇ ਭੁੱਲ ਕੀ ਹੁੰਦੀ ਹੈ, ਜਿਹੜੀ ਗਲਤੀ ਧਿਆਨ ਵਿੱਚ ਨਹੀਂ ਆਉਂਦੀ। चलो रहो विचार, आओ नाल नाल विचार करते जाइए। सो सिद्ध हो गया जी बाणी तो सतसंगियां नूं संत कहा जी। बाणी तो सिद्ध सुन आई बहुवचन रूप च, आवो संत प्यारे हो, अकथ की करा कहानी। होर प्रमाण ले लो तसल्ली वास्ते, चौथे पातशाह ने भी यही कहा, संत हो सुनो, सुनो जन भाई, गुर काढ़ी बांह को कीजै, जे आत्म को सुख सुख नित लोड़ हो तां सतगुर शरण पवीजै। संत हो सुनो, बहुवचन है संत हो, भाव सतसंगी जनो सुनो, सुनने वाले कहे संत हो सुनो, सुनो जन भाई, किते कहता भाई जनो सुनो, किते संत हो कहता सतसंगियां नूं, किते भाई जन कहता। सिद्ध हो गया जी। समुची जिथे बहुवचन आ जावे उथे गुरु की समुची संगत का अर्थ हुंदा है, गुरु दे प्यारे। समुची संगत सतसंगी जन, जो सतसंग करते, जो ध्यान ला के गुरबाणी सुनना आए। चलो जिथे एक वचन होवे उथे संत सतगुरु पहला कई बार होया, जिवें सतगुर संत मिलै शांत पाइए, किल विख दुख काटे सब दूर, सतगुर संत। चलो ताते मेरे राम राए, तू संतां का संत तेरे। मेरे प्रभु पातशाह जीओ सतसंगी तेरे है ते तू सतसंगियां दा। सतसंगी तेरे है, तू सतसंगियां दे ओत पोत जुड़े है मालक ना, जो विच संगत हर प्रभ वसै जीओ। सिद्ध हो गया ना। तू संतां दा है, भाव तू संगतां दा है, सतसंगियां दा है। सतसंगी तेरे है, तू सतसंगियां दा है। एक दूजे लीन होना, जुड़ना, ओत पोत ताना पेटा। तू सतसंगियां दा मालक जी, वो सतसंगी तेरे है, तू सतसंगियां दा। क्योंकि मनमुख का कहता है ही नहीं, वो तो मन करके दूर है ना, तो हाजिर है सारे मालक, पर मनमुख मन करके दूर है। सतसंगी जुड़े है, इस करके मालक सतसंगियां दा ते सतसंगी मालक दे है। मेरे राम राए, तू संतां का संत तेरे, तेरे सेवक कौ भाव किश नाही, जम नहीं आवे मेरे रहाओ। तेरे सेवक नूं कोई भाव नहीं रह जांदा, तो सेवक बन गया तेरा। तेरे सेवक को भाव किश नाही, किसी किस्म का कोई डर नहीं उहनूं रह जांदा, किसी भी किस्म का। तेरे सेवक को भाव किश नाही, डर तां उहदे नेड़े आउंदा ही नहीं।
बस पता ही नहीं भी डर भी की चीज होंगी है। क्यों नहीं आता? क्योंकि निर्भव संग तुम्हारे वास्ते डरन कहां ते आया। जिस वेले अपने मालक नूं अंग संग महसूस किया, मालक निर्भव है तो ये निर्भव की अंश है, तो फिर निर्भव की अंश है जो जीवात्मा, फिर ये कोई डर कित्थों आ गया? डर डर के कौन मरदे वो भी दस्सिया। डर डर मरते जब जानी है दूर, जेडे अपने मालक नूं दूर जानते हैं वो डर डर के मरी जाते हैं। बोलो सतनाम श्री वाहिगुरू। डर च मरी जाते हैं। कुछ हो ना जाए डर जा लगता है, बिल्ली लंघ गई, छिक वज गई, खाली घड़ा निकल गया, बोल मारता पिछों आए हो गया, पता डरी जाती है। हन हुई बस एवं कंबी जाते, कुछ हो ना जाए, हौल जे पैंदे डर जा लगता है, खैंकी में दिन जा चढ़िया लगता है, जब ऊँ डर लगी जाता। बहुत मिलते हैं जी इतना, उवें डर लगी जाते बस। पर मालक दे जो सेवक है बस ओदे नहीं डर तां नेड़े नहीं आउंदा ना। तेरे सेवक को भौ किश नाही, जम नहीं आवे नेरे रहाओ। उन्हां दे जम तां नेड़े नहीं आउंदा। एक तां शरीर च रहिंदिआं जम लगदा है, किहड़ा जी जम? गम, चिंता, फिकर, झोरा, हौल पैंदे है, डर लगदा है। गुज्जियां चोटां मारदे ना, दिसदे तां नहीं ना ये चिंता फिकर, चोटां भी गुज्जियां अंदर, गुज्जियां चोटां लगदियां तां ते इदां ये जम लगे हुंदे ने बहुत नूं। पर चिंता फिकर झोरा, एक शरीर छड्ड के जम लगदा है, वो किहड़ा? जज्जा जन्म मम्मा मरण, जन्म मरण दा गेड़। बोलो सतनाम श्री वाहिगुरू। जन्म मरण दा गेड़। रब दे प्यारिਆਂ ਨੂੰ ਸਰੀਰ ਦੇ ਵਿੱਚ ਰਹਿੰਦਿਆਂ ਵੀ ਕਿਸੇ ਕਿਸਮ ਦਾ ਡਰ ਨੇੜੇ ਨਹੀਂ ਆਉਂਦਾ। ਉਹ ਤਾਂ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਖ ਸਵੰ। ਬੇਪਰਵਾਹ, ਲਾਪਰਵਾਹ ਨਹੀਂ ਕਿ ਦੋਨੇ ਲਫ਼ਜ਼ਾਂ ਦਾ ਫਰਕ ਹੈ ਨਾ। ਲਾਪਰਵਾਹ ਕੀ ਹੁੰਦਾ? ਜਿਹੜਾ ਡਿਊਟੀ ਤੋਂ ਪਤਾ ਹੀ ਕਰਦਾ। ਬੇਪਰਵਾਹ ਇਹ ਇੱਕ ਅੰਦਰ ਦੀ ਅਵਸਥਾ ਹੈ, ਅੰਦਰ ਦੀ ਮਸਤੀ ਹੈ ਇੱਕ। ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਖ ਸੁਆਮੀ। ਸੋ ਉਹਨਾਂ ਦੇ ਨੇੜੇ ਤਾਂ ਤੇਰੇ ਸੇਵਕ ਕੋ ਭਉ ਕਿਛ ਨਾਹੀ, जम नहीं आवे नेरे। जम तो नेड़े नहीं आता, जम नहीं आवे नेरे रहाओ। जो तेरा रंग राते स्वामी तिनका जन्म मरण। आ जम का अगे अर्थ खुल गया, हम जन्म मरण आ गया ना। देखो बाणी दस बाणी च खुली जाते हैं। जज्जा जन्म ममा मरने शॉर्ट फार्म है, जम शॉर्ट फार्म है ना। यदि फुल फॉर्म की होगी? जन्म मरण। जो तेरा रंग राते स्वामी तिनका जन्म मरण दुख नासा। बस उस शरीर च रहिंदे भी जम नहीं आया, शरीर छड्ड के भी उन्होंने जन्म मरण का गेड़ नहीं पैंदा, वो भी नाश हो गया। जो शरीर तो बाद वाला जम है वो भी निबड़ गया। शरीर च रहिंदे भी उन्होंने जम नहीं लगता नेड़े। हर गल विचों स्पष्ट हो जाती है। बाणी की आप तो लोड़ ही नहीं पैंदी, सारा कुछ बाणी च ही दर्ज है। इस करके कहते गुर की बाणी गुर ते जाती। गुरु जी की बाणी गुरु की समझ आई जाती है, बस थोड़ा ध्यान देने की लोड़ होंदी है बस। चलो तेरे सेवक को भौ किछ नाहि, जम नहीं आवे नेरे रहाओ। जो तेरा रंग राते स्वामी तिनका जन्म मरण दुख नासा। जो तेरे रंग विच रते गए मालक जीओ, जो तेरा रंग राते स्वामी तिनका जन्म मरण दुख नासा। उन्हां दा जन्म मरण दुख खत्म हो गया, नाश हो गया। तिनका जन्म मरण दुख नासा। तेरी बख्शना मेटा कोई सतगुर का दिलासा। बस ये सतगुर ने सच्चे ज्ञान ने दिलासा दे दिता कि तेरी बख्श नूं कोई मेट नहीं सकता। बस ये तेरी बख्शिश है जो ये तो अटल है, इनू कोई नहीं मेट सकता। तेरी बख्शना मेटा कोई सतगुर का दिलासा। नाम ते आयन सुख फल पायन, आठ पहर आराध हैं। तेरी शरण तेरा परवास है, पंच दुष्ट लै साध हैं। फिर कहते जेड़े तेरे नाल जुड़ गए, ये तो पहला आप समझ लिया तेरी बख्श तो कोई मेट नहीं सकता। तेरी बख्श ना मेटिया कोई सतगुर का दिलासा। नाम ते आए सुख फल पायन। जेड़े तेरे नाम नूं ध्याउंदे है वो सुख फल प्राप्त करते हैं, सुख फल आत्मक। नाम ते आए सुख फल पायन, आठ पैर आराध हैं। आठ पैर आराधते हैं। आठ पैर आराधना बहुत बार दौना च बचना, फिर सुन लो। अपने मालक नूं हर थां महसूस करना,
ਰੱਬ ਦੇ ਪਿਆਰੇ ਇਦਾਂ ਨਹੀਂ ਹੁੰਦੇ ਵੀ ਦੁਕਾਨ ਤੇ ਜਾ ਕੇ ਭੁੱਲ ਗਏ ਜਾਂ ਦਫ਼ਤਰ ਤੇ ਜਾ ਕੇ ਭੁੱਲ ਗਏ ਜਾਂ ਮੈਰਿਜ ਪੈਲਸ 'ਚ ਜਾ ਕੇ ਭੁੱਲ ਗਏ। ਤਿੰਨ ਥਾਂ ਮੈਂ ਤਾਂ ਨਾਂ ਲੈਣਾ, ਉਹਨੇ ਗੱਲ ਤਾਂ ਹਰ ਥਾਂ ਦੀ ਹੈ, ਪਰ ਇਹ 3 ਥਾਵਾਂ ਦਾ ਨਾਂ ਤਾਂ ਲੈਣਾ ਪੈਂਦਾ ਵੀ ਇਹਨਾਂ ਥਾਵਾਂ ਤੇ ਜਾ ਕੇ ਰੱਬ ਨੂੰ ਕੋਈ ਯਾਦ ਰੱਖਦਾ। ਕੋਈ ਦੁਕਾਨ ਤੇ ਜਾ ਕੇ ਭੁੱਲ ਜਾਂਦਾ, ਕੋਈ ਦਫ਼ਤਰ 'ਚ ਜਾ ਕੇ ਭੁੱਲ ਜਾਂਦਾ। ਤੁਹਾਨੂੰ ਸਮਝ ਗਏ ਨਾ। ਤੇ ਮੈਰਿਜ ਪੈਲਸ ਵਿੱਚ ਤਾਂ ਇਹ ਗੱਲ ਕਹਿੰਦੇ ਮੈਨੂੰ ਮਾਫ ਕਰ ਦਿਓ, ਕਈ ਬਸ਼ਰਮਾਂ ਦਾ ਟੋਲਾ ਹੀ ਬਣ ਜਾਂਦੇ ਆ। ਬੋਲੋ ਸਤਨਾਮ। ਲਾੜੇ ਸ਼ਰਾਬਾਂ ਨਾਲ ਭੇਜਦੇ ਨੇ ਡੀਜੇ ਤੇ, ਬਾਂਦਰ ਟਪੂਸੀਆਂ, ਬੀਬੇ ਨਾਲ ਚੁੰਨੀਆਂ ਗਵਾ ਚਿੰਨੀਆਂ ਟਪੂਸੀਆਂ ਮਾਰਦਿਆਂ ਨੂੰ ਪਤਾ ਨਹੀਂ ਕੌਣ ਕਿਹਦੇ ਹੱਥ ਫੜ ਕੇ ਟਪੂਸੀਆਂ ਮਾਰੀ ਜਾਂਦਾ, ਜਮੀ ਲੈ ਜਾਂਦੀ ਹੈ। ਮਾਫ ਕਰਨਾ ਕਹਿੰਦੇ ਜਲੂਸ ਨਿਕਲਦਾ। ਚਲੋ 8 ਪਹਿਰ ਭਾਵ ਹਰ ਥਾਂ ਉਹ ਪ੍ਰਮਾਤਮਾ ਦੇ ਭੈ 'ਚ ਰਹਿੰਦੇ ਆ। ਰੱਬ ਦੇ ਜਿਹੜੇ ਪਿਆਰੇ ਦੀ ਨਿਸ਼ਾਨੀ ਇਹੀ ਹੈ। ਜੇ ਜਾਨੀ ਕਿ ਇਹ ਮੰਨ ਲਿਆ ਤਾਂ ਜਿਉਂਦਾ ਚ ਆਖਾਂ ਜੀਵਾਂ ਬਿਸਰੈ ਮਰ ਜਾਉ। ਇਹਦੇ ਆਪਾਂ ਅਰਥ ਵੀ ਬਹੁਤ ਵਾਰ ਕੀਤੀ ਹੈ। ਦੀਵਾਨਾਂ 'ਚ ਕੋਈ ਦੀਵਾਨ ਲੱਗਦੇ ਰਹਿੰਦੇ ਆ, ਹਰ ਗੱਲ ਹਰ ਦੀਵਾਨ 'ਚ ਹੁੰਦੀ ਰਹਿੰਦੀ ਹੈ। ਜੇ ਤਾਂ ਇਹ ਹੁਣ ਇਕੱਲਾ ਜੀਵ ਨਾ ਕਹਿਣ ਦਾ ਭਾਵ ਨਹੀਂ, ਜੇ ਤਾਂ ਮਨ ਕਰਕੇ ਮੰਨ ਲਿਆ, ਮਨ ਕਹਿੰਦਾ ਹੈ, ਮਨ ਕਰਕੇ ਆਖਦਾ ਵੀ ਹਾਂ ਸਾਰੇ ਹਾਜ਼ਰ ਹੈ ਮਾਲਕ, ਹਰ ਥਾਂ ਨੂੰ ਮਹਿਸੂਸ ਕਰਦਾ ਹਾਂ। ਜਿਣ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤੇ ਸਹੇ ਧਿਆਈ। ਜਿਹਨੇ ਤੇਰੀ ਬਣਤ ਬਣਾਈ ਆ ਨਾ, ਉੱਠਦੇ ਬਹਿੰਦੇ ਸਦਾ ਹੀ ਉਹਨੂੰ ਧਿਆਨ ਵਿੱਚ ਰੱਖਣਾ ਹੈ। ਉੱਠਦੇ ਬਹਿੰਦੇ ਦਾ ਭਾਵ ਜਿੱਥੇ ਵੀ ਅਸੀਂ ਵਿਚਰ ਰਹੇ ਹਾਂ ਜ਼ਿੰਦਗੀ 'ਚ, ਉੱਠਦੇ ਬਹਿੰਦੇ ਦਾ ਭਾਵ ਅਰਥ ਹੀ ਲਵਾਂਗੇ ਨਾ ਵੀ ਜਿੱਥੇ ਵੀ ਵਿਚਰ ਰਹੇ ਹਾਂ, ਜਿਸ ਵੀ ਥਾਂ ਤੇ ਹਾਂ, ਹਰ ਥਾਂ ਤੇ ਉਹਨੂੰ ਧਿਆਨ 'ਚ ਰੱਖਣਾ, ਹਰ ਥਾਂ ਤੇ ਉਹਨੂੰ ਧਿਆਨ ਵਿੱਚ ਰੱਖਣਾ ਹੈ। ਇਹ ਇਸੇ ਨੂੰ ਕਿਹਾ ਜਾਂਦਾ ਹੈ ਕਿ ਜੇ ਹਰ ਥਾਂ ਦੇ ਉੱਤੇ ਤੂੰ ਉਹਨੂੰ ਵੀ ਹਾਂ ਮੇਰਾ ਮਾਲਕ ਮੇਰੇ ਕੋਲ ਹੈ, ਹਾਜ਼ਰ ਹੈ। ਅੱਖਾਂ ਜੀਵਾਂ ਜੇ ਤਾਂ ਕਹਿੰਦਾ ਹਾਂ ਮੇਰੇ ਕੋਲੇ ਆ ਹਰ ਵੇਲੇ, ਹਰ ਥਾਂ ਮਹਿਸੂਸ ਕਰਦਾ ਹਾਂ, ਜਿਉਂਦਿਆਂ ਵਿੱਚ ਹਾਂ, ਫਿਰ ਮੈਂ ਆਤਮਿਕ ਜੀਵਨ ਵਿਸਰੈ ਮਰ ਜਾਊਂ। ਵਿਸਰ ਜਾਂਦਾ ਹਾਂ, ਮਰ ਜਾਂਦਾ ਹਾਂ। ਆਪਣੇ ਅੰਦਰ ਆਪਾਂ ਸਾਰਿਆਂ ਨੇ ਨਿਗਾਹ ਮਾਰਨੀ ਹੈ ਵੀ ਕਿਤੇ ਮੈਂ ਮਰ ਤਾਂ ਨਹੀਂ ਜਾਂਦਾ ਦੁਕਾਨ ਤੇ ਜਾ ਕੇ। ਮਾਫ ਕਰਨਾ, ਹੁਣ ਕੋਈ ਦੁਕਾਨ ਤੇ ਜਾ ਕੇ ਮਰ ਜਾਂਦਾ, ਦੁਕਾਨ ਤੇ ਜਾ ਕੇ ਮਰ ਜਾਂਦਾ ਹਾਂ, ਦਫ਼ਤਰ ਵਿੱਚ ਜਾ ਕੇ ਮਰ ਜਾਂਦਾ ਹਾਂ, ਮੈਰਿਜ ਪੈਲਸ ਵਿੱਚ ਜਾ ਕੇ ਮਰ ਜਾਂਦਾ ਹਾਂ, ਕਿਉਂਕਿ ਮੇਰਾ ਮਨ ਮੰਨਦਾ ਹੀ ਨਹੀਂਗਾ। ਮਨ ਮੰਨੇ ਹੀ ਨਹੀਂ ਹਲੇ ਪ੍ਰਮਾਤਮਾ ਨੂੰ। ਤੇ ਜੇ ਕਿਤੇ ਮੰਨ ਲਿਆ ਫਿਰ ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਮਨ ਵਿੱਚ ਵਸਣ ਦੀ ਗੱਲ ਹੈ। ਸਰਵ ਵਿਆਪਕ ਮਨ 'ਚ ਵਸ ਗਿਆ, ਉਹ ਫਿਰ ਵਿਸ਼ੇ ਵਿਕਾਰਾਂ ਤੋਂ ਠੱਗੇ ਨਹੀਂ ਜਾਂਦੇ। ਉਹ ਨਾ ਉਹ ਫਿਰ ਨਾ ਰਿਸ਼ਵਤਖੋਰੀ ਕਰਨ, ਨਾ ਮਿਲਾਵਟਬਾਜ਼ੀ ਕਰਨ, ਨਾ ਬਦਫੈਲੀਆਂ ਕਰਨ। ਉਹ ਕਦੋਂ ਠੱਗੇ ਜਾਂਦੇ ਆ ਵਿਕਾਰਾਂ ਹੱਥੋਂ? ਉਹ ਨਹੀਂ ਠੱਗਿਆ ਜਾਂਦਾ। ਨਾ ਉਹ ਮਰੇ, ਨਾ ਉਹ ਆਤਮਿਕ ਮੌਤ, ਜ਼ਮੀਰ ਦੀ ਮੌਤ ਨਹੀਂ ਮਰਦੇ ਉਹ। ਬਈ ਸਰੀਰਕ ਮੌਤ ਇਹ ਤਾਂ ਇੱਕ ਅਟੱਲ ਸੱਚਾਈ ਹੈ। ਹੁਣ ਇੱਥੇ ਕਿਹੜੀ ਮੌਤ ਦੀ ਗੱਲ ਕੀਤੀ ਹੈ? ਨਾ ਉਹ ਮਰੇ, ਨਾ ਉਹ ਮਰਦੇ ਆ, ਨਾ ਠੱਗੇ ਜਾਂਦੇ ਆ। ਭਾਵ ਉਹ ਜ਼ਮੀਰ ਦੀ ਮੌਤ ਨਹੀਂ ਮਰਦੇ। ਇਹ ਨਹੀਂ ਵੀ ਦੁਕਾਨ ਤੇ ਜਾ ਕੇ ਮਰ ਗਏ, ਦਫ਼ਤਰ 'ਚ ਜਾ ਕੇ ਮਰ ਗਏ। ਇਹ ਗੱਲ ਕਹਿੰਦੇ ਆ, ਮਾਫ ਕਰ ਦੇਣਾ, ਬਿਰਲਿਆਂ ਨੂੰ ਛੱਡ ਕੇ। ਬਿਰਲੇ ਰੱਬ ਦੇ ਪਿਆਰੇ, ਠੀਕ ਹੈ, ਕੋਈ ਦੁਕਾਨਦਾਰ ਵੀ, ਮੁਲਾਜ਼ਮ ਵੀ ਏਦਾਂ। ਬਿਰਲਿਆਂ ਨੂੰ ਛੱਡ ਕੇ ਦੁਕਾਨਾਂ ਤੇ ਮੁਰਦੇ ਬੈਠੇ ਆ। ਬਿਰਲਿਆਂ ਨੂੰ ਛੱਡ ਕੇ ਕਹਤਾ ਮੁਰਦੇ, ਕਿਉਂਕਿ ਰੱਬ ਨੂੰ ਭੁੱਲਿਆ ਹੋਇਆ ਮੁਰਦਾ ਹੈ, ਜ਼ਮੀਰ ਦੀ ਮੌਤ ਮਰਿਆ ਹੋਇਆ ਹੈ। ਤੇ ਮੁਰਦਿਆਂ ਦੇ ਕੰਮ ਹੀ ਹੈ ਨਾ ਫਿਰ ਮਿਲਾਵਟਬਾਜ਼ੀਆਂ ਕਰਨੀਆਂ, ਛਲ ਕਪਟ ਕਰਨੇ। ਦਫ਼ਤਰਾਂ ਦੇ ਵਿੱਚ ਬਿਰਲਿਆਂ ਨੂੰ ਛੱਡ ਕੇ ਮੁਰਦੇ ਬੈਠੇ ਹੈ। ਇਸੇ ਕਰਕੇ ਦਫ਼ਤਰਾਂ ਵਿੱਚੋਂ ਰਿਸ਼ਵਤਖੋਰੀ ਦੀ ਬਦਬੂ ਮਾਰਦੀ ਹੈ। ਲਾਸ਼ਾਂ ਕੋਲੋਂ ਕੀ ਉੱਠਦਾ ਹੁੰਦਾ? ਬਦਬੂ ਹੀ ਉੱਠਦੀ ਹੁੰਦੀ ਹੈ। ਬੋਲੋ ਸਤਨਾਮ। ਦੁਕਾਨਾਂ ਤੋਂ ਮਿਲਾਵਟਬਾਜ਼ੀ ਦੀ ਬਦਬੂ ਮਾਰਦੀ ਹੈ। ਮੈਰਿਜ ਪੈਲਸਾਂ ਨੂੰ ਹੱਡਖਾਨਾ ਬਣਾਤਾ ਸ਼ਰਾਬਾਂ ਦੀਆਂ ਬਦਬੂ, ਕਿਉਂ? ਮੁਰਦੇ ਲਾਸ਼ਾਂ ਤੁਰੀਆਂ ਫਿਰਦੀਆਂ। ਬੋਲੋ ਸਤਨਾਮ। ਹਰ ਫੈਸਲਾ ਬਾਣੀ ਦਾ ਜੀ, ਬਾਣੀ ਨੇ ਮੁਰਦੇ ਮੰਨਿਆ ਜੀ। ਜਿਹੜਾ ਰੱਬ ਨੂੰ ਭੁੱਲਿਆ, ਬਦਫੈਲੀਆਂ ਕਰਦਾ ਫਿਰਦਾ, ਬਸ ਉਹ ਲੋਥਾਂ ਤੁਰੀਆਂ ਫਿਰਦੀਆਂ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਹੋਰ ਪ੍ਰਮਾਣ ਲੈ ਲਓ, ਉਹ ਜਿਉਂਦਿਆਂ ਚ ਹੈ ਜਿਹਦੇ ਮਨ ਚ ਵਸਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਗੁਰੂ ਬਾਬਾ ਜੀ ਕਹਿੰਦੇ ਭਾਈ ਹੋਰ ਕੋਈ ਨਹੀਂ ਜਿਉਂਦਾ, ਨਾਨਕ ਅਵਰ ਨਾ ਜੀ। ਬਾਣੀ ਤੇ ਫੈਸਲੇ ਸਾਰੇ, ਬਾਕੀ ਜਿਉਂਦੇ ਨਹੀਂ, ਤਾਂ ਜ਼ਮੀਰ ਮਰੀ ਵਾਲੀਆਂ ਲੋਥਾਂ ਤੁਰੀਆਂ ਫਿਰਦੀਆਂ। ਇਸ ਕਰਕੇ ਜੇ ਤਾਂ ਮੈਂ ਕਹਿੰਦਾ ਹਾਂ ਮੇਰਾ ਮਾਲਕ ਮੇਰੇ ਕੋਲ ਹੀ ਹੈ ਹਰ ਵੇਲੇ, ਮੈਂ ਜਿਉਂਦਾ ਹਾਂ, ਮੈਨੂੰ ਜੀਵਨ ਮਿਲ ਗਿਆ, ਜੀਵਨ ਮਿਲ ਗਿਆ, ਜੀਵਨੋਂ ਮੈਂ ਜੀਵਨ ਪਾਇਆ, ਜੀਵਨ ਮਿਲ ਗਿਆ ਮੈਨੂੰ, ਨਹੀਂ ਤਾਂ ਮੈਂ ਮੁਰਦਾ ਹਾਂ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾ। ਕਹਿਣਾ ਔਖਾ ਹੈ ਵੀ ਸੱਚੇ ਦੀ ਹੋਂਦ ਸਾਰੇ ਹਾਜ਼ਰ ਹੈ, ਹਾਜ਼ਰ ਹੈ ਸਾਰੇ। ਕੱਲਾ ਇਹ ਨਹੀਂ, ਇਹਦਾ ਅਰਥ ਇਹ ਨਹੀਂ ਵੀ ਜੀਵ ਦੇ ਨਾਲ ਜਾਣੀ ਕਿ ਕਹਿਣਾ ਔਖਾ ਹੈ। ਨਾ ਨਾ ਨਾ, ਉਹ ਕੋਈ ਔਖਾ ਨਹੀਂ।
ਬਾਣੀ ਦੇ ਗਹਿਰੇ ਅਰਥ ਹੁੰਦੇ ਆ। ਇਹਦਾ ਅਰਥ ਇਹ ਨਹੀਂ ਵੀ ਇਦਾਂ ਔਖਾ ਕਹਿਣਾ। ਕਹਿ ਕੇ ਦਿਖਾਵਾਂ ਤੁਹਾਨੂੰ, ਆ ਦੇਖ, ਵਾਹਿਗੁਰੂ 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 ਵਾਹਿਗੁਰੂ। ਇਹ ਤਾਂ ਇੱਕ ਸਾਹ 'ਚ ਮੈਂ ਕਿੰਨੇ ਵਾਰੀ ਕਹਿਤਾ, ਤਾਂ ਕੋਈ ਔਖਾ ਨਹੀਂ। ਐਂ ਕਹਿਣਾ ਤਾਂ ਕੋਈ ਔਖਾ ਨਹੀਂ, ਮਨ ਕਰਕੇ ਉਹਨੂੰ ਮੰਨਣਾ ਔਖਾ ਹੈ। ਇਦਾਂ ਕਹਿਣਾ ਵੀ ਮੇਰੇ ਕੋਲ ਹੀ ਹੈ ਹਰ ਥਾਂ, ਹਰ ਥਾਂ ਤੇ ਉਹਦੀ ਹੋਂਦ ਨੂੰ ਮੰਨਣਾ ਔਖਾ ਹੈ। ਦੁਕਾਨ ਤੇ ਗਾਹਕ ਵਿੱਚੋਂ ਰੱਬ ਵੇਖਣਾ ਬਹੁਤ ਔਖਾ ਹੈ। ਦਫ਼ਤਰ ਵਿੱਚ ਕੋਈ ਕੰਮ ਕਰਾਉਣ ਆ ਗਿਆ, ਇਹ ਕਹਿਣਾ ਬਹੁਤ ਔਖਾ ਹੈ ਵੀ ਵਾਹਿਗੁਰੂ ਆ ਗਿਆ। ਕਿਉਂਕਿ ਜੇ ਇਹ ਕਹਿਤਾ ਮੈਂ ਵਾਹਿਗੁਰੂ, ਕਿ ਉਹ ਸਾਰਿਆਂ 'ਚੋਂ ਹੀ ਵੱਸਦਾ ਹੈ, ਫਿਰ ਮੈਂ ਵਾਹਿਗੁਰੂ ਤੋਂ ਰਿਸ਼ਵਤ ਕਿਵੇਂ ਲਊਂਗਾ? ਬੋਲੋ ਸਤਨਾਮ। ਬਹੁਤ ਔਖਾ ਹੈ ਜੀ, ਅਰਥ ਬਾਣੀ ਦੇ ਬਹੁਤ ਔਖਾ ਹੈ। ਮੈਰਿਜ ਪੈਲਸ ਵਿੱਚ ਰੱਬ ਨੂੰ ਮੰਨਣਾ ਬਹੁਤ ਔਖਾ ਹੈ। ਜਿਹੜੇ ਮੰਨਦੇ ਆ ਧਰਮੀ ਹੈ, ਇਹ ਔਖੀ ਹੈ, ਔਖਾ। ਕਿਉਂ? ਬਦਫੈਲੀਆਂ ਛੱਡਣੀਆਂ ਔਖੀਆਂ ਨੇ ਨਾ, ਛੱਡਦੇ ਨਹੀਂ ਬਸ, ਉਹ ਔਖੇ ਦਾ ਭਾਵ। ਇਸ ਕਰਕੇ ਕਹਿਣ ਦਾ ਭਾਵ ਗੁਰਬਾਣੀ ਦੇ ਗਹਿਰੇ ਅਰਥ ਹੁੰਦੇ ਨੇ, ਭਾਵ ਅਰਥ ਹੁੰਦੇ ਨੇ, ਅੱਖਰੀ ਅਰਥ ਨਹੀਂ ਹੁੰਦੇ। ਸਤਿਗੁਰਾਂ ਦੇ ਬਚਨਾਂ ਦੇ, ਸਤਿਪੁਰਸ਼ਾਂ ਦੇ ਬਚਨਾਂ ਦੇ ਭਾਵ ਅਰਥ ਹੁੰਦੇ ਆ। ਅੱਖਰੀ ਅਰਥ ਤੋਂ ਕੁਝ ਵੀ ਪੱਲੇ ਨਹੀਂ ਪੈਂਦਾ ਹੁੰਦਾ। ਕਈ ਵਾਰ ਦੱਸਿਆ ਦੀਵਾਨਾਂ 'ਚ ਕਿ ਬਹੁਤੇ ਅੱਖਰੀ ਅਰਥਾਂ 'ਤੇ ਰੁਕ ਜਾਂਦੇ ਨੇ ਨਾ। ਇਹ ਕਿਹਾ ਜਾ ਸਕਦਾ ਹੈ ਵੀ ਭਾਵ ਅਰਥ ਨੂੰ ਸਮਝਣ ਵਾਸਤੇ ਅੱਖਰੀ ਅਰਥ ਪਤਾ ਹੋਣਾ ਚਾਹੀਦਾ। ਵੀ ਜੇ ਕਿਤੇ ਅੱਖਰੀ ਅਰਥ ਹੀ ਸਮਝ 'ਚ ਨਾ ਆਵੇ ਤੇ ਭਾਵ ਅਰਥ ਕਿੱਥੋਂ ਸਮਝ ਆਊ? ਜਿਵੇਂ ਇੱਕ ਦੋ ਉਦਾਹਰਨਾਂ ਦੇ ਮੌਕੇ ਤੇ ਗੱਲ ਆ ਗਈ। ਗੱਲ ਸਮਝਣ ਵਾਸਤੇ ਵੀ ਬਾਣੀ ਦੇ ਭਾਵ ਅਰਥ ਹੁੰਦੇ ਨੇ, ਅੱਖਰੀ ਅਰਥ ਨਹੀਂ। ਜਿਸ ਤਰ੍ਹਾਂ ਹੁਣ ਗੁਰਬਾਣੀ 'ਚ ਵਚਨ ਹੈ, ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ। ਅੱਖਰੀ ਅਰਥ ਕੀ ਬਣ ਗਿਆ? ਘਰ ਦੀ ਬਿੱਲੀ, ਘਰ ਦੀ ਬਿੱਲੀ ਨੇ ਹੋਰ ਹੀ ਤਰ੍ਹਾਂ ਦੀ ਸਿੱਖਿਆ ਲੈ ਲਈ। ਕਿੱਦਾਂ ਦੀ ਸਿੱਖਿਆ ਲੈ ਲਈ? ਘਰ ਦੀ ਬਿੱਲੀ ਨੇ ਮੂਸਾ ਚੂਹੇ ਨੂੰ, ਕਹਿੰਦੇ ਅੱਖਰੀ ਅਰਥ ਪਤਾ ਹੋਣਾ ਚਾਹੀਦਾ ਨਾ, ਚੂਹਾ। ਕਹਿੰਦੇ ਘਰ ਦੀ ਬਿੱਲੀ ਨੇ ਹੋਰ ਹੀ ਸਿੱਖਿਆ ਲੈ ਲਈ, ਇਹ ਚੂਹਿਆਂ ਤੋਂ ਡਰਨ ਲੱਗ ਗਈ। ਮੂਸਾ ਦੇਖ ਡਰਾਈ ਰੇ, ਘਰ ਦੀ ਬਿੱਲੀ ਚੂਹਿਆਂ ਤੋਂ ਡਰਨ ਲੱਗ ਗਈ। ਅੱਖਰੀ ਅਰਥ ਬਣ ਗਿਆ। ਲੈ ਜੇ ਇਹਦਾ ਭਾਵ ਅਰਥ ਨਾ ਕਰੀਏ ਕੀ ਗਿਆਨ ਮਿਲੂ? ਗਿਆਨ ਤਾਂ ਕੀ ਮਿਲਣਾ? ਤੁਹਾਡੇ ਮਨ ਵਿੱਚ ਐਂ ਜੇ ਲੱਗੂ ਵੀ ਇਹ ਤਾਂ ਯਾਰ ਬਾਣੀ 'ਚ ਉਲਟ ਜੀ ਗੱਲ ਲਿਖੀ ਹੋਈ ਹੈ। ਬਿੱਲੀ ਤਾਂ ਪੈਂਦਾ ਚੂਹਿਆਂ ਨੂੰ, ਭੱਜ ਭੱਜ ਚੂਹਿਆਂ ਤੋਂ ਡਰਦੀ। ਸਕਦੇ ਸੁਣੀ ਹੈ ਬਿੱਲੀ? ਸੋਚੋ, ਆਪਣੇ ਮਨ 'ਚ ਐਂ ਲੱਗੂ ਨਾ। ਸੋ ਏਦਾਂ ਕਹਿਣ ਦਾ ਭਾਵ ਵੀ ਅੱਖਰੀ ਅਰਥ ਤੋਂ ਕੀ ਮਿਲਿਆ? ਕੁਛ ਨਹੀਂ। ਜਦੋਂ ਭਾਵ ਅਰਥ ਕਰਾਂਗੇ ਬਹੁਤ ਗਿਆਨ ਮਿਲੂ। ਘਰ ਦੀ ਬਿੱਲੀ ਕੀ ਹੈ ਜੀ? ਸਰੀਰਕ ਸੁਰਤ। ਗਿਆਨ ਤੋਂ ਬਿਨਾਂ ਆਪਣੀ ਸੁਰਤ ਕਿਹੋ ਜਿਹੀ ਹੈ? ਲਲਚਾਈਆਂ ਅੱਖਾਂ ਨਾਲ ਵੇਖਦੇ ਆ, ਪਰਾਏ ਤਨ ਵੱਲ, ਪਰਾਏ ਧਨ ਵੱਲ। ਆ ਵੀ ਮੇਰੇ ਕੋਲ ਹੋਵੇ, ਆ ਵੀ ਮੇਰੇ ਕੋਲ ਹੋਵੇ। ਬਿੱਲੀ ਨੂੰ ਚੁੰਬੜਨ ਦਾ ਚੂਹੇ ਨੂੰ ਐਂ ਆਪਣੀ ਸੁਰਤ ਚੁੰਬੜਦੀ ਹੈਗੀ। ਹਾਂਜੀ, ਪਰਾਏ ਧਨ ਨੂੰ ਚੁੰਬੜਦੀ ਨਹੀਂ? ਦੱਸੋ। ਸੁਰਤ ਕਰਕੇ ਜੇ ਹੱਥ ਤਾਂ ਬਾਅਦ 'ਚ ਪਹੁੰਚਦੇ ਆ, ਪਹਿਲਾਂ ਸੁਰਤ ਸੰਗ ਕਰਦੀ ਹੈ। ਬੋਲੋ ਸਤਨਾਮ। ਹਾਂਜੀ, ਸੁਰਤ ਨੇ ਤਾਂ ਪਹਿਲਾਂ ਹੀ ਕਰ ਚੁੱਕਿਆ ਸੰਗ, ਹੱਥ ਤਾਂ ਬਹੁਤ ਬਾਅਦ 'ਚ ਪਹੁੰਚਦੇ ਆ। ਹਾਂ, ਕਈਆਂ ਦੇ ਹੱਥ ਜਾਨੀ ਕਿ ਕੋਈ ਕਾਨੂੰਨ ਦਾ ਡਰ, ਭੈਂ ਦਾ ਡਰ, ਹੋਰ ਦਾ ਰੁਕ ਵੀ ਜਾਂਦੇ ਨੇ, ਪਰ ਸੁਰਤ ਤਾਂ ਬਿਰਲੇ ਬਿਰਲੇ ਦੀ ਰੁਕਦੀ ਹੈ। ਉਹ ਹੱਥ ਤਾਂ ਕਈ ਵਾਰੀ ਛਿੱਤਰਾਂ ਤੋਂ ਡਰਦੇ ਰੁਕ ਜਾਂਦੇ ਹੈ। ਬੋਲੋ ਸਤਨਾਮ। ਹਾਂਜੀ, ਬਿੱਲੀ ਇਹ ਹਾਲਤ ਹੈ ਆਪਣੀ। ਪਰ ਜਦੋਂ ਜੁੜ ਗਏ ਫੇਰ ਨਹੀਂ ਇਹ ਹਾਲਤ ਹੈ ਕਿ ਮਨੁੱਖ ਥੋੜਾ ਹੈ, ਬਿੱਲੀ ਹੈ। ਬਿੱਲੀ ਦੇਖਦੀ ਅੱਖਾਂ ਰਾਹੀਂ ਅੰਦਰਲੀ ਬਿੱਲੀ ਵੇਖਦੀ ਹੈ ਕਿ ਚੁੰਬੜ ਜਾਵਾਂ ਨੂੰ, ਚੂਹਿਆਂ ਵੱਲ ਵੇਖਦੀ ਹੈ ਨਾ ਬਿੱਲੀ ਲਚਾਈਆਂ ਅੱਖਾਂ ਦੇ ਨਾਲ। ਏਦਾਂ ਸਾਡੀ ਸੁਰਤ ਹੈ। ਇੱਕ ਵਾਰ ਜੋ ਕਿੱਡਾ ਗਿਆਨ ਮਿਲ ਗਿਆ ਦੇਖੋ। ਘਰ ਕੀ ਬਲਾਈ। ਪਰ ਹੁਣ ਕੀ ਹੋਇਆ? ਜਦੋਂ ਗੁਰਬਾਣੀ ਸੁਣ ਲਈ ਨਾ, ਇਹ ਘਰ ਦੀ ਬਿੱਲੀ ਨੇ ਹੋਰ ਸਿੱਖਿਆ ਲੈ ਲਈ। ਭਾਵ ਸੁਰਤ ਵਿੱਚ ਬਦਲਾਅ ਆ ਗਿਆ। ਸੁਰਤ ਦਾ ਬਦਲਾ। ਕੀ ਸਿੱਖਿਆ ਲੈ ਲਈ? ਮੂਸਾ ਦੇਖ ਡਰਾਈ ਰੇ। ਪਹਿਲਾਂ ਬਿੱਲੀ ਵਾਲੀ ਸੁਰਤ ਵਿੱਚ ਚੂਹਿਆਂ ਨੂੰ ਭੱਜ ਪੈਂਦੇ ਬਿੱਲੀ, ਹੁਣ ਚੂਹਿਆਂ ਤੋਂ ਪਰਾਈ ਅਮਾਨਤ ਤੋਂ ਪਿੱਛੇ ਹਟਣ ਲੱਗ ਗਈ। ਹੁਣ ਸੁਰਤ ਨੇ ਪਰਾਏ ਤਨ ਤੇ ਧਨ ਦੀ ਪਕੜ ਛੱਡ ਦਿੱਤੀ। ਬੋਲੋ ਸਤਨਾਮ। ਹੁਣ ਬ੍ਰਹਮ ਵਿਰਤੀ ਹੋ ਗਈ। ਪਹਿਲਾਂ ਚੰਡਾਲ ਵਿਰਤੀ ਸੀ, ਹੁਣ ਬ੍ਰਹਮ ਵਿਰਤੀ ਹੋ ਗਈ, ਪਕੜ ਛੱਡਤੀ। ਤੇ ਭਗਤ ਨਾਮਦੇਵ ਜੀ ਮਹਾਰਾਜ ਨੇ ਕਹਿਤਾ, ਪਰ ਧਨ ਪਰਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ। ਜਿਹਨੇ ਪਰਾਏ ਤਨ ਤੇ ਪਰਾਏ ਧਨ ਦਾ ਖਿਆਲ ਛੱਡਤਾ, ਰੱਬ ਉਹਦੇ ਨੇੜੇ ਹੀ ਹੈ। ਬੋਲੋ ਸਤਨਾਮ। ਦੂਰ ਕੌਣ ਹੈ? ਸਾਡੀ ਬਿੱਲੀ ਵਾਲੀ ਵਿਰਤੀ ਹੈ। ਫਿਰ ਕਹਿੰਦੇ ਦੂਰ ਨਹੀਂ। ਤਾਂ ਤੇ ਏਦਾਂ ਇਹ ਨੇ ਗੁਰਬਾਣੀ ਦੇ ਭਾਵ ਅਰਥ। ਤੇ ਜਦੋਂ ਭਾਵ ਅਰਥ ਸੁਰਤ ਜੁੜੂ ਨਾ, ਫਿਰ ਰਸ ਬਣਦਾ ਹੈ। ਇਹ ਪਹਿਲੀ ਸਮਝਣਾ ਮਹਾ ਆਨੰਦ ਗੁਰ ਸ਼ਬਦ ਵਿਚਾਰ।
ਫੇਰ ਰਸ ਬਣਦਾ ਹੈ। ਸੋ ਇਦਾਂ ਅਸੀਂ ਸਮਝ ਲਿਆ ਵੀ ਗੁਰਬਾਣੀ ਦੇ ਭਾਵ ਅਰਥ ਹੁੰਦੇ ਆ, ਇੱਕ ਇੱਕ ਵਚਨ ਦਾ ਭਾਵ ਅਰਥ। ਇੱਕ ਦੋ ਹੋਰ ਪ੍ਰਮਾਣ ਲੈ ਲਓ, ਇਹ ਤਾਂ ਆਪਾਂ ਸਮਝ ਲਿਆ। ਜਿਵੇਂ ਬਾਣੀ ਵਿੱਚ ਵਚਨ ਹੈ ਹੁਣ, ਕਬੀਰ ਹਰ ਕਾ ਸਿਮਰਨ ਛਾੜਕੈ ਅਹੋਈ ਰਾਖੈ ਨਾਰ, ਗਦ ਹੀ ਹੋਇ ਕੈ ਔਤਰੈ ਭਾਰ ਸਹੈ ਮਨ ਚਾਰ। ਇੱਕ ਗੱਲ ਇਹ ਯਾਦ ਰੱਖਿਓ ਵੀ ਗੁਰਬਾਣੀ ਦਾ ਹਰ ਵਚਨ ਇਸਤਰੀ ਪੁਰਸ਼ ਵਾਸਤੇ ਸਾਂਝਾ ਹੈ। ਹੁਣ ਅੱਖੀਂ ਹੱਥ ਤੋਂ ਐਂ ਜੇ ਲੱਗੂ ਵੀ ਇਹ ਗੱਲ ਸਿਰਫ ਇਸਤਰੀਆਂ ਵਾਸਤੇ ਹੈ, ਏਦਾਂ ਲੱਗੂ ਨਾ। ਸੰਬੋਧਨ ਇਸਤਰੀ ਨੂੰ ਕੀਤਾ ਵੱਖਰੀ ਗੱਲ ਹੈ, ਪਰ ਗੁਰਬਾਣੀ ਦਾ ਹਰ ਵਚਨ ਮਨੁੱਖ ਮਾਤਰ ਵਾਸਤੇ ਹੈ। ਹਰ ਵਚਨ ਉਹ ਭਾਵ ਅਰਥ ਦੋਨੇ ਪਾਸੇ ਲੈਣਾ ਹੁੰਦਾ। ਹੁਣ ਇੱਥੇ ਸੰਬੋਧਨ ਇਸਤਰੀ ਨੂੰ ਕੀਤਾ, ਸੰਬੋਧਨ ਕੀਤਾ, ਪਰ ਗਿਆਨ ਸਾਰਿਆਂ ਵਾਸਤੇ ਹੈ, ਫਿਰ ਨਾ ਭੁੱਲ ਜਿਓ। ਹੁਣ ਪਹਿਲਾਂ ਸਮਝੋ, ਕਹਿੰਦੇ ਜੋ ਇਸਤਰੀ ਇੱਥੇ ਸੰਬੋਧਨ ਕੀਤਾ ਜਾ ਰਿਹਾ ਇਸਤਰੀ ਨੂੰ, ਸਿਰਫ ਇਸ ਸ਼ਲੋਕ ਦਾ ਗਿਆਨ ਪੁਰਸ਼ਾਂ ਵਾਸਤੇ ਵੀ ਹੈ। ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜਕੈ ਅਹੋਈ ਰਾਖੈ ਨਾਰ। ਜਿਹੜੀ ਇਸਤਰੀ ਪਰਮਾਤਮਾ ਦਾ ਸਿਮਰਨ ਛੱਡ ਕੇ ਅਹੋਈ ਦਾ ਵਰਤ ਰੱਖਦੀ ਹੈ, ਅਹੋਈ ਜਿਹੜੀ ਹੋਈ ਹੋਈ ਨਹੀਂ, ਅਹੋਈ, ਕਹਿੰਦੇ ਇਹ ਇੱਕ ਪਖੰਡ ਕਰ ਲਿਆ, ਮੰਨ ਲਓ ਇੱਕ ਪਖੰਡ ਕਰ ਲਿਆ। ਕਹਿੰਦੇ ਜੇ ਇਹ ਪਖੰਡ ਹੈ, ਯਾਨੀ ਕਿ ਆਪਾਂ ਕਹਿ ਲਓ ਵੀ ਬਾਹਮਣਵਾਦ ਦਾ ਪਖੰਡ, ਬਾਹਮਣਵਾਦ ਦਾ ਅਰਥ ਪੁਜਾਰੀਵਾਦ ਬਹੁਤ ਵਾਰ ਦੱਸਿਆ, ਪਖੰਡਵਾਦ ਬਰਾਦਰੀ ਦਾ ਵਿਰੋਧ ਨਹੀਂ। ਤਾਂ ਤੇ ਇਹ ਇੱਕ ਪਖੰਡ ਕਰ ਲਿਆ, ਕਹਿੰਦੇ ਉਹਨੇ ਹੌਲੀ ਹੌਲੀ ਕੀ ਬਣ ਜਾਣਾ, ਗਧੀ ਹੀ ਹੋਇ ਕੈ ਔਤਰੈ। ਕਹਿੰਦੇ ਉਹਨੇ ਸਮਝ ਲਓ ਵੀ ਗਧੀ ਬਣ ਕੇ ਜਾਣਾ, ਭਾਰ ਸਹੈ ਮਨ ਚਾਰ। ਇੱਕ ਪਖੰਡ, ਇੱਕ ਤੋਂ ਫਿਰ ਦੂਜਾ ਪਖੰਡ ਮੰਨ ਲਿਆ, ਤੀਜਾ। ਏਦਾਂ ਜੇ ਤੂੰ ਇੱਕ ਗੱਲ ਮੰਨ ਲਈ ਨਾ ਬੀਬਾ, ਪਖੰਡਵਾਦ ਦੀ, ਬਾਹਮਣਵਾਦ ਦੀ, ਬਸ ਇਹਨੇ ਤਾਂ ਫਿਰ ਤੈਨੂੰ, ਤੇਰੇ ਉੱਤੇ ਸਾਰੇ ਪਖੰਡਵਾਦ ਦਾ ਬੋਝ ਲੱਦ ਦੇਣਾ। ਫਿਰ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਬਾਹਮਣਵਾਦ ਦਾ ਬੋਝ ਚੱਕੀ ਤੁਰੇ ਹਲੇ ਤੇ ਗਧੇ ਗਧੀਆਂ ਵਾਲਾ ਜਨਮੀ ਹੈ। ਬੋਲੋ ਸਤਨਾਮ। ਭਾਵੇਂ ਤੇਰੇ ਤੇ ਲੱਦ ਦੇਣੇ ਨੇ ਸਾਰਾ ਕੁਛ ਹੌਲੀ ਹੌਲੀ ਪਖੰਡਵਾਦ। ਇੱਕ ਵੀ ਪਖੰਡ ਤੋਂ ਦੂਰ ਰਹੀ, ਇੱਕ ਪਖੰਡ ਕਰ ਲਿਆ, ਬਸ ਉਹ ਸਾਰੇ ਹੌਲੀ ਹੌਲੀ ਸਾਰੇ ਆ ਜਾਣੇ ਤੇਰੇ ਤੇ, ਸਾਰੇ ਲੱਦ ਦੇਣੇ ਨੇ, ਪਖੰਡੀ ਨੇ ਸਾਰੇ ਲੱਦ ਦੇਣੇ ਤੇਰੇ ਤੇ। ਬਸ ਫਿਰ ਏਦਾਂ ਜਾਨੀ ਕਿ ਪਖੰਡਵਾਦ ਦਾ ਬੋਝ ਢੋਣ ਵਾਲੇ ਬਸ ਫਿਰ ਤਾਂ ਗਧੇ ਗਧੀਆਂ ਬਣ ਗਏ। ਕਿੰਨੀ ਸਖਤ ਚੋਟ ਮਾਰੀ ਹੈ। ਇਸ ਕਰਕੇ ਅਸੀਂ ਪਖੰਡਵਾਦ ਦਾ ਬੋਝ ਢੋਣ ਵਾਸਤੇ ਨਹੀਂ ਜੰਮੇ, ਸਾਨੂੰ ਮਨੁੱਖਾ ਜਨਮ ਮਿਲਿਆ। ਅਸੀਂ ਪਖੰਡੀ ਦੇ ਗਧੇ ਗਧੀਆਂ ਨਹੀਂ ਬਣਨਾ, ਪਖੰਡੀ ਦੀ ਗੱਲ ਨਹੀਂ ਮੰਨਣੀ, ਬਾਹਮਣਵਾਦ ਦੀ ਕੋਈ ਗੱਲ ਨਹੀਂ ਮੰਨਣੀ। ਜਬ ਲਕ ਖਾਲਸਾ ਰਹਿ ਨਿਆਰਾ, ਤਬ ਲਕ ਤੇਜ ਦਿਓ ਮੈਂ ਸਾਰਾ, ਜਬ ਇਹ ਗਾਹੈ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ। ਤੇ ਅੱਜ ਬਹੁਤੇ ਕੱਚੇ ਸਿੱਖ, ਸਾਰੇ ਨਹੀਂ ਕਹਿ ਰਹੇ ਪਿਆਰ ਵਾਲੇ ਬੈਠੇ ਹੋ, ਬਹੁਤੇ ਸਿੱਖ ਅੱਜ ਬਾਹਮਣਵਾਦ ਦਾ ਭਾਰ ਚੱਕੀ ਫਿਰਦੇ ਆ। ਬੋਲੋ ਸਤਨਾਮ। ਬਾਹਮਣਵਾਦ ਦੇ ਗਧੇ ਬਣੇ ਫਿਰਦੇ ਆ, ਢੋਈ ਜਾਂਦੇ ਆ ਭਾਰ ਢੋਈ ਜਾਂਦੇ ਨੇ। ਇਸ ਕਰਕੇ ਗੁਰਬਾਣੀ ਦੇ ਗਿਆਨ ਨੂੰ ਮੰਨੋ, ਇਹ ਨਾ ਢੋਇਆ ਕਰੋ ਭਾਰ। ਹੁਣ ਇਹ ਆਪਣਾ ਵਿਸ਼ਾ ਨਹੀਂ, ਅੱਜ ਇਸ਼ਾਰਾ ਦੇ ਦਿਆਂ ਵਿੱਚੋਂ ਬਹੁ ਦੇਵਵਾਦ, ਮੂਰਤੀ ਪੂਜਾ, ਬਾਹਰਲੇ ਤੀਰਥਾਂ ਦੇ ਇਸ਼ਨਾਨ, ਜਾਤ ਪਾਤ, ਹੋਰ ਸਾਰਾ ਜਾਨੀ ਕਿ ਜੋ ਪਖੰਡਵਾਦ ਆ, ਦਿਨਾਂ ਦੇ ਭਰਮ, ਥਿੱਤਵਾਰ, ਗ੍ਰਹਿ ਚਾਲ ਔਰ ਉਹ ਸਾਰਾ ਸਿੱਖ ਚੱਕੀ ਫਿਰਦੇ ਨੇ। ਇਹ ਕੀ ਹੈ? ਇਹ ਸਾਰਾ ਬੋਝ ਹੀ ਹੈ। ਇਹ ਗਧਿਆਂ ਵਾਂਗੂ ਚੱਕੀ ਫਿਰਦੇ ਆਪਣੇ ਉੱਤੇ ਔਗਣਾਂ ਦਾ, ਆਪਣਾ ਵਹਿਮਾਂ ਭਰਮਾਂ ਦਾ ਬੋਝ। ਕਿਉਂ ਗਧੇ ਬਣਦੇ ਆ ਬਾਹਮਣਵਾਦ ਦੇ? ਉੱਥੇ ਸੰਬੋਧਨ ਇਸਤਰੀ ਨੂੰ ਕੀਤਾ, ਸਿਰਫ ਭਾਵ ਅਰਥ ਇਹਦਾ ਸਾਰਿਆਂ ਵਾਸਤੇ ਹੁੰਦਾ, ਭਾਵ ਹੁੰਦਾ ਉਹ ਤਾਂ ਇੱਕ ਵੀ ਬਸ ਉਹਨੇ ਲੱਦੀ ਦੁਰੀ ਜਾਣਾ ਤੁਹਾਡੇ ਤੇ। ਬਸ ਤੁਸੀਂ ਇੱਕ ਵਾਰੀ ਜਾਣੇ ਕਿ ਉਹ ਬਣ ਗਏ, ਇੱਕ ਵਾਰੀ ਉਹਨੇ ਨਕੇਲ, ਬਸ ਉਹਨੇ ਲੱਦੀ ਜਾਣਾ ਬਸ। ਕੀ ਦੱਸੋ ਕੀ ਜੀਵਨ ਹੈ ਫਿਰ ਇਹ? ਇਸ ਕਰਕੇ ਏਦਾਂ ਇਹ ਜਿਹੜਾ ਬਹੁ ਦੇਵਵਾਦ ਹੈ, ਮੂਰਤੀ ਪੂਜਾ ਹੈ, ਜਾਤ ਪਾਤ ਹੈ, ਸਾਰਾ ਕੁਛ ਇਹ ਕੀ ਹੈ? ਬੋਝ ਹੈ। ਇਹ ਬਾਹਮਣਵਾਦ ਦਾ ਬੋਝ ਸਾਡੇ ਤੇ ਵੀ ਲੱਦਿਆ ਜਾ ਰਿਹਾ ਹੈ। ਅਸੀਂ ਨਹੀਂ ਬਣਨਾ, ਅਸੀਂ ਇਹਨਾਂ ਦੇ ਮੌਕੀ ਨਹੀਂ ਬਣਨਾ, ਤਾਂ ਤੇ ਮਾਫ ਕਰਨਾ, ਇਹਨਾਂ ਦੇ ਗਧੇ ਗਧੀਆਂ ਨਹੀਂ ਬਣਨਾ, ਇਹਨਾਂ ਦੇ ਡੌਂਕੀ ਨਹੀਂ ਬਣਨਾ। ਅਸੀਂ ਗੁਰੂ ਦੇ ਸਿੱਖ ਹੈ, ਬੋਝ ਨਹੀਂ ਲੱਦਣਾ ਆਪਣੇ ਤੇ। ਚਲੋ ਏਦਾਂ, ਇਹ ਤਾਂ ਇੱਕ ਦੋ ਉਦਾਹਰਨਾਂ ਦੇ ਦਿੱਤੀਆਂ ਤੁਹਾਨੂੰ ਵੀ ਏਦਾਂ ਹਰ ਗੱਲ ਦੇ ਪਿੱਛੇ ਇੱਕ ਭਾਵ ਅਰਥ ਹੈ, ਉਹ ਭਾਵ ਅਰਥ ਨੂੰ ਅਸੀਂ ਸਮਝਣਾ। ਚਲੋ ਉਸੇ ਵਿਸ਼ੇ ਤੇ ਆ ਜਾਓ ਆਪਾਂ ਸ਼ਬਦ ਵੱਲ, ਕਿਉਂਕਿ ਸ਼ਬਦ ਤੋਂ ਜ਼ਿਆਦਾ ਦੂਰ ਨਾ ਚਲੇ ਜਾਈਏ। ਗੱਲ ਚੱਲ ਰਹੀ ਸੀ ਆਪਣੀ 8 ਪਹਿਰ ਆਰਾਧਨਾ ਹੈ। 8 ਪਹਿਰ ਆਰਾਧਨਾ ਕੋਈ ਐਂ ਨਹੀਂ ਹੁੰਦਾ ਵੀ ਅੰਦਰ ਕੁੰਡੀ ਮਾਰ ਕੇ ਬਹਿ ਗਿਆ, ਇਹ ਵੀ ਦੱਸ ਦੇਵਾਂ ਤੇ ਵੀ ਬਸ ਮਨ ਦੇ ਮਾਕੇ ਘੁਮਾਈ ਗਿਆ। ਕੀ ਕਹਿੰਦੇ ਜੀ 8 ਪਹਿਰ, ਬਸ 8 ਪਹਿਰ ਆਰਾਧਦੇ ਆ, ਬਸ 8 ਲੈ ਬਸ। ਇਹ ਏਦਾਂ ਦੇ ਆਰਾਧਨਾ ਨੂੰ ਬਾਣੀ ਦੇ ਵਿੱਚ ਕਿਤੇ ਮਾਨਤਾ ਨਹੀਂ ਦਿੱਤੀ। ਕਹਿੰਦੇ ਅੰਦਰ ਬੈਠ ਕੇ ਕਮਾਈ ਕਰਦੇ ਆ,
है कमाई आए कमाई होंदी है मन के कमाई अंदर बैठ के नहीं होंदी कमाई तो बाहर निकल के होंदी है बोलो सतनाम गुरु नानक बाबा जी ने देखिया कमाई की उन्होंने समय 35,000 मील पेंडा पैदल तय किया कंडे झाड़ियां जंगल वेले पहाड़ जा बड़िया मेरा बाबा च जा बड़िया कतलगाही सी देखिया कमाई की कतलगाह च ही जा बड़िया मेरा बाबा मुक्के विच जा बड़िया उन्होंने भरम तोड़न वास्ते उधरले पासे नूं चरण करके पै गए देखिया मेरा बाबा भावें घड़ीसिया टंगो पर घड़ीसिया की दसिया सी भी सच प्रगट करना होवे तां कई बारी रगड़ा भी खानियां पैंदियां बोलो सतनाम आए कमाई झूठियां तो रगड़ा भी खानियां पै जांदियां आए कमाई करनी हुंदी है कमाई झूठियां तो कोई झूठा सानूं घड़ीस भी सकदा फड़ के कमाई देखिया कमाई आए हुंदी है कमाई कोई घड़ीस भी सकदा झूठा कमाई किवें हुंदी है चलो अंदर बैठ के कमाई नहीं हुंदी ये गलत ख्याल बन गए साडे अंदर बैठ के मन के कमाउने कमाई ना विचों ये गल भी कह दें कोई चलो शब्द की विचार भी आपां संपूर्ण करनी है विचों विचों ही गल्लां भी कर दईए भावें दीवान च पहलां भी होई कई गल भी गुरमत दे विच गुरु नानक घर दे विच माला दा तां कनसैप्ट ही कोई नहीं ना पर अज की होया इहो जी साडे ते चाल चली ये जुझारू कौम नूं उन्हां दीयां माला फड़ातियां बोलो सतनाम जुझारू कौम नूं उन्हां दीयां हां दा उन्हां दीयां माला जक्की फिरदे ने फोटोआं सारियां नकली है जो गुरु साहब दे माला पाई दिखाई नकली फोटोआं सब एक इत्थे माला टंगती गुरु नानक साहब दी दस्तार ते दो चार गले च पातियां दो चार हत्थां ते टंगतियां ये सब मनोकल्पत अपनियां बनाईयां नकली फोटोआं बोलो सतनाम दसना पैंदा नकली नकली है सब नकली इस करके माला दा कोई आपां समझ रहे सी माला दा तां गुरमत दे विच थां ही कोई नहीं एक दो बाणी दे प्रमाण दे दियां इस विषय ते हुणे निहालूवाल दे दीवानां च भी गल होई सी जिहने याद दसता कबीर मेरी सिमरनी रसना उपर राम पहला नकली माला का खंडन किया सुन लो कबीर जपनी काठ की क्या दिखलावे लोए कबीर साहब कहते ये तू काठ की माला लोगों को की दिखाउंदा फिरदा काठ की माला भा मणके वाली काठ की माला उहदे अर्थ ना समझियो कि काठ की लिखिया चल असीं तां लोहे की चक ली ना 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 भाव अर्थ सारे कबीर जपनी काठ की क्या दिखलावे लोए तू ये काठ की माला लोगों को की दिखाउंदा फिरदा हिरदै रामना चेतनी ये जपनी क्या होए जे तेरे हिरदे दे विच परमात्मा का चिंतन नहीं तू अपने मालक नूं मन करके हर थां हाज़र नहीं जानदा सुरत विच उहनूं महसूस नहीं करदा ये जपनी क्या होए ये माला नाल की हो जाना है कुछ नहीं होना मन के घमाए तो बाणी का फैसला मन के घमाए तो कुछ नहीं हो जाना ये जपनी क्या होए क्या हो जाना है कुछ नहीं होना। फिर कबीर साहब जी ने नकली माला का खंडन करके असली माला दस दी क्यों ये नहीं भी सतपुरुष केवल खंडन ही करते हैं नहीं जी मंडन भी करते हैं वो नकल नूं कटते हैं तो असली दिंदे सानू असली ज्ञान झूठ नूं कटते हैं सच दिंदे भी है ये नहीं भी झूठ नूं तां कटता सच दिता नहीं या झूठ का रद्द करता सच दसिया नहीं फिर की स्वाद आऊ। सो याद रखियो खंडन मंडन दोनों चीजें खंडन करता नकली माला दा भी की मन के घमाउणा है असली दसती ये माला जरूर फेरनी चाहिदी है केड़ी कबीर मेरी सिमरनी रसना उपर राम उत्तम पुरख विच बोल के कह दिता आपां नूं समझाउण वास्ते अपने ते गल ला के दूजे नूं समझाउणी इहनूं उत्तम पुरख दी बाणी कहंदे आ। कबीर साहब जी कहंदे मेरी सिमरनी मेरी माला तां मेरी रसना है कबीर मेरी सिमरनी रसना उपर राम जदों मैं ना रसना उपर सर्व व्यापक नूं लै आउंदा हां सर्व व्यापक की याद मेरी रसना ते आ जाती है भाव के जीव नाल जदों मैं मालक जी नूं बुलाउंदा हां कोल महसूस करदा होया जीव नाल बुलाउणा इहनूं कहंदे रसना उपर भी मालक मेरा मेरे कोल खड़ा है रसना नाल मैं उहनूं बुलाउंदा हां वो कोल वाला मालक मेरी रसना दे उत्ते भी आ जांदा है हुण जीव नाल मैं बुला रहे कोल वाले नूं गैर हाजरी विच नहीं जीव ने बोलना कोल वाले नूं हजूरी दा जाप कहंदे आ
ਸੁਰਤ ਨੂੰ ਮਾਲਕ ਦੀ ਹਜ਼ੂਰੀ ਵਿੱਚ ਰੱਖ ਕੇ ਵੀ ਆ ਮੇਰਾ ਮਾਲਕ ਮੇਰੇ ਕੋਲ ਖੜਾ ਹੈ, ਜੀਭ ਮਾਲਕ ਜੀ ਨੂੰ ਬੁਲਾ ਰਹੀ ਹੈ। ਇਹਨੂੰ ਕੀ ਕਹਿੰਦੇ ਨੇ? ਇਹਨੂੰ ਮਾਲਾ ਜਾਪ ਕਹਿੰਦੇ ਹੈ। ਅਸਲੀ ਮਾਲਾ ਕਿਹੜੀ ਹੈ? ਪਰਮਾਤਮਾ ਨੂੰ ਸੁਰਤ ਵਿੱਚ ਆਪਣੇ ਕੋਲ ਮਹਿਸੂਸ ਕਰਦੇ ਹੋਏ ਜੀਭ ਨਾਲ ਬੁਲਾ ਲਿਆ ਕਰੋ, ਕਿਉਂਕਿ ਪ੍ਰਾਇਮਰੀ ਕਲਾਸ ਕੀ ਹੈ? ਬੋਲ ਬੋਲ ਕੇ ਪਰਮਾਤਮਾ ਦੀ ਯਾਦ ਨੂੰ ਪਕਾਉਣਾ ਪੈਂਦਾ, ਜਿਵੇਂ ਛੋਟੇ ਬੱਚੇ ਬੋਲ ਬੋਲ ਕੇ ਸਬਕ ਪਕਾਉਂਦੇ ਹੈ। ਬੋਲੋ ਸਤਨਾਮ। ਲੱਗੇ ਰਹਿੰਦੇ ਨਾ 1 ਦੂਣੀ 2 2 ਦੂਣੀ 4 ਬੋਲ ਬੋਲ ਕੇ। ਏਦਾਂ ਠੀਕ ਹੈ, ਪ੍ਰਾਇਮਰੀ ਕਲਾਸ ਹੈ, ਪਹਿਲੀ ਕਲਾਸ ਹੈ, ਕੋਈ ਸ਼ੱਕ ਨਹੀਂ। ਕਹਿੰਦੇ ਏਦਾਂ ਹੁਣ ਲੱਗ ਗਿਆ ਪਤਾ ਵੀ ਮਾਲਾ ਜਾਪ ਕੀ ਹੁੰਦਾ। ਮਾਲਾ ਜਾਪ ਮਣ ਕੇ ਘਮਾਉਣ ਨੂੰ ਨਹੀਂ ਕਹਿੰਦੇ, ਬਾਣੀ ਦਾ ਦੇਖੋ ਗਿਆਨ। ਮਾਲਾ ਜਾਪ ਕਹਿੰਦੇ ਨੇ ਜੀਵ ਦੇ ਨਾਲ ਪਰਮਾਤਮਾ ਜੀ ਨੂੰ ਕੋਲ ਮਹਿਸੂਸ ਕਰਦੇ ਹੋਏ ਬੁਲਾਉਣਾ, ਵੀ ਇਹ ਪ੍ਰਾਇਮਰੀ ਕਲਾਸ ਹੈ। ਇਹ ਬੁਲਾਉਣਾ ਤਾਂ ਕਿ ਜਦ ਕਿ ਉਹਦੀ ਯਾਦ ਸਾਡੀ ਸੁਰਤ ਵਿੱਚ ਟਿਕ ਜਾਵੇ। ਕੋਲ ਜਾਣ ਕੇ ਬੁਲਾਉਣਾ ਜੀਵ ਨਾਲ, ਵੀ ਮੇਰੇ ਕੋਲ ਖੜਾ ਮੇਰਾ ਪਿਆਰਾ। ਜੀਵ ਬੁਲਾ ਰਹੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਹਿੰਦੇ ਆਦ ਜੁਗਾਦੀ ਸਗਲ ਭਗਤ, ਜੁਗਾਂ ਜਗਾਂਤਰਾਂ ਤੋਂ ਲੈ ਕੇ ਜਿੰਨੇ ਵੀ ਰੱਬ ਦੇ ਭਗਤ ਹੋਏ ਆ, ਸੱਚੇ ਪਖੰਡੀ ਨਹੀਂ, ਸੱਚੇ ਰੱਬ ਦੇ ਪਿਆਰੇ, ਕਹਿੰਦੇ ਉਹਨਾਂ ਨੇ ਇੱਥੋਂ ਸ਼ੁਰੂ ਕੀਤਾ ਜਾਪ। ਕਿੱਥੋਂ? ਵੀ ਰਸਨਾ ਪਰਮਾਤਮਾ ਨੂੰ ਬੁਲਾਉਣ ਲੱਗ ਪਈ, ਇੱਥੋਂ ਸ਼ੁਰੂ ਕੀਤੀ। ਕਹਿੰਦੇ ਜਿੰਨੇ ਵੀ ਅੱਜ ਤੱਕ ਰੱਬ ਦੇ ਭਗਤ ਹੋਏ ਆ, ਜੁਗਾਂ ਜਗਾਂਤਰਾਂ ਤੋਂ ਲੈ ਕੇ, ਫੈਸਲਾ ਦਿੱਤਾ ਕਬੀਰ ਸਾਹਿਬ ਨੇ ਵੀ ਮਣਕਾ ਨਹੀਂ ਘੁਮਾਇਆ, ਉਹਨਾਂ ਨੇ ਜੀਵ ਨਾਲ ਪਰਮਾਤਮਾ ਨੂੰ ਬੁਲਾਇਆ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ, ਫਿਰ ਉਹਨਾਂ ਨੂੰ ਅੰਦਰ ਦਾ ਸੁੱਖ, ਆਤਮਿਕ ਸੁੱਖ ਤੇ ਅੰਦਰ ਦਾ ਵਿਸ਼ਰਾਮ ਕਹਿ ਲੋ, ਟਿਕਾ ਕਹਿ ਲੋ, ਸ਼ਾਂਤੀ ਕਹਿ ਲੋ, ਫਿਰ ਉਹਨਾਂ ਨੂੰ ਅੰਦਰ ਦਾ ਸੁੱਖ ਤੇ ਸ਼ਾਂਤੀ ਪ੍ਰਾਪਤ ਹੋਇਆ। ਤਾਕੋ ਸੁਖ ਵਿਸਰਾਮ। ਸੋ ਅਸਲੀ ਮਾਲਾ ਲੱਗ ਗਿਆ ਆਪਾਂ ਨੂੰ ਪਤਾ। ਤੇ ਹੱਥਾਂ ਨਾਲ ਕਿਹੜੀ ਮਾਲਾ ਫੇਰਨੀ ਉਹ ਵੀ ਦੱਸੀ ਹੈ ਬਾਣੀ 'ਚ। ਇਹ ਤਾਂ ਹੈ ਪਰਮਾਤਮਾ ਦੇ ਨਾਮ ਦੀ ਮਾਲਾ ਫੇਰਨੀ, ਯਾਦ ਰੱਖਿਓ। ਇੱਕ ਹੱਥਾਂ ਨਾਲ ਫੇਰਨੀ ਹੈ, ਉਹ ਵੀ ਦੱਸਿਆ। ਸੁਕ੍ਰਿਤ ਕਰਨੀ ਸਾਰ ਜਪ ਮਾਲੀ। ਸੁਕ੍ਰਿਤ ਕਰਨੀ ਦਾ ਭਾਵ ਕੀ ਹੋ ਗਿਆ? ਨੇਕ ਕੰਮ ਕਰਨੇ, ਚੰਗੇ ਕੰਮ ਕਰਨੇ। ਸੁਕ੍ਰਿਤ ਕਰਨੀ। ਸਾਰ ਦਾ ਅਰਥ ਕੀ ਹੁੰਦਾ ਹੈ? ਸ੍ਰੇਸ਼ਟ। ਸ੍ਰੇਸ਼ਟ ਕਹਿ ਲੋ, ਸਭ ਤੋਂ ਵਧੀਆ ਕਹਿ ਲੋ, ਦੀ ਬੈਸਟ, ਸਾਰਿਆਂ ਤੋਂ ਵਧੀਆ। ਸਾਰ। ਜਪ ਮਾਲੀ ਦਾ ਅਰਥ ਕੀ ਹੋ ਗਿਆ? ਮਾਲਾ। ਸਾਰ ਜਪ ਮਾਲੀ ਦਾ ਭਾਵ ਸਾਰਿਆਂ ਤੋਂ ਵਧੀਆ ਮਾਲਾ ਕਿਹੜੀ ਹੈ? ਸੁਕ੍ਰਿਤ ਕਰਨੀ, ਸਾਰ ਜਪ ਮਾਲੀ। ਇਹਨਾਂ ਦੋਨਾਂ ਹੱਥਾਂ ਨਾਲ ਨੇਕ ਕੰਮ ਕਰਨੇ, ਸਾਰਿਆਂ ਤੋਂ ਵਧੀਆ ਮਾਲਾ ਜਿਹੜੀ ਹੱਥਾਂ ਨਾਲ ਫੇਰਨੀ ਹੈ। ਇਹ ਹੱਥ ਵਿਹਲੜ ਬੈਠ ਕੇ ਮਣ ਕੇ ਘਮਾਉਣ ਵਾਸਤੇ ਨਹੀਂ ਲਾਏ, ਇਹਨਾਂ ਦੋਨੇ ਹੱਥਾਂ ਨਾਲ ਨੇਕ ਕੰਮ ਕਰੋ, ਸਾਰਿਆਂ ਤੋਂ ਵਧੀਆ ਮਾਲਾ ਇਹੀ ਹੈ। ਬੋਲੋ ਸਤਨਾਮ। ਹੁਣ ਤੁਹਾਨੂੰ ਡੇਰਿਆਂ ਵਾਲੇ ਬਾਬੇ ਤਾਂ ਇਹ ਅਰਥ ਨਹੀਂ ਸਮਝਾਉਣ ਲੱਗੇ। ਕਿਉਂ ਸਮਝਾਉਣਗੇ? ਜਾਂ ਤੁਸੀਂ ਦੱਸ ਦਿਓ ਕਿਸੇ ਡੇਰੇ ਚੋਂ ਦੱਸਿਆ ਇਹ ਗੱਲ ਵੀ ਬਾਣੀ 'ਚ ਲਿਖਿਆ ਦੋਨੇ ਹੱਥਾਂ ਨਾਲ ਪਵਿੱਤਰ ਕੰਮ ਕਰਨੇ, ਸਾਰਿਆਂ ਤੋਂ ਵਧੀਆ ਮਾਲਾ ਇਹੀ ਫੇਰਨੀ ਹੈ। ਜੇ ਨਹੀਂ ਲਿਖਿਆ ਬਾਣੀ ਤੋਂ ਬਾਹਰ ਬੋਲਦੇ, ਸਾਡੇ ਨਾਲ ਦੱਸ ਗੱਲ ਕਰੋ। ਡੇਰਿਆਂ ਵਾਲੇ ਬਾਬੇ ਤਾਂ ਨਹੀਂ ਕਹਿਣਗੇ, ਇਹਦੇ ਅਰਥ ਦੱਸਣਗੇ। ਕਿਉਂ ਦੱਸਣਗੇ ਉਹ? ਤੁਸੀਂ ਦੱਸੋ। ਇਹਦਾ ਮਤਲਬ ਸਾਥੋਂ ਲੁਕੋਇਆ ਜਾ ਰਿਹਾ ਬਾਣੀ ਦਾ ਗਿਆਨ। ਇਹ ਹੈ ਯਾਨੀ ਕਿ ਸਾਰਿਆਂ ਤੋਂ ਵਧੀਆ ਮਾਲਾ ਜਿਹੜੀ ਹੱਥਾਂ ਨਾਲ ਫੇਰਨੀ ਹੈ। ਜਿੰਨਾ ਹੋਵੇ ਪਵਿੱਤਰ ਕੰਮ ਕਰੋ, ਨੇਕ ਕੰਮ, ਚੰਗੇ ਕੰਮ ਕਰੋ ਇਹਨਾਂ ਹੱਥਾਂ ਨਾਲ। ਚਲੋ ਏਦਾਂ ਇਸ ਗੱਲ ਨੂੰ ਅਸੀਂ ਸਮਝ ਲਿਆ। ਤੇ ਹਰ ਮਾਲਾ ਔਰ ਅੰਤਰਧਾਰਾ ਹੈ। ਪਰਮਾਤਮਾ ਦੇ ਨਾਮ ਦੀ ਮਾਲਾ ਨੂੰ ਹਿਰਦੇ ਵਿੱਚ ਧਰਨਾ ਹੈ, ਉਹਦੀ ਯਾਦ ਦੀ ਉਹ ਗੱਲ ਹੈ। ਇਸ ਕਰਕੇ ਚਲੋ ਰਹੋ ਵਿਚਾਰ, ਆਪਾਂ ਗੱਲ ਸਮਝ ਲਈ ਤਾਂ। ਤੇ ਧਿਆਉਣਾ ਕੋਈ ਏਦਾਂ ਨਹੀਂ ਹੁੰਦਾ ਵੀ ਮਣ ਕੇ ਘੁਮਾ ਲਏ, ਕੁੰਡੀਆਂ ਬੰਦ ਕਰ ਲਈਆਂ, ਅੰਦਰ ਬੈਠੇ ਰਹੇ ਨਾ। ਏਦਾਂ ਦੇ ਜਪ ਨੂੰ ਬਾਣੀ 'ਚ ਕਿਤੇ ਮਾਨਤਾ ਨਹੀਂ, ਗੁਰਮਤਿ ਵਿੱਚ ਕਿਤੇ ਨਹੀਂ। ਇੱਥੇ ਨਾ, ਜਿੱਥੇ ਤਾਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਚਲੋ ਹੁਣ ਆਪਾਂ ਸ਼ਬਦ ਦੀ ਉਸੇ ਪੰਕਤੀ ਤੇ ਫਿਰ ਆ ਜਾਈਏ। ਧਿਆਨ 'ਚ ਰੱਖਿਓ ਕਿੱਥੇ ਚੱਲ ਰਹੀ ਸੀ ਗੱਲ। ਨਾਮ ਧਿਆਇਨ ਸੁਖ ਫਲ ਪਾਇਨ, 8 ਪਹਿਰ ਆਰਾਧਨ ਹੀ। 8 ਪਹਿਰ ਆਰਾਧਨਾ ਕੀ ਹੈ? ਹਰ ਥਾਂ ਆਪਣੇ ਮਾਲਕ ਨੂੰ ਮਹਿਸੂਸ ਕਰਨਾ, ਹਰ ਥਾਂ ਦੇ ਉੱਤੇ। ਦੁਕਾਨ ਤੇ ਬੈਠੇ ਵੀ ਪਹਿਲਾਂ ਸਮਝ ਲਿਆ, ਦਫ਼ਤਰ 'ਚ ਵੀ, ਫਿਰ ਦਫ਼ਤਰ 'ਚ ਮੰਨ ਲਓ ਪਰਮਾਤਮਾ ਨੂੰ ਮਹਿਸੂਸ ਕਰਦੇ ਹਾਂ, ਦਫ਼ਤਰ ਦੇ ਵਿੱਚ ਵੀ ਸੇਵਾ ਹੋ ਰਹੀ ਹੈ, ਤਾਂ ਹੀ ਉੱਥੋਂ ਲਫ਼ਜ਼ ਬਣਨਾ ਕੀ ਕਰਦਾ ਹੈ? ਸਰਵਿਸ ਕਰਦਾ ਹੈ।
ਸਰਵਿਸ ਤਾਂ ਹੀ ਹੋ ਜੇ ਦਫ਼ਤਰ ਦੇ ਵਿੱਚ ਬੈਠਾ ਵੀ ਪਰਮਾਤਮਾ ਨੂੰ ਧਿਆਨ 'ਚ ਰੱਖਦਾ ਤੇ ਜਿਹੜਾ ਵੀ ਕਿਸੇ ਕੰਮ ਆਉਂਦਾ ਤਾਂ ਸਮਝ ਲੈ ਮੈਂ ਰੱਬ ਦਾ ਕੰਮ ਹੀ ਕਰ ਰਿਹਾ ਹਾਂ। ਬੋਲੋ ਸਤਨਾਮ। ਤੇ ਉਹ ਵੀ ਸਰਵਿਸ ਹੈ, ਉਹ ਵੀ ਸਰਵਿਸ ਹੋ ਰਹੀ ਹੈ, ਸੇਵਾ ਵੀ ਹੋ ਰਹੀ ਹੈ, ਸਿਮਰਨ ਵੀ ਹੋ ਰਿਹਾ ਹੈ, ਦਫ਼ਤਰ ਦੇ ਵਿੱਚ ਵੀ ਹੋ ਰਿਹਾ ਹੈ। ਇਹ ਜੀਵਨ ਦਿੱਤਾ ਸਾਨੂੰ ਦੁਨੀਆ 'ਚ ਵਿਚਰਦਿਆਂ ਹੋਇਆ। ਤਾਂ ਤੇ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਊਠਤ ਬੈਠਤ ਵਿਚਰਦਿਆਂ ਹੋਇਆਂ ਭਾਵ ਅਰਥ ਇਹੀ ਹੈ ਨਾ, ਅੰਦਰ ਬੈਠਿਆਂ ਤਾਂ ਨਹੀਂ, ਵਿਚਰਦਿਆਂ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਮਾਰਗ ਚਲਤ, ਵਿਚਰਦਿਆਂ ਹੋਇਆਂ ਦੁਨੀਆ 'ਚ। ਇਸ ਕਰਕੇ ਕਹਿੰਦੇ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਆਰਾਧ ਹੈ ਤੇਰੀ ਸ਼ਰਨ ਤੇਰਾ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਾਧ ਹੈ। ਤੇਰੀ ਸ਼ਰਨ ਪੈ ਕੇ, ਸ਼ਰਨ ਸਮਰਪਣ ਕਰਨਾ, ਤੇਰਾ ਪ੍ਰਵਾਸ ਹੈ, ਤੇਰੇ ਭਰੋਸੇ ਤੇਰੀ ਸ਼ਰਨ ਪੈ ਕੇ ਪੰਜ ਦੁਸ਼ਟਾਂ ਨੂੰ ਵੀ ਸਾਧ ਲੈਂਦੇ ਨੇ ਰੱਬ ਦੇ ਪਿਆਰੇ। ਤੇਰੀ ਸ਼ਰਨ ਤੇਰਾ ਪ੍ਰਵਾਸ ਹੈ ਪੰਜ ਦੁਸ਼ਟ ਲੈ ਸਾਧ ਹੈ। ਪੰਜ ਦੁਸ਼ਟਾਂ ਨੂੰ ਸਾਧਨਾ ਕੀ ਹੁੰਦਾ ਇਹ ਵੀ ਥੋੜੀ ਕੁ ਵਿਆਖਿਆ ਕਰ ਦੇਵਾਂ। ਪੰਜ ਦੁਸ਼ਟ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੇ ਤਾਂ ਇਹਨਾਂ ਪੰਜਾਂ ਨੂੰ ਸੋਧ ਲਿਆ ਜਾਵੇ ਤਾਂ ਕਾਮ ਵੀ ਬਹੁਤ ਵਧੀਆ ਕੰਮ ਦਿੰਦਾ ਹੈ, ਕ੍ਰੋਧ ਵੀ ਬੜਾ ਕੰਮ ਦਿੰਦਾ ਹੈ, ਲੋਭ ਵੀ ਬੜਾ ਕੰਮ ਦਿੰਦਾ ਹੈ, ਮੋਹ ਵੀ, ਹੰਕਾਰ ਵੀ, ਚੀਜ਼ਾਂ ਹੀ ਬਹੁਤ ਵਧੀਆਂ ਤਾਂ। ਕਿਉਂਕਿ ਜੋ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਆਪਾਂ ਨੂੰ ਵਰਤੋਂ ਨਹੀਂ ਕਰਨੀ ਆਉਂਦੀ। ਕਈ ਵਾਰੀ ਆਪਾਂ ਗਲਤ ਵਰਤੋਂ ਕਰਦੇ ਹਾਂ, ਮਾੜੀ ਚੀਜ਼ ਤਾਂ ਉਹਨੇ ਕੋਈ ਪੈਦਾ ਕੀਤੀ ਹੋਈ ਨਹੀਂ। ਬੋਲੋ ਸਤਨਾਮ। ਇਹ ਥੋੜਾ ਗਹਿਰਾ ਗਿਆਨ ਸਮਝ ਲਿਓ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ। ਸਾਨੂੰ ਵਰਤੋਂ ਨਹੀਂ ਕਰਨੀ ਆਉਂਦੀ, ਵੱਖਰੀ ਗੱਲ ਹੈ, ਵੱਖਰੀ ਗੱਲ ਹੈ। ਇਸ ਕਰਕੇ ਇਹ ਪੰਜੇ ਬੜਾ ਕੰਮ ਦਿੰਦੇ ਹੈ। ਬਹੁਤ ਵਾਰ ਗੱਲ ਹੋਈ ਹੈ ਵੀ ਇਹ ਇੱਕ ਐਨਰਜੀ ਹੈ, ਤਾਕਤ ਹੈ। ਤੁਹਾਨੂੰ ਇੰਨਾ ਤਾਂ ਪਤਾ ਹੀ ਹੈ ਸ਼ਕਤੀ ਨਾ ਪੈਦਾ ਕੀਤੀ ਜਾ ਸਕਦੀ ਹੈ ਨਾ ਖਤਮ ਕੀਤੀ ਜਾ ਸਕਦੀ ਹੈ। ਇਸ ਨੂੰ ਇੱਕ ਤੋਂ ਦੂਜੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਟਰਾਂਸਫਰਮੇਸ਼ਨ ਆਫ ਐਨਰਜੀ ਬਦਲਿਆ ਜਾ ਸਕਦਾ। ਇਹ ਐਨਰਜੀ ਹੈ, ਤਾਕਤ ਹੈ। ਤਾਂ ਤੇ ਪਹਿਲੀ ਗੱਲ ਤਾਂ ਹੁਣ ਇੱਕ ਇੱਕ ਸੰਖੇਪ ਕਹਿ ਦਿਆਂ ਕਿ ਵਿਸਥਾਰ ਇਸ ਵਿਸ਼ੇ ਤੇ ਵੀ ਕਈ ਵਾਰ ਹੋਇਆ ਹੈ ਵੀ ਜੇ ਤਾਂ ਕਾਮ ਦੀ ਐਨਰਜੀ ਨੂੰ ਅਸੀਂ ਸੋਧ ਨਾ ਸਕੇ, ਭਾਵ ਸਾਡੇ ਤੇ ਕਾਮ ਹਾਵੀ ਹੋ ਗਿਆ, ਕੋਈ ਇਸਤਰੀ ਪੁਰਸ਼ ਕੋਈ ਹੈ, ਫੇਰ ਤਾਂ ਕਾਮੀ ਹੋ ਕੇ ਅਸੀਂ ਨਰਕ ਵਿੱਚ ਜਾ ਪੈਂਦੇ ਹਾਂ। ਦੁਸ਼ਟ ਹੈ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣ ਹੈ। ਜੋ ਰੋਜ਼ ਆਪਾਂ ਬਲਾਤਕਾਰ ਦੀਆਂ ਘਟਨਾਵਾਂ ਅਖਬਾਰਾਂ 'ਚ ਪੜ੍ਹਦੇ ਹਾਂ, ਪਤਾ ਨਹੀਂ ਕੋਈ ਕਿੱਥੇ ਜਾ ਕੇ ਮਰਦਾ ਹੈ, ਨਰਕ 'ਚ ਪੈਂਦਾ, ਦੁਸ਼ਟ ਹੈ। ਪਰ ਜੇ ਇਹਨੂੰ ਸੋਧ ਲਿਆ ਜਾਵੇ, ਸੋਧਣਾ ਤੇ ਜਿਵੇਂ ਉਦਾਹਰਨ ਦੇ ਦਿਆਂ ਸਾਂਖੀ ਹੈ, ਜ਼ਹਿਰ ਹੈ, ਤੇ ਜੇ ਵੈਦ ਉਹਨੂੰ ਸੋਧ ਲੇ 32 ਰੋਗਾਂ ਦੀ ਦਵਾਈ ਬਣ ਜਾਂਦਾ। ਜਿੱਡੀ ਵੱਡੀ ਜ਼ਹਿਰ ਹੈ ਓਡੀ ਵੱਡੀ ਦਵਾਈ ਹੈ। ਬੋਲੋ ਸਤਨਾਮ। ਪੋਇਜ਼ਨ ਮੈਡੀਸਨ ਬਣ ਜਾਂਦੀ ਹੈ। ਟਰਾਂਸਫਰਮੇਸ਼ਨ ਐਨਰਜੀ ਹੋ ਗਈ ਨਾ, ਸ਼ਕਤੀ ਪਰਤਨ ਕਹਿ ਲਓ ਪੰਜਾਬੀ 'ਚ। ਜ਼ਹਿਰ ਦਵਾਈ ਬਣ ਗਈ, ਰੂਪਾਂਤਰਨ ਹੋ ਗਿਆ ਨਾ, ਰੂਪਾਂਤਰਨ ਕਿ ਰੂਪਾਂਤਰਨ ਹੈ। ਤਾਂ ਤੇ ਇਸੇ ਤਰ੍ਹਾਂ ਜੇ ਕਿਤੇ ਅਸੀਂ ਸੋਧ ਲਈਏ ਗੁਰੂ ਦੇ ਗਿਆਨ ਦੁਆਰਾ, ਜਿਵੇਂ ਵੈਦ ਸਾਂਖੀ ਨੂੰ ਸੋਧ ਲੈਂਦਾ ਹੈ, ਸੋਧ ਲੈਂਦਾ ਹੈ, ਇਸ ਤਰ੍ਹਾਂ ਅਸੀਂ ਸੋਧ ਲਈਏ ਇਹਨੂੰ। ਇਸ ਐਨਰਜੀ ਤਾਕਤ ਹੈ ਸਾਡੇ ਸਰੀਰ ਦੀ, ਇਸ ਨੂੰ ਅਸੀਂ ਸੋਧ ਲਈਏ ਜਿੱਥੇ ਯਾਨੀ ਕਿ ਇਹ ਸ਼ਕਤੀ ਤੋਂ ਉਤਪਤੀ ਹੁੰਦੀ ਹੈ, ਉਤਪਤੀ ਹੁੰਦੀ ਹੈ, ਸਪਸ਼ਟ ਗੱਲ ਹੈ। ਪਤੀ ਪਤਨੀ ਇੱਕ ਪਵਿੱਤਰ ਰਿਸ਼ਤਾ ਹੈ। ਗੱਲ ਮੁਕਾਓ, ਵਾਹਿਗੁਰੂ ਜੀ ਦਾ ਹੁਕਮ ਹੈ ਕਿ ਹਰ ਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰੇ। ਬੋਲੋ ਸਤਨਾਮ। ਐਸੀ ਹੁਕਮ ਹੈ ਨਾ, ਕੋਈ ਮੁਨਕਰ ਹੋ ਸਕਦਾ ਇਸ ਹੁਕਮ ਤੋਂ? ਇਹ ਤੇ ਤੁਹਾਨੂੰ ਇੱਕ ਵਰਤੀ ਗੱਲ ਦੱਸਾਂ, ਹੈ ਹੱਸਣ ਜੇ ਵਾਲੀ ਵਰਤੀ ਹੈ। ਸਾਡੇ ਪਿੰਡ ਨਾ ਅੱਜ ਤੋਂ ਇਹ ਹੋਊਗੀ ਮੇਰੇ ਖਿਆਲ 7-8 ਸਾਲ ਦੀ ਗੱਲ ਆ। ਇੱਕ ਆ ਗਿਆ ਯਾਨੀ ਕਿ ਪਖੰਡੀ ਜਿਹਾ ਬੂਬਣਾ, ਤੇ ਕੁਝ ਮਾਈਆਂ ਵੀ ਚੱਲ ਪਈਆਂ ਪਿੰਡ ਦੀਆਂ ਭੈਣਾਂ ਜਿਹਨੂੰ ਬਾਣੀ ਦਾ ਗਿਆਨ ਨਹੀਂ, ਸਾਧ ਆਏ, ਸੰਤ ਆਏ, ਬਾਬੇ ਆਏ ਹੈ। ਮੈਨੂੰ ਫਿਕਰ ਜਾ ਹੋਗਾ, ਮੈਂ ਕਿਹਾ ਕਿਤੇ ਹੋਰ ਹੀ ਨੱਕ ਲੱਗ ਜੇ, ਕਿ ਮਗਰੋਂ ਪੱਟਣਾ ਬਹੁਤ ਹੋ ਜਾਂਦਾ ਔਖਾ। ਮੈਂ ਚਲਿਆ ਗਿਆ ਤੇ ਮੈਂ ਜਾ ਕੇ ਬਹਿ ਗਿਆ ਕੋਲੇ।
बैठ के जो ना जान के श्रद्धालू जिहा बन के, तो मैं सहज सुभाए जी पुछ लिया जान की, मैं बाबा जी कित्थों आए? सालों का पिंड नहीं पुछीदा हुंदा। मैं जी किहड़े ग्रंथ से लिखे है? आप जो इदा कहा उन्होंने थोड़ी जी शक पिया भी किदा। मैं जी कित्थे लिखे है? चुप, पिंड तो हुंदा ही है ना कि नहीं, पिंड जो तहां तो लिखते आ साहब। फिर चुप, उन्हें देखिया तो पंगा लेना आया, समझ गया हो कितने भाव भी भगौड़े होंगे ने, कोई ना कोई कितों दूर तो होर तो पुलिस भालती होंदी है, दसन नूं तैयार नहीं होंगे। चलो दूजी गल मैं पुछ ली, मैं बाबा जी शादी नहीं कराई, फिर हाल बच्चे शादी, पता की कहंदा? चौड़ा ऐसा गलत काम नहीं हम करते। कहंदा मैं तेरे प्यो ने गलत काम क्यों किया? बोलो सतनाम। मैं कहा जे तेरा प्यो तेरी मां नाल लिआया हुंदा ते तू इत्थे कित्थे आउणा सी? बोलो सतनाम। हुण समझ गए तुसीं सारी गल परमात्मा दी खेड दी। कहानी च बहुत कुछ, घटना है तो वापरी, बहुत कुछ कहा जा सकता है। मैं कहा जे तेरा प्यो ना विआह हुंदा, तेरा प्यो तेरी मां नाल लिआया हुंदा, तू बुगने कित्थों आउंदा? जिहदा मतलब तू कहना शादी कराउणा गलत काम है, ये गलत काम तेरे प्यो ने कीता तां तू इत्थे आया जग ते। जे तेरा प्यो गलत काम ना करदा है फिर तू भी ना जमदा। जिहदा मतलब तू जमना ही गलती है ना, तू इवें जम्मिया तू। दलील है ना कि जवाब तो कोई नहीं ना किसी को सच्ची गल का कहता भाव। तो जो मैं इन्ना कह के मैं तो आ गया वापस, तो मगरों मैं भेजा किसी को भी की यानी कि रिएक्शन होया, गल्लां कह के आया। तो अद्धे घंटे मगरों भेजा किसी को पता लेके आ, हुणे मैनू आके बड़ी सोहनी रिपोर्ट दी, कहते वो तो भज गया, उड़ गया। उन्होंने पता लग गया भी इत्थे चलदी नहीं गल, गलदी नहीं। कहण दा भाव की है, ये तो असीं यानी कि गल कहण दा भाव भी हर चीज़ जो परमात्मा ने दिती है इहदी वरतों है निजम दे विच रह के। हर गल स्पष्ट है क्योंकि हर गल दा स्पष्ट ज्ञान है बाणी विच। ते नहीं तो बाणी च कह दिता बिंद राख जो तरिया भाई खुसरे क्यों ना परमगत पाई। कितनी स्पष्ट गल्लां ये गल्लां असीं दसांगे बाणी तो फिर ही ज्ञान मिलू ना। बहुते हुण प्रचारक ये यानी कि गुरबाणी दी गल्लां तुच्छ जिक बन जांदे, बाणी च लिखिआ स्पष्ट भी जे यही रुकावट होवे परमात्मा नूं मिलण विच, यानी कि फिर कहंदे खुसरे ने परमगति क्यों नहीं पाई, खुसरा ब्रह्म ज्ञानी क्यों नहीं बनया। बोलो सतनाम। बाणी च लिखिआ बिंद राख जो तरीए भाई खुसरे क्यों ना परमगत पाई। इस करके गल चली सी भी परमात्मा जी दा हुक्म है, हर जीव होर जीवा पैदा करता है। ये सैक्शुअल किरिया तो पौद्यां विच भी हुंदी है, पर परागण हुंदा है ना तितलियां राही, तां ही फिर फुੱਲ ते फल लगदे है। बोलो सतनाम। इवें लग जांदे हैं, लगदे है, पर ये निजम है। कामी होके करैक्टर तो गिर जाना, नरक विच पैना है, गल समझ लो। पर एक निजम है, एक रिश्ता है, एक दायरा है, ताकि वो मालक का हुक्म है। हर गल समझ लिया। एक फिर इनू सोधना सच्चे ज्ञान राही, हम अगे आ जो सोधन ते एक तो सोधना की है इसनू भी जिस तरह शुद्ध काम की हुंदा है, इश्क हकीकी। इश्क हकीकी है, दूत हुण मैनू काम देण लग गया, आए प्रभ पै अंचर लाग करो तपाबस प्रभ सवरवाग प्रभ हस बोले किए न्याय सगल दूत मेरी सेवा लाए। तू ठाकर ये ग्रह सब तेरा कहो नानक गुर किया निबेरा। जो सच्चे गण ही मालक दे लड़ लगे ना, सुरत मालक नाल जुड़ी, परमात्मा ने निबेड़ा करता भी ये पंजे दूत तेनू काम देणगे, तेरी आग्या च रहणगे, तेनू कोई तंग नहीं करूगा। बोलो सतनाम। पंजे दुख साध ले, मेरी सेवा च लाते भी कम लै लिया करे ना तू। हर एक दी सेवा च लगदे आ ये, समझ गए हुण ये सेवा च लग गई। बस इसे नूं कहा जाता है ये साध ले सोधे गए। शुद्ध काम की है, इश्क हकीकी, रब दा प्यार, रब्बी बाणी दा प्यार, सतसंगियां दा प्यार, ये की है शुद्ध काम। बोलो सतनाम। जिन्हों इश्क हकीकी कहा जाता है, लफ्ज कई वरते जाते ना, इश्क हकीकी सच्चा प्यार, सच्चा इश्क। एक इश्क मशूकी है नकली, एक इश्क हकीकी है, दोने गल्लां
इस करके इदां ये दुष्ट सोध लिया। हुण गल समझने की कोशिश करो। पहला की सी रूपै काम है दोस्ती, हर गल बाणी दे नाल नाल समझी चलो। पहला इदां दी विरत सी रूपै काम है दोस्ती, कामी विरती ते रूप दे उत्ते पकड़ करदी सी, चंम ते जाके रुकदी सी विरती, दुष्ट सी। हर गल समझो। पर हुण उदों अगे जाण लग गई। रूपवंत होए नाही मोह प्रभ की जोत, सगल घट सो है मेरा मालक किन्ना सोहना है। बोलो सतनाम। मेरा मालक बड़ा सोहना है। दोस्तों सोध लिया तां इदां ये है जी शुद्ध शुद्ध जानी कि हो गया है। काम की एनर्जी शुद्ध हो गई, इश्क हकीकी बन गया। ये रब्बी वाणी का प्यार, रब का प्यार, ये शुद्ध प्यार का काम दिंदा है। इश्क हकीकी का काम दिंदा है। काम की एनर्जी दोस्त साधिया गया, काम देन लग गया, दूत वस विच आ गया, सगल दूत मेरी सेवा लाए। क्रोध है तुहानूं पता जी, क्रोध अपने ते हावी हो जावे, अपने ते फिर तो भी गड़बड़ करता है। हे कालमूल क्रोधं कदंच कुरनाना वो परजते। कई बार क्रोध दे विच दिमाग दे विच विस्फोट भी हो जाता है, दिमाग के सैल वर्ण हो जाते हैं, सोचण शक्ति नीवें पद्धर ते आ जाती है। तो उन्हां पलां दे विच कोई बीबी खूह च छाल भी मार सकती है, कोई अपने आप नूं अग भी ला सकती है, कोई भाई जहर भी पी सकता है, पॉइजन, कोई कुछ चुक के मार सकता है। क्यों? उस वेले दिमाग के सैल वर्ण हो गए, क्रोध का विस्फोट होंदा दिमाग दे विच। तां देखो किड्डा दुष्ट है, पता नहीं फिर की कुछ हो सकता उन्हां क्रोध के पलां दे विच। दुष्ट है ना, पर जे इसनूं सोध लिया जाए, ये तो अपने कंट्रोल दे विच काम लिया जाए, सोधना फिर की है, वीर रस बन जाता है। सच्चा क्रोध वीर रस, झूठ के खिलाफ आवाज बुलंद करनी, झूठ के खिलाफ आवाज बुलंद करनी, पखंड के खिलाफ आवाज बुलंद करनी। तां वो की है, ये जानी कि वीर रस है। ये वीर रस है, उही क्रोध की एनर्जी तो सही काम लिया जा, एनर्जी उही है क्रोध की, पर वो तो सही काम लिया जा रहा है वीर रस का। वीर रस का सही काम लिया जा रहा है, तो काम दे रहा है, दूत साध लिया, ये क्रोध नूं साध लिया। ते किते इस क्रोध नूं अपने कंट्रोल विच रख के जानी कि वरत्या जांदा है, अपने कंट्रोल विच रख के ये तो वीर रस का काम लिया जांदा है। फिर काम क्रोध तो बाद लोभ आ जाओ। लोभ देखो, जे तां आपां लोभी हो जाइए, भी लोभ अपने ते हावी हो जावे कह लो, फिर तुहानूं पता है लोभी की हालत की हो जाती है, लब कुत्ता, ये लोभ कुत्ते वाली हालत बना दिंदा है। कुत्ते वाली हालत, कुत्ते वाली हालत किवें बाणी दे विच थोड़ी होर व्याख्या भी की है। सुख कै हेत बहुत दुख पावत, सेव करत जन जन की, द्वार है द्वार सुआण ज्यों डोलत ना सुध, राम भजन की। नौवें पातशाह जी कहते भाई तुसीं सुखां दे वास्ते थां थां ते जाने जने खणे दे मगर लगदे हो, दुखां दा कारण ही यही है बड़ा। द्वार है द्वार सुआण ज्यों डोलत, कहते तुसीं दर दर ते कुत्ते दी तां तुरे फिरदे हो, भी की कि कुछ मिल जे, हे फलाने बाबिया, हे फलाने पीरा, हे कबरां वालिया, हे समर्थ, थां थां ते लालचवस होके थां थां ते जाके मत्थे टेकने। ये की है, ये जानी कि लोभी की हालत कुत्ते वाली बन गई। भी की है कि तो कुछ मिल जे, की है कोई लाभ हो जे, की हर जा चल टेक लाने मत्था, की है बस लालचवस होके देवी देवते बाबे पीर मनने, बस ये जानी कि लोभी की विरती है, कुत्ता विरती कहे बन के नूं। ये लोभ ने सानू कुत्ता जून विच पा दिता, थां थां ते असीं तुरे फिरदे, हत्थ हटदे, छड्ड दिओ। ते जे लोभ का दूत काबू कर लिया जाए, इस दुष्ट नूं साध लिया जाए, कोई लोभ बड़ा दुष्ट है। लोभ ने तुहानूं पता ही है, बहुत बार दस्सिया, लीडर विगाड़ते, बिरलिਆਂ नूं छड्ड के मुल्क लुट के खा लिया लीडरां ने, अफसरशाही विगाड़ती बिरलिਆਂ नूं छड्ड के। ये तो कहनी पैंदा ना, चंगे अफीसर चंगे मुलाजम भी हुंदे आ। इस लोभ ने दुकानदार बिगाड़ते, मिलावटबाजी ਜਾਂ मैडिकल हालों ते नशे बेचने, बिरलिਆਂ नूं छड्ड के। कोई ड्रग नहीं नशे के तौर पर बेचता, चलो ठीक है, नहीं बहुते तो जानी कि ही है, लोभी कुत्ते बैठे हैं। लोभी बाणी का फैसला लब कुत्ता। इस करके इस लोभ ने, दुष्ट ने, लोभ दुष्ट है, परिवारक रिश्ते भी बिगाड़ते, मां जाए भरा अदालतां 'च फिरदे ने, एक भाई दूजे का हक खाण नूं फिरदा,
ਨੂੰਹ ਰਾਣੀ घरों ਕੱਢਤੀ, ਕਹਿੰਦੇ ਦਾਜ ਘੱਟ ਲਿਆਈ ਹੈ, ਰਿਸ਼ਤੇ ਵਿਗਾੜ ਦਿੱਤੇ। ਬਾਪ ਪੁੱਤ ਦਾ ਝਗੜਾ ਅਖਬਾਰਾਂ 'ਚ ਪੜ੍ਹਦੇ ਹਾਂ ਕਿੰਨੀ ਵਾਰ, ਵੀ ਪੁੱਤ ਨੇ ਬਾਪ ਦਾ ਕਤਲ ਕਰ ਦਿੱਤਾ ਜ਼ਮੀਨ ਦੇ ਚੱਕਰ 'ਚ। ਪਿੱਛੇ ਥੋੜੇ ਦਿਨ ਪਹਿਲਾਂ ਅਸੀਂ ਨੂੰਹ ਪੁੱਤ ਨੇ ਰਲ ਕੇ ਬਾਪ ਦਾ ਕਤਲ ਕਰ ਦਿੱਤਾ। ਤਾਂ ਤੇ ਕਿੱਡਾ ਦੇਖੋ ਦੁਸ਼ਟ ਹੈ, ਲੋਭ ਕਿੱਡਾ ਦੁਸ਼ਟ ਹੈ, ਲੋਭ। ਇਦਾਂ ਇਸ ਲੋਭ ਨੇ ਕੁਝ ਨਹੀਂ ਛੱਡਿਆ, ਵਿਗਾੜਤਾ ਸਾਰਾ ਕੁਛ। ਲੀਡਰ ਵਿਗਾੜਤੇ, ਅਫਸਰਸ਼ਾਹੀ ਵਿਗਾੜਤੀ, ਦੁਕਾਨਦਾਰ ਵਿਗਾੜਤੇ, ਰਿਸ਼ਤੇ ਵਿਗਾੜ ਦਿੱਤੇ, ਛੱਡਿਆ ਹੀ ਕੱਖ ਨਹੀਂ। ਜਿਹਨੇ ਇਸ ਲੋਭ ਨੂੰ ਸਾਧ ਲਿਆ ਤੇ ਉਹਨੇ ਫਿਰ ਕਹਿੰਦਾ ਹੁਣ ਮੈਂ ਸੱਚ ਦਾ ਲੱਖਾਂਪਤੀ ਬਣ ਜਾ, ਸੱਚ ਦਾ ਕਰੋੜਾਂਪਤੀ ਬਣ ਜਾ, ਸੱਚ ਵਿਹਾਜ ਲਵਾਂ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਕਹਿੰਦੇ ਤੂੰ ਲੁੱਟਣਾ ਹੀ ਹੈ, ਲੁੱਟਣ ਵਾਲੀ ਵਿਅਕਤੀ ਬਿਲਕੁਲ ਨਾ ਛੱਡ। ਲੁੱਟਣ ਵਾਲੀ ਵਿਅਕਤੀ ਬਹੁਤ ਵਧੀਆ ਹੈ, ਮਾੜੀ ਗੱਲ ਨਹੀਂ ਕੋਈ ਲੁੱਟਣਾ, ਪਰ ਇਹ ਤੋਂ ਠੀਕ ਕੰਮ ਲੈ ਲਾ। ਤੈਨੂੰ ਲੁੱਟਣ ਦੀ ਆਦਤ ਪਈ ਹੋਈ ਆ ਨਾ, ਬਿਲਕੁਲ ਨਹੀਂ ਛੱਡਣੀ ਆਦਤ। ਇਸ ਆਦਤ ਤੋਂ ਚੰਗਾ ਕੰਮ ਲੈ ਲਾ। ਕਿਵੇਂ? ਦੁਨੀਆ ਨਹੀਂ ਲੁੱਟਣੀ, ਰੱਬ ਲੁੱਟ ਲਾ। ਬੋਲੋ ਸਤਨਾਮ। ਰੱਬ ਲੁੱਟਣੇ ਆਪਾਂ। ਹਰ ਧਨ ਕੇ ਭਰ ਲਿਓ ਭੰਡਾਰ, ਮੈਂ ਨਾਮ ਦਾ ਲੱਖਾਂਪਤੀ ਹੋ ਜਾ, ਨਾਮ ਦਾ ਕਰੋੜਾਂਪਤੀ ਹੋ ਜਾ, ਸੱਚ ਵਿਹਾਜ ਲਵਾਂ ਕਹਿ ਲਓ। ਇਸ ਕਰਕੇ ਕਹਿ ਦਿੱਤਾ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਕਹਿੰਦੇ ਲੁੱਟ ਲਾ, ਲੁੱਟਣਾ ਤਾਂ ਰੱਬ ਦਾ ਨਾਂ ਲੁੱਟ ਲਾ। ਲੋਭ ਸੱਚਾ ਲੋਭ ਪੈਦਾ ਕਰ ਲਾ, ਹੋਰ ਸੱਚ ਨੂੰ ਗਹਿਰਾ ਸਮਝਾਂ, ਸੱਚ ਨਾਲ ਜੁੜਾਂ, ਹੋਰ ਮਨੁੱਖਤਾ ਸੱਚ ਨਾਲ ਜੁੜੇ, ਆਪ ਜੁੜਾਂ, ਦੂਜਿਆਂ ਨੂੰ ਜੋੜਾਂ, ਹੋਰ ਹੋਰ ਹੋਰ। ਇਹ ਕੰਮ ਦੇਣ ਲੱਗ ਗਿਆ ਦੂਤ ਸੱਚ ਵਾਲੇ ਪਾਸੇ। ਹੋਰ 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 ਲਾਲਚ ਜਿਹਾ ਹੋ ਜੇ ਵੀ ਹੋਰ ਬਾਣੀ ਦਾ ਗਿਆਨ ਫੈਲੇ, ਹੋਰ ਕਿਸੇ ਭੈਣ ਭਰਾ ਨੂੰ ਦੱਸਾਂ ਬਾਣੀ ਦੀ ਗੱਲ, ਹੋਰ ਜੁੜੇ ਕੋਈ, ਹੋਰ ਅੱਗੇ ਚੱਲੇ, ਹੋਰ ਫੈਲੇ, ਹੋਰ ਲਾਲਚ ਜਾ। ਕਈ ਇਸੇ ਲਾਲਚ ਦੇ ਵਿੱਚ ਨਾ ਲਿਟਰੇਚਰ ਬਣਦੇ ਆ, ਕੋਈ ਦੂਜਿਆਂ ਨੂੰ ਕੁਛ ਸੁਣਾਉਂਦਾ, ਕੋਈ ਛਾਪ ਕੇ ਬਣਦਾ ਕੁਝ। ਸੋਹਣਾ ਲਾਲਚ ਪੈ ਗਿਆ ਭਾਈ ਤੈਨੂੰ, ਬੋਲੋ ਸਤਨਾਮ। ਸੋਹਣਾ ਲਾਲਚ ਪੈ ਗਿਆ ਵੀ ਬਾਣੀ ਦੀ ਗੱਲ ਹੋਰ ਫੈਲੀ ਜਾਵੇ, ਹੋਰ ਹੋਰ ਕਰੀ ਚਲੋ, ਹੋਰ ਵੰਡੀ ਚਲੋ, ਹੋਰ ਲਾਲਚੀ ਇੱਕ। ਇਹ ਲਾਲਚ ਚੰਗਾ, ਕਿਉਂਕਿ ਦੂਤ ਕੰਮ ਦੇਣ ਲੱਗ ਗਿਆ ਨਾ, ਇਹ ਵੀ ਲਾਲਚ ਚੰਗਾ। ਚੰਗਾ ਲਾਲਚ ਕਰੋ, ਲਾਲਚ ਛੱਡਣਾ ਕਾਹਦੇ ਵਾਸਤੇ ਹੈ? ਸ਼ੁਭ ਲਾਲਚ ਹੋਵੇ। ਚਲੋ ਇਹ ਤਾਂ ਹੁਣ ਆਪਾਂ ਸਮਝ ਗਏ ਦੁਸ਼ਟ ਸੋਧਣ ਦੀ ਗੱਲ। ਕਾਮ ਕ੍ਰੋਧ ਲੋਭ ਮੋਹ। ਇੱਕ ਤਾਂ ਯਾਨੀ ਕਿ ਮੋਹ ਨੂੰ ਜਦੋਂ ਸੋਧ ਲਿਆ, ਇੱਕ ਤਾਂ ਰਿਸ਼ਤਿਆਂ ਚੋਂ ਰੱਬ ਦੇਖਣਾ। ਮਾਤ ਪਿਤਾ ਸੁਤ ਬੰਧ ਭਾਈ, ਨਾਨਕ ਹੋਆ ਪਰ ਬ੍ਰਹਮ ਸਹਾਈ। ਮਾਤਾ ਪਿਤਾ ਦੀ ਸੇਵਾ, ਰੱਬ ਦੀ ਸੇਵਾ। ਸੋ ਰਿਸ਼ਤਿਆਂ ਚੋਂ ਰੱਬ ਵੇਖਣਾ, ਮਾਤਾ ਪਿਤਾ ਬੱਚਿਆਂ ਚੋਂ, ਬੱਚੇ ਮਾਤਾ ਪਿਤਾ ਚੋਂ ਰੱਬ ਵੇਖਣਾ। ਬੀਬੀ ਆਪਦੇ ਘਰ ਵਾਲੇ ਚੋਂ ਰੱਬ ਦੇਖੇ, ਭਾਈ ਆਪਦੇ ਘਰ ਵਾਲੀ ਚੋਂ ਰੱਬ ਦੇਖੇ। ਦੋਨੇ ਸਤਸੰਗੀ ਬਣ ਗਏ, ਇੱਕ ਸਿੱਖ ਦੋਏ ਸਾਧ ਸੰਗ। ਹੁਣ ਦੋਨੋਂ ਪਤੀ ਪਤਨੀ ਗੁਰੂ ਦੀ ਮੱਤ ਪੱਲੇ ਹੋਵੇ, ਬਸ ਦੋਨੇ ਸਤਸੰਗੀ ਬਣ ਗਏ। ਇੱਕ ਵਾਹਿਗੁਰੂ ਬੋਲੇ, ਦੂਜਾ ਮੰਗਰੇ, ਦੂਜਾ ਬੋਲੇ ਉਹ ਬੋਲੇ। ਜਪਜੀ ਸਾਹਿਬ ਮੈਂ ਪੜ੍ਹਦਾ ਤੂੰ ਸੁਣਾ, ਜਾਪ ਸਾਹਿਬ ਤੂੰ ਪੜ੍ਹ ਮੈਂ ਕੀ ਹੈ, ਫਿਰ ਦੋਨਾਂ ਦਾ ਸਤਸੰਗ ਬਣ ਜਾਂਦਾ। ਬੋਲੋ ਸਤਨਾਮ। ਸਤ ਪਵਿੱਤਰ ਰਿਸ਼ਤੇ ਹੋ ਗਏ। ਇਹ ਮੋਹ ਜਾਲ ਨਹੀਂ, ਮੋਹ ਜਾਲ ਜੇ ਗੁਰੂ ਦੀ ਮੱਤ ਪੱਲੇ ਨਹੀਂ। ਠੱਗੀਆਂ ਮਾਰ ਮਾਰ ਕੇ ਘਲੇ ਲਿਆ ਕੇ ਫੜਾਉਣੇ ਘਰ ਵਾਲੀ ਨੂੰ, ਬੱਚਿਆਂ ਨੂੰ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰ ਆਪੈ ਆਣ ਲੁਟਾਵੈ। ਇਹ ਮੋਹ ਜਾਲ ਹੈ। ਜਦੋਂ ਅਸੀਂ 5-4 ਪਰਿਵਾਰਕ ਮੈਂਬਰਾਂ ਵਾਸਤੇ ਦੁਨੀਆ ਬਗਾਨੀ ਸਮਝ ਲਈ, ਇਹ ਮੋਹ ਜਾਲ ਹੋ ਗਿਆ। ਪਰ ਜੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਗਿਆਨ ਰਾਹੀਂ ਸਮਝ ਲਈਏ, ਫਿਰ ਠੀਕ ਹੈ। ਮਾਤਾ ਪਿਤਾ ਨੇ ਤੈਨੂੰ ਲੋਰੀਆਂ ਦੇ ਪਾਲਿਆ, ਹੁਣ ਇਹ ਬਜ਼ੁਰਗ ਹੋ ਗਏ। ਮਾਂ ਨੇ ਤੈਨੂੰ 9 ਮਹੀਨੇ ਪੇਟ ਵਿੱਚ ਦੇਖ ਕਿਵੇਂ ਸੰਭਾਲਿਆ, ਮਾਤਾ ਬੁੱਢੜੀ ਹੋ ਗਈ, ਹੁਣ ਸੰਭਾਲ ਕਰਨਾ ਫਰਜ਼ ਬਣਦਾ। ਬੋਲੋ ਸਤਨਾਮ। ਤੈਨੂੰ ਸੰਭਾਲਿਆ ਨਾ, ਮਾਤਾ ਤਾਂ ਤੇਰੀਆਂ ਲਾਲਾਂ ਵੀ ਚੱਟਦੀ ਰਹੀ ਹੈ। ਚੱਲ ਜੇ ਤੂੰ ਚੱਟ ਨਹੀਂ ਸਕਦਾ ਤਾਂ ਪੂੰਝ ਤਾਂ ਦਿਆ ਕਰ। ਬੋਲੋ ਸਤਨਾਮ। ਆਮ ਜੀਆਂ ਗੱਲਾਂ ਤਾਂ ਤੇ ਬਾਰੇ ਗੋਡੇ ਦਾ, ਤੂੰ ਗੋਡੇ ਦੱਬਿਆ ਕਰ। ਇਹ ਤਾਂ ਰੱਬੀ ਹੁਕਮ ਹੈ ਸਾਰੇ ਕਹਿਣ ਦਾ ਭਾਵ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦਈਏ। ਸੋ ਰਿਸ਼ਤਿਆਂ ਦੀ ਅਸਲੀਅਤ ਸਮਝ ਆ ਗਈ ਬਾਣੀ ਤੋਂ। ਇੱਕ ਮੋਹ ਦੀ એનર્ਜੀ ਜਦੋਂ ਸ਼ੁੱਧ ਹੋ ਗਈ, ਫਿਰ ਕੀ ਹੈ? ਫਿਰ ਇਹ ਨਹੀਂ ਵੀ ਦੁਨੀਆ ਬਗਾਨੀ ਹੈ, ਨਹੀਂ। ਠੀਕ ਹੈ, ਇਹ ਮਾਤਾ ਪਿਤਾ ਨੇ ਜਨਮ ਦਿੱਤਾ, ਪਾਲਿਆ, ਬੱਚੇ ਫਰਜ਼ ਹੈ, ਪਰਿਵਾਰਕ ਫਰਜ਼ ਹੈ, ਪਰ ਦੁਨੀਆ ਬਗਾਨੀ ਨਹੀਂ ਨਾ। ਫਿਰ ਸਾਰੀ ਯਾਨੀ ਕਿ ਸਾਰੀ ਦੁਨੀਆ ਇੱਕ ਪਰਿਵਾਰ ਵੀ ਲੱਗਦਾ। ਇੱਕ ਪਿਤਾ ਇੱਕ ਸਕੇ ਹਮ ਵਾਰਕ, ਤੂੰ ਮੇਰਾ ਗੁਰਹਾਈ। ਮੋਹ ਸ਼ੁੱਧ ਹੋ ਗਿਆ। ਪਹਿਲਾਂ 5-4 ਮੈਂਬਰ ਆਪਦੇ ਲੱਗਦੇ ਸੀਗੇ, ਹੁਣ ਪੂਰੀ ਦੁਨੀਆ ਹੀ ਆਪਦੀ ਲੱਗਦੀ ਹੈ।
बोलो सतनाम। श्री वाहिगुरु। सब को मीत हम आपन कीना, हम सबना के साजन। दूर परायो मन का बिरहा, ता मेल कियो मेरा राजन। बिसर गई सब तात पराई, जब ते साध संगत मोहे पाई। ना को बैरी नहीं बेगाना, सगल संग हमको बन आई। इन्हां पंक्तियां दे अर्थ भाव नूं इउं समझ लो, जदों मोह दी जिहड़ी ताकत है ये शुद्ध होगी, जे तां शुद्ध नहीं हुई तां मोह दुष्ट है। 5-4 मैंबरां दे दायरे च फस जाते हैं, ठगियां मार मार के घरे लियाई जाने। पर जदों ये मोह दा जानी कि जो दुष्ट है इहनूं सोध लिया, फिर ये काम देना शुरू कर दिता। बिरती की बन गई फिर, जो पहला पढ़िया ना को बैरी नहीं बेगाना, सगल संग हमको बनाई। इन्हां पंक्तियां दे अर्थ भाव नूं इउं पढ़ लो। ना दिसे बेगाना जी, ना कोई बैरी, ना कोई, ना दिसे बेगाना जी, ना कोई बैरी, ना कोई बैरी। ना दिसे बेगाना जी, ना कोई बैरी, ना कोई बैरी। ना दिसे बेगाना जी, ना कोई बैरी, ना कोई बैरी। बेगाना ना कोई बैरी, ना को बेगाना ना कोई बैरी। ना को बेगाना ना कोई बैरी, ना को बेगाना ना कोई बैरी। ना दिसे बेगाना जी, ना कोई बैरी, ना कोई बैरी। ना दिसे बेगाना जी, ना कोई बैरी, ना कोई बैरी। ना दिसे बेगाना जी, ना कोई बैरी, ना कोई बैरी। दिसे बेगाना जी, ना कोई बैरी, ना कोई बैरी। ਇਹ ਹੈ ਜਦੋਂ ਮੋਹ ਦੁਸ਼ਟ ਨੂੰ ਸੋਧ ਲਿਆ। ਪੰਜ ਦੁਸ਼ਟ ਲੈ ਸਾਧ ਹੀ ਇਤਿਹਾਸਕ ਸਾਖੀ ਕਹਿੰਦਾ ਸੰਖੇਪ ਚ। ਜਿਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਜੰਗ ਚੱਲ ਰਹੇ ਹੈ ਤੇ ਭਾਈ ਕਨ੍ਹਈਆ ਜੀ ਜਲ ਛਕਾਉਣ ਦੀ ਸੇਵਾ ਕਰ ਰਹੇ ਹੈ। ਜਿਹੜੇ ਪਾਸਿਓਂ ਆਵਾਜ਼ ਆਉਂਦੀ ਹੈ ਨਾ, ਕੋਈ ਸੂਰਮਾ ਫੱਕ ਖਾ ਕੇ ਡਿੱਗਦਾ, ਆਵਾਜ਼ ਆਉਂਦੀ ਹੈ, ਪਾਣੀ ਭਾਈ ਕਨ੍ਹਈਆ ਜੀ ਉਸੇ ਪਾਸੇ ਵੱਲ ਨੂੰ ਭੱਜਿਆ ਜਾਂਦਾ ਪਾਣੀ ਪਿਲਾਉਣ। ਅੱਜ ਕੀ ਹੋਇਆ, ਉਹਨਾਂ ਦਾ ਜਰਨੈਲ ਸੀ ਮੁਗਲ ਖਾਂ, ਫੱਟੜ ਹੋ ਕੇ ਡਿੱਗਿਆ ਤੇ ਉਹਨੇ ਆਵਾਜ਼ ਦਿੱਤੀ ਪਾਣੀ, ਤੇ ਭਾਈ ਕਨ੍ਹਈਆ ਜੀ ਉਹਨੂੰ ਵੀ ਪਾਣੀ ਪਿਲਾਉਣ ਤੁਰ ਗਏ। ਜਿਹੜੇ ਪਾਸੇ ਆਵਾਜ਼ ਆਉਂਦੀ ਹੈ ਪਾਣੀ, ਉਸੇ ਪਾਸੇ ਨੂੰ ਮਸ਼ਕ ਲੈ ਕੇ ਭੱਜਦੇ ਹੈ। ਇਹ ਨਹੀਂ ਖਿਆਲ ਕਰਦੇ ਵੀ ਪਾਣੀ ਕਿਸੇ ਤੁਰਕ ਨੇ ਮੰਗਿਆ ਕਿ ਪਾਣੀ ਕਿਸੇ ਸਿੱਖ ਨੇ ਮੰਗਿਆ। ਬੋਲੋ ਸਤਨਾਮ। ਪਾਣੀ ਦੀ ਆਵਾਜ਼ ਸੁਣ ਕੇ ਮਸ਼ਕ ਲੈ ਕੇ ਭੱਜਦੇ ਆ। ਜਿਸ ਵੇਲੇ ਮੁਗਲ ਖਾਂ ਨੂੰ ਪਾਣੀ ਪਿਲਾਇਆ ਭਾਈ ਕਨ੍ਹਈਆ ਜੀ ਨੇ, ਇਤਿਹਾਸ ਇਹ ਵੀ ਦੱਸਦੇ ਕੋਈ ਜ਼ਖਮੀ ਇੰਨਾ ਸੀ, ਜਦੋਂ ਉਹਨੇ ਪਾਣੀ ਦੀ ਆਵਾਜ਼ ਦਿੱਤੀ ਪਹੁੰਚ ਗਏ ਤੇ ਉਹ ਤੋਂ ਏਦਾਂ ਓਕ ਨਾ ਲਾਈ ਜਾਵੇ। ਭਾਈ ਕਨ੍ਹਈਆ ਜੀ ਨੇ ਕਹਿੰਦੇ ਇੱਕ ਹੱਥ ਨਾਲ ਆਪਣੀ ਐ ਓਕ ਲਾਤੀ, ਦੂਜੇ ਹੱਥ ਨਾਲ ਪਾਣੀ ਪਿਆਤਾ। ਬੋਲੋ ਸਤਨਾਮ। ਆਪਣੀ ਐ ਓਕ ਲਾਤੀ ਆਪਣੀ। ਜਿਸ ਵੇਲੇ ਲਓ ਜੀ ਇਹ ਜਦੋਂ ਵੇਖਿਆ ਨਾ, ਕੁਝ ਕੁ ਸਿੰਘਾਂ ਨੇ ਇਹ ਗੱਲ ਵੇਖੀ, ਥੋੜਾ ਜਿਹਾ ਸ਼ੰਕਾ ਪੈ ਗਿਆ ਮਨ ਵਿੱਚ। ਪੈ ਜਾਂਦਾ, ਮਨੁੱਖੀ ਮਨ ਹੈ। ਸ਼ੰਕਾ ਕੀ ਪੈ ਗਿਆ ਮਨ ਦੇ ਵਿੱਚ
ਇਹ ਤਾਂ ਉੱਧਰ ਰਲਿਆ ਲੱਗਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵੀ ਯਾਰ ਇਹ ਤਾਂ ਉੱਧਰ ਰਲ ਗਿਆ ਲੱਗਦਾ, ਵਿੱਚ ਹੀ ਵੈਰੀਆਂ ਨੂੰ ਪਾਣੀ ਪਿਆਈ ਜਾਂਦਾ ਹੈ। ਮਸਾਂ ਸਿੱਟਿਆ ਸੀ ਜ਼ਖਮੀ ਕਰਕੇ ਮੁਗਲ ਖਾਂ ਤੇ ਇਹਨੇ ਪਾਣੀ ਪਿਆਤਾ ਤੇ ਫਿਰ ਉਹ ਤਕੜਾ ਜਿਹਾ ਹੋ ਕੇ ਉੱਠ ਕੇ ਤੁਰ ਗਿਆ। ਇਹ ਤਾਂ ਰਲਿਆ ਲੱਗਦਾ। ਲਓ ਜੀ, ਭਾਈ ਕਨ੍ਹਈਆ ਕੋਲ ਆਏ ਕੁਝ ਤੇ ਆ ਕੇ ਕਹਿਣ ਲੱਗੇ, ਵਿੱਚ ਹੀ ਤੂੰ ਵੈਰੀਆਂ ਨੂੰ ਪਾਣੀ ਪਿਲਾਈ ਜਾਂਦਾ। ਭਾਈ ਕਨ੍ਹਈਆ ਜੀ ਕਹਿੰਦਾ, ਨਾ ਮੈਂ ਤਾਂ ਕੋਈ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਉਂਦਾ। ਲੈ ਅਸੀਂ ਦੇਖਿਆ ਤੂੰ ਮੁਗਲ ਖਾਂ ਨੂੰ ਆਪ ਪਾਣੀ ਪਿਲਾਈ ਜਾਂਦਾ ਸੀਗਾ, ਮਸਾਂ ਸਿੱਟਿਆ ਸੀ ਜ਼ਖਮੀ ਕਰਕੇ, ਤੂੰ ਫੇਰ ਉਹਨੂੰ ਪਾਣੀ ਪਿਲਾ ਕੇ ਤਕੜਾ ਕਰਕੇ ਤੋਰਤਾ। ਅਸੀਂ ਆਪ ਦੇਖਿਆ ਵਿੱਚ ਹੀ ਦੁਸ਼ਮਣਾਂ ਨੂੰ ਪਾਣੀ ਪਿਲਾਈ ਜਾਂਦਾ। ਭਾਈ ਕਨ੍ਹਈਆ ਜੀ ਕਹਿੰਦੇ, ਨਾ ਦੁਸ਼ਮਣ ਤਾਂ ਕੋਈ ਲੱਗਦਾ ਹੀ ਨਹੀਂ, ਮੈਨੂੰ ਤਾਂ ਦਿਸਦਾ ਹੀ ਨਹੀਂ। ਉਹ ਆਪਦੀ ਅਵਸਥਾ ਤੇ ਬੋਲਦਾ। ਸਿੰਘ ਕਹਿੰਦੇ, ਦਿਸਦਾ ਕਿਉਂ ਨਹੀਂ? ਸਿੱਧਾ ਤਾਂ ਪਤਾ ਲੱਗੀ ਜਾਂਦਾ ਹੈਗਾ ਵੀ ਆਹ ਸਿੱਖ ਹੈ, ਤੁਰਕ ਹੈ। ਭਾਈ ਕਨ੍ਹਈਆ ਜੀ ਕਹਿੰਦੇ, ਤੁਸੀਂ ਤਾਂ ਕੱਪੜਿਆਂ ਦੀ ਗੱਲ ਕਰਦੇ ਹੋ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਤਾਂ ਕੱਪੜਿਆਂ ਦੀ ਗੱਲ ਕਰਦੇ ਹੋ। ਉਹ ਕਹਿੰਦੇ, ਪਤਾ ਤਾਂ ਲੱਗਦਾ ਹੈ। ਕਹਿੰਦੇ, ਤੁਸੀਂ ਕੱਪੜਿਆਂ ਦੀ ਗੱਲ ਕਰਦੇ ਹੋ? ਕੱਪੜਿਆਂ ਦੀ ਜਦੋਂ ਇੰਨਾ ਕਿਹਾ, ਕਹਿੰਦੇ ਹੋਰ ਫਿਰ ਕੱਪੜਿਆਂ ਤੋਂ ਹੀ ਪਤਾ ਲੱਗਦਾ ਹੈ। ਭਾਈ ਕਨ੍ਹਈਆ ਜੀ ਉਹਨਾਂ ਨੂੰ ਫਿਰ ਰਮਝ ਦਿੰਦੇ ਨੇ ਉਸ ਅਵਸਥਾ ਦੀ। ਕਹਿਣ ਲੱਗਿਆ, ਮੇਰੇ ਤੇ ਨਾ ਐਸੀ ਕਿਰਪਾ ਹੋ ਗਈ ਸਤਿਗੁਰ ਦੀ, ਗੁਰੂ ਨੇ ਮੇਰਾ ਉਹ ਨੈਣ, ਮੇਰਾ ਉਹ ਅਨੁਭਵ ਦਾ ਨੇਤਰ ਖੋਲ ਦਿੱਤਾ ਜਿਹੜਾ ਖੁੱਲਣ ਤੋਂ ਬਾਅਦ ਗੁਰਹੇ ਦਿਖਾਇਓ ਲੋਇਨਾ ਇਤਹੇ ਉਤਹੇ ਘਟ 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 ਤੂੰ ਹੀ ਮੋਹਿਨਾ। ਭਾਈ ਕਨ੍ਹਈਆ ਜੀ ਉਹਨਾਂ ਨੂੰ ਇਸ ਅਵਸਥਾ ਬਾਰੇ ਇਉਂ ਦੱਸ ਰਹੇ ਹੈ। ਗੋਰਾ ਨੇ ਮੇਰੇ ਓ ਨੈਣ ਖੋਲਤੇ, ਗੋਰਾ ਨੇ ਮੇਰੇ ਓ ਨੈਣ ਖੋਲਤੇ, ਗੋਰਾ ਨੇ ਮੇਰੇ ਓ ਨੈਣ ਖੋਲਤੇ, ਗੋਰਾ ਨੇ ਮੇਰੇ ਓ ਨੈਣ ਖੋਲਤੇ। ਮੈਨੂੰ ਸਾਰਿਆਂ ਘਾਟਾਂ ਦੇ ਵਿੱਚ ਉਹੀ ਦਿਸਿਆ, ਮੇਰੇ ਨੈਣ ਖੋਲਤੇ, ਗੋਰਾ ਨੇ ਮੇਰੇ ਓ ਨੈਣ ਖੋਲਤੇ। ਮੈਨੂੰ ਸਾਰਿਆਂ ਘਾਟਾਂ ਦੇ ਵਿੱਚ ਉਹੀ ਦਿਸਿਆ, ਮੇਰੇ ਨੈਣ ਖੋਲਤੇ, ਗੋਰਾ ਨੇ ਮੇਰੇ ਓ ਨੈਣ ਖੋਲਤੇ। ਭਾਈ ਕਨ੍ਹਈਆ ਜੀ ਕਹਿਣ ਲੱਗੇ, ਹੁਣ ਤਾਂ ਸਾਰੇ ਘਟਾਂ 'ਚ ਮੈਨੂੰ ਉਹੀ ਵਸਦਾ ਦਿਸਦਾ, ਸਾਰੇ ਆਪਦੇ ਲੱਗਦੇ ਆ। ਹੁਣ ਇਹ ਸੀ ਇੱਕ ਅਨੁਭਵ ਦੀ ਗੱਲ, ਦਿਮਾਗ ਨੂੰ ਇਹ ਗੱਲ ਨਹੀਂ ਆਉਂਦੀ ਸਮਝ। ਇਸ ਕਰਕੇ ਉਹਨਾਂ ਨੂੰ ਕੀ ਲੱਗਿਆ ਵੀ ਤਾਂ ਹੋਰੋਂ ਜੇ ਗੱਲਾਂ ਕਰਦਾ, ਇਹ ਤਾਂ ਰਲ ਗਿਆ ਲੱਗਦਾ, ਉੱਧਰ ਰਲ ਗਿਆ ਲੱਗਦਾ, ਇਹ ਤਾਂ ਸ਼ਿਕਾਇਤ ਕਰੀਏ ਗੁਰੂ ਸਾਹਿਬ ਕੋਲ। ਚਲੋ ਜੀ, ਗੁਰੂ ਸਾਹਿਬ ਕੋਲੇ ਸ਼ਿਕਾਇਤ ਪਹੁੰਚ ਗਈ। ਮਹਾਰਾਜ, ਭਾਈ ਕਨ੍ਹਈਆ ਵਿੱਚ ਹੀ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦਾ। ਅੱਜ ਅਸੀਂ ਮੁਗਲ ਖਾਂ ਨੂੰ ਸੁੱਟਿਆ ਜ਼ਖਮੀ ਕਰਕੇ, ਉਹਨੇ ਪਾਣੀ ਆਵਾਜ਼ ਦਿੱਤੀ ਤੇ ਜਾ ਕੇ ਉਹਨੂੰ ਆਪਦੇ ਹੱਥ ਦੀ ਓਕ ਲਾ ਕੇ ਪਾਣੀ ਪਿਆਤਾ ਤੇ ਉਹ ਉੱਠ ਕੇ ਫੇਰ ਤੁਰ ਗਿਆ। ਇਹ ਤਾਂ ਰਲ ਗਿਆ ਲੱਗਦਾ ਮਹਾਰਾਜ, ਉੱਧਰ ਇਹਨੂੰ ਬੁਲਾ ਕੇ ਪੁੱਛੋ। ਹੁਣ ਜਿਸ ਵੇਲੇ ਇਹਨਾਂ ਕਿਹਾ, ਹੁਣ ਦਸ਼ਮੇਸ਼ ਪਿਤਾ
सब जानते ने, पर सारा कुछ सानू सिखाउणा सी। कहंदे कोई नहीं भाई लियाओ, भाई कन्हैया जी नूं बुला के लियाओ। जदों बुलाउण आए, पानी पिलाउंदा फिरदा सी अजे तक जख्मियां नूं, ते जाके थोड़ा नाराजगी च कहंदे आ जा चल उधर पै गई पेशी, चल उधर। लो जी जिस वेले भाई कन्हैया जी आ गए, आए जिस वेले आ नमस्कार की, हथ जोड़ी, सीस झुकाई खड़े है। पिता जी कहंदे भाई कन्हैया तेरी शिकायत आई है। कहंदा महाराज दसो, सदा ही भुलनहार है। शिकायत तेरी यह आई है भी तू दुश्मनों नूं पानी पिलाई जाना, विच ही बैरियां नूं पानी पिलाउणा है। कहंदा ना महाराज बैरी नूं तां मैं किसी नूं नहीं पानी पिलाया, होर फिर पानी किहनूं पिलाउणा है? इन्ना कहा ना, होर पानी दस के किहनूं पिलाउणा है? भाई कन्हैया जी हथ जोड़ के कहंदे तू दिसे तू ही दिसे सारियां कटां च मैनू तू ही दिसे मैनू सारियां कटां दे विच तू ही दिसे तू ही दिसे तू ही दिसे तू ही दिसे मैनू सारियां कटां दे विच तू ही दिसे तू ही दिसे तू ही दिसे तू ही दिसे मैनू कटां दे विच तू ही दिसे इस अवस्था नूं गुरबाणी विच कबीर साहब जी ने भी लिखिया, कबीर तू करता तू हुआ मुझ में रहा ना, हूं जब आपा पर का मिट गया, जत देखूं तत तू। हुण जिस वेले भाई कन्हैया जी कहंदे पातशाह मैनू तां सारियां घटां दे विच बस तुसीं ही दसिओ, गुर परमेश्वर एक हो जाण, मैं तो किसी बैरी नूं पानी नहीं पिलाया, किसी बैरी नूं मैं पानी नहीं पिलाया। जिस वेले भाई कन्हैया जी ने जवाब दिता, कहंदे गुरु साहब जी ने फिर फैसला की कीता? जदों ये जवाब दिता तां फैसला की कीता? डॉक्टर भाई वीर सिंह जी बड़ा सोहना लिखते हैं। पहला भाई कन्हैया जी जवाब जो दिता ते फैसला की कीता, वो भी पढ़ लो। तैनू प्या पिलावा पानी, फिर मेरे दे साई, तैनू प्या पिलावा पानी, फिर मेरे तुरक न दिसदा कोई, तू सारे दिसलाई, हसे ते गल लाया प्यारा डब्बी हाथ फड़ाई, पानी दे नाल ए भी रखी लो
ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਐ, ਜਦੋਂ ਕਿਹਾ ਨਾ ਭਾਈ ਕਨ੍ਹਈਆ ਜੀ ਨੇ, ਤੈਨੂੰ ਪਿਆ ਪਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਕੋਈ, ਤੂੰ ਸਾਰੇ ਦਿਸ ਆਈ। ਫੈਸਲਾ ਕੀ ਦਿੱਤਾ ਫਿਰ? ਹੱਸੇ ਤੇ ਗਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਦੇ ਨਾਲ ਇਹ ਵੀ ਰੱਖੀ, ਲੋੜ ਪਈ ਤੇ ਲਾਈ। ਕਹਿੰਦੇ ਭਾਈ ਕਨ੍ਹਈਆ ਜੀ, ਜਿਸ ਤਰ੍ਹਾਂ ਬਿਨਾਂ ਵਿਤਕਰੇ ਪਾਣੀ ਪਿਲਾਉਣਾ, ਸਭ ਨੂੰ ਆਪਣਾ ਸਮਝਦਾ ਹੈ, ਮੋਹ ਦਾ ਦੂਤ ਤੇਰੇ ਵੱਸ ਵਿੱਚ ਆ ਗਿਆ, ਸਾਰੇ ਤੈਨੂੰ ਆਪਣੇ ਆਪਣੇ ਲੱਗਦੇ ਐ, ਹਰ ਸਿੱਖ ਨੇ ਇਸ ਅਵਸਥਾ ਤੇ ਪਹੁੰਚਣਾ ਹੈ। ਕਹਿੰਦੇ ਆ ਮਲ ਦੀ ਡੱਬੀ ਵੀ ਲੈ ਜਾ, ਜਿੱਥੇ ਪਾਣੀ ਤਾਂ ਪਿਲਾਉਣਾ ਹੀ ਹੈ, ਉਸੇ ਤਰ੍ਹਾਂ ਜ਼ਖਮ ਦੇਖ ਕੇ ਮਾਲਾਂ ਪੱਟੀ ਵੀ ਕਰ ਦਿਆ ਕਰ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਰੈੱਡ ਕਰਾਸ ਦੇ ਬਾਨੀ ਨਹੀਂ ਰੱਖੀ ਜਾ ਰਹੀ, ਰੈੱਡ ਕਰਾਸ ਦੀ ਅਸੀਂ ਪ੍ਰਚਾਰ ਨਹੀਂ ਕਰ ਸਕੇ। ਰੈੱਡ ਕਰਾਸ ਦੇ ਬਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਰੈੱਡ ਕਰਾਸ ਦੇ ਪਹਿਲੇ ਵਰਕਰ ਭਾਈ ਕਨ੍ਹਈਆ ਜੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪੂਰੀ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਇਹ ਲੋਕਾਂ ਦੇ ਅੱਗੇ ਪਹਿਲਾ ਜਾਣੀ ਕਿ ਹੈ ਕਿ ਜੰਗ ਯੁੱਧ ਦੇ ਵਿੱਚ ਬਿਨਾਂ ਵਿਤਕਰੇ ਤੋਂ ਪਾਣੀ ਪਿਲਾਉਣਾ, ਮੱਲ੍ਹਮ ਪੱਟੀ ਕਰਨੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਘਰ ਤੋਂ ਹੈ ਗਿਆ। ਇੱਥੇ ਕਹੀ ਜਾਂਦੇ ਰੈੱਡ ਕਰਾਸ ਦੀ ਨਹੀਂ, ਉਹ ਕੀ ਦੱਸਦੇ ਨੇ ਜੋ ਪ੍ਰਚਾਰ ਹੋਇਆਗਾ, ਮੈਨੂੰ ਯਾਦ ਨਹੀਂ ਆ ਰਿਹਾ। ਚਲੋ ਯਾਦ ਨਹੀਂ, ਪਰ ਆਪਾਂ ਨਹੀਂ ਪ੍ਰਚਾਰ ਨਹੀਂ, ਉਸ ਤੋਂ ਤਾਂ ਬਹੁਤ ਸਮਾਂ ਪਹਿਲਾਂ ਰੈੱਡ ਕਰਾਸ ਦੀ ਨਹੀਂ ਰੱਖੀ ਗਈ। ਚਲੋ ਜਿਸ ਵੇਲੇ ਇਹ ਫੈਸਲਾ ਗੁਰੂ ਜੀ ਨੇ ਸੁਣਾ ਦਿੱਤਾ, ਇੱਕ ਗੱਲ ਹੁਣ ਕਹਿ ਦਿਆਂ, ਉਹ ਜਿਹੜੇ ਸ਼ਿਕਾਇਤ ਲੈ ਕੇ ਆਏ ਸੀ, ਕਹਿੰਦੇ ਮਹਾਰਾਜ ਜੀ ਆਪ ਦਾ ਫੈਸਲਾ ਸੱਤ ਹੈ, ਕਿੰਤੂ ਨਹੀਂ ਕੋਈ। ਉਹ ਸ਼ਿਕਾਇਤ ਲੈ ਕੇ ਫੈਸਲਾ ਉਹਨੇ ਸਮਝਿਆ ਵੀ ਸਜ਼ਾ ਮਿਲੂ, ਗੁਰੂ ਜੀ ਨੇ ਉਹਨੂੰ ਮੱਲ੍ਹਮ ਦੀ ਡੱਬੀ ਦਿੱਤੀ। ਉਹ ਕਹਿੰਦੇ ਮਹਾਰਾਜ ਸਾਡੀ ਇੱਕ ਸ਼ੰਕਾ ਵੀ ਦੂਰ ਕਰ ਦਿਓ। ਇਹ ਸ਼ਿਕਾਇਤ ਲੈ ਕੇ ਆਈ ਸੀ, ਕਹਿੰਦੇ ਭਾਈ ਤੁਸੀਂ ਵੀ ਦੂਰ ਕਰੋ ਸਿੰਘੋ। ਕਹਿੰਦੇ ਮਹਾਰਾਜ ਬਸ ਅਸੀਂ ਤਾਂ ਹੀ ਪੁੱਛਦੇ ਹਾਂ ਵੀ ਆਪਣੀ ਡੱਬੀ ਦਿੱਤੀ ਹੈ, ਵੀ ਮੱਲ੍ਹਮ ਪੱਟੀ ਵੀ ਕਰ ਦਿਆ ਕਰੀ। ਮਹਾਰਾਜ ਫਿਰ ਜੇ ਮੁੜ ਕੇ ਮੱਲ੍ਹਮ ਪੱਟੀ ਕਰਨੀ ਹੈ, ਪਹਿਲਾਂ ਜ਼ਖਮੀ ਵੀ ਕਾਹਨੂੰ ਕਰਨਾ? ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜ਼ਖਮੀ ਵੀ ਕਾਹਨੂੰ ਕਰਨਾ? ਪਹਿਲਾਂ ਸੋਚੋ। ਜਦੋਂ ਇੰਨਾ ਕਿਹਾ, ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਵੀ ਅਵਸਥਾ ਹੁੰਦੀ, ਜਿਵੇਂ ਕੋਈ ਮਰੀਜ਼ ਹੁੰਦਾ, ਉਦਾਹਰਨ ਦੇ ਕਿਸਮ ਆਇਆ ਫਿਰ ਵੀ ਮੰਨ ਲਓ ਕਿਸੇ ਦੇ ਕੋਈ ਨਾ ਨਿਕਲਿਆ ਆ, ਕੋਈ ਗੁੰਮਾ ਨਿਕਲਿਆ ਆ, ਫੋੜਾ ਨਿਕਲਿਆ ਆ, ਕਈ ਵਾਰੀ ਨਾ ਫਿਰ ਵੈਦ ਨੂੰ ਕੱਟ ਵੀ ਮਾਰਨਾ ਪੈਂਦਾ, ਚੀਰਾ ਦੇਣਾ ਪੈਂਦਾ। ਜਦੋਂ ਗੰਦਮੰਦ ਨਿਕਲ ਜਾਂਦਾ ਵਿੱਚੋਂ ਲਹੂ ਪਾਕ, ਆਪ ਹੀ ਫਿਰ ਤੋਪੇ ਲਾ ਕੇ ਪੱਟੀ ਕਰ ਦਿੰਦਾ। ਸਿੰਘੋ ਕੱਟ ਵੀ ਲਾਉਣਾ ਪੈਂਦਾ, ਪੱਟੀ ਵੀ ਕਰਨੀ ਪੈਂਦੀ ਹੈ, ਇਲਾਜ ਕਰਨਾ ਪੈਂਦਾ। ਬੋਲੋ ਸਤਨਾਮ ਇਲਾਜ ਕਰਨਾ ਪੈਂਦਾ। ਜਿਹੜੇ ਲਾਜ ਹੋ ਗਏ ਨਾ, ਜਦੋਂ ਫੰਟ ਕਰਕੇ ਡਿੱਗਦੇ ਨੇ, ਵੈਰ ਤਾਂ ਹੈ ਨਹੀਂ ਕਿਸੇ ਨਾਲ, ਕੋਈ ਲਾਜ 'ਚ ਆਪਰੇਸ਼ਨ ਕਰਨਾ ਪਿਆ। ਤੇ ਤੁਹਾਨੂੰ ਪਤਾ ਹੈ ਜਦੋਂ ਆਪਰੇਸ਼ਨ ਕਰਕੇ ਪਹਿਲਾਂ ਚੀਰਾ ਦਿੱਤਾ ਜਾਂਦਾ ਹੈ। ਹੁਣ ਕੱਲ ਨੂੰ ਕੋਈ ਕਹੇ ਵੀ ਡਾਕਟਰ ਸਾਹਿਬ ਤੁਸੀਂ ਤੋਪੇ ਲਾਈ ਜਾਂਦੇ ਹੋ, ਪਹਿਲਾਂ ਚੀਰਾ ਕਾਹਨੂੰ ਦੇਣਾ ਸੀ? ਬੋਲੋ ਸਤਨਾਮ ਨਹੀਂ ਭਾਈ, ਚੀਰਾ ਵੀ ਦੇਣਾ ਪੈਂਦਾ, ਤੋਪੇ ਵੀ ਲਾਉਣੇ ਪੈਂਦੇ ਹੈ, ਕੱਟ ਵੀ ਲਾਉਣਾ ਪੈਂਦਾ, ਜ਼ਖਮ ਮੁੜ ਕੇ ਫਿਰ ਮੇਲਣਾ ਵੀ ਪੈਂਦਾ ਹੈ। ਉਹ ਤਾਂ ਜਾਣੀ ਕਿ ਇਲਾਜ ਕੀਤਾ, ਆਪਰੇਸ਼ਨ ਸੀ ਨਹੀਂ। ਉਪਦੇਸ਼ ਨਾਲ ਗੱਲ ਮੰਨਦੇ ਨਹੀਂ, ਸਮਝ ਆਉਂਦੀ, ਮਨੁੱਖਤਾ ਨੂੰ ਕੋਈ ਦੁਖੀ ਕਰਦਾ ਹੈ, ਇਲਾਜ ਕਰਨਾ ਪੈਂਦਾ। ਇਲਾਜ ਕਰਨਾ, ਆਪਰੇਸ਼ਨ ਕਰਨਾ ਪੈਂਦਾ। ਜਦੋਂ ਕੋਈ ਫੱਟ ਕਰਕੇ ਡਿੱਗਦਾ, ਫੱਟ ਖਾ ਕੇ ਡਿੱਗਦਾ ਹੈ ਤੇ ਫਿਰ ਉਹਦੇ ਅੰਦਰੋਂ ਨਿਕਲਦਾ, ਜਾਣੀ ਕਿ ਫਿਰ ਗੁਰੂ ਸਾਹਿਬ ਕਹਿੰਦੇ ਭਾਈ ਕਨ੍ਹਈਆ ਵੀ ਭਾਈ ਇਹ ਵੀ ਵਾਰ ਹੀ ਕਰਦਾ, ਇਹ ਵੀ ਵਾਰ ਹੀ। ਹੁਣ ਮੁਗਲ ਖਾਨ ਨੇ ਦੀ ਅੰਦਰਲੀ ਦੁਸ਼ਮਣੀ ਤੇ ਵਾਰ ਕਰ ਗਿਆ, ਭਾਈ ਕਨ੍ਹਈਆ ਵੀ ਵਾਰ ਕਰ ਗਿਆ। ਤੁਸੀਂ ਆਪਰੇਸ਼ਨ ਕੀਤਾ, ਫੱਟ ਖਾ ਕੇ ਡਿੱਗਿਆ, ਭਾਈ ਕਨ੍ਹਈਆ ਨੇ ਪਾਣੀ ਪਿਲਾ ਕੇ ਉਹਦੇ ਅੰਦਰ ਦੀ ਦੁਸ਼ਮਣੀ ਨੂੰ ਵੀ ਮਾਰ ਦਿੱਤਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਫਿਰ ਮੁਗਲ ਖਾਂ ਭਾਈ ਕਨ੍ਹਈਆ ਜੀ ਦਾ ਪਰਮ ਮਿੱਤਰ ਵੀ ਬਣਿਆ ਸੀ। ਅੱਗੇ ਦਾ ਇਤਿਹਾਸ ਤਾਂ ਲੰਬਾ ਹੈ। ਬੰਨੂ ਘਾਟ ਰਹਿੰਦੇ ਹੁੰਦੇ ਸੀਗੇ ਭਾਈ ਕਨ੍ਹਈਆ ਜੀ ਬਾਅਦ ਵਿੱਚ, ਤੇ ਇਹਨੂੰ ਮਿਲਣ ਆਇਆ ਕਰਦਾ ਸੀਗਾ ਮੁਗਲ ਖਾਂ। ਬਹੁਤ ਵਧੀਆ ਰੱਬ ਦਾ ਪਿਆਰਾ ਬਣਿਆ, ਬਾਅਦ ਵਿੱਚ ਨਿਕਲਿਆ। ਕਹਿੰਦੇ ਇਹਨੇ ਵੀ ਕਰਤਾ ਵਾਰ, ਤਾਂ ਅੰਦਰ ਇਹਨੇ ਗੁੱਜਾ ਵਾਰ ਕਰਤਾ। ਫੱਟ ਖਾ ਕੇ ਡਿੱਗੇ ਨੂੰ ਪਾਣੀ ਪਿਲਾ ਕੇ ਇਹਨੇ ਅੰਦਰ ਦੀ ਦੁਸ਼ਮਣੀ ਤੇ ਵਾਰ ਕਰ ਗਿਆ ਭਾਈ ਕਨ੍ਹਈਆ ਵੀ, ਇਹ ਵੀ ਵਾਰ ਕਰ ਗਿਆ। ਚਲੋ ਇੱਦਾਂ ਖੈਰੇ ਗਹਿਰੀਆਂ ਰਮਜਾਂ ਉਦਾਹਰਨ ਦੇ ਨਾਲ ਆਪਾਂ ਨੂੰ ਥੋੜਾ ਕੁ ਸਮਝ ਆ ਜਾਂਦੀ ਹੈ। ਤਾਂ ਇੱਦਾਂ ਗੱਲ ਚੱਲੀ ਸੀ, ਜਿਸ ਵੇਲੇ ਮੋਹ ਦਾ ਦੂਤ ਵਸ ਵਿੱਚ ਹੋ ਜਾਵੇ ਤਾਂ ਫਿਰ ਇਹ ਅੰਦਰ ਇੱਕ ਆਪਣਾਪਣ ਬਣਦਾ। ਫਿਰ ਹੰਕਾਰ ਦਾ ਦੂਤ ਵਸ ਵਿੱਚ ਆ ਜਾਵੇ ਤਾਂ ਸੈਲਫ ਕੌਨਫੀਡੈਂਸ ਬਣ ਜਾਂਦਾ, ਆਤਮ ਵਿਸ਼ਵਾਸ ਕਹਿ ਲਓ, ਸੈਲਫ ਕੌਨਫੀਡੈਂਸ ਕਹਿ ਲਓ, ਨਿਸ਼ਚਾ, ਦ੍ਰਿੜਤਾ, ਪਰਪੱਕਤਾ।
ਜਿਵੇਂ ਵਿਦਿਆਰਥੀ ਵਿੱਚ ਹੋਣੀ ਚਾਹੀਦੀ ਹੈ ਨਾ ਸ਼ੁੱਧ ਮੈਂ ਕਹਿ ਲਓ, ਆਤਮ ਵਿਸ਼ਵਾਸ ਵੀ ਐਤਕੀ ਮੈਂ ਮੈਰਿਟ ਵਿੱਚ ਆਉਣਾ, ਵੱਧ ਨੰਬਰ ਲੈਣੇ ਸਾਰਿਆਂ ਤੋਂ। ਇਹ ਫਿਰ ਸ਼ੁੱਧ ਮੈਂ ਕੀ ਕਰਦੀ ਹੈ, ਅੱਧੀ ਰਾਤ ਤੱਕ ਪੜ੍ਹਨ ਲਾਈ ਰੱਖਦੀ ਹੈ ਸਰੀਰ ਨੂੰ। ਖਿਡਾਰੀ ਵਿੱਚ ਸ਼ੁੱਧ ਮੈਂ ਹੋਣੀ ਚਾਹੀਦੀ ਹੈ ਵੀ ਰਿਕਾਰਡ ਤੋੜਦੇ ਨੇ ਐਤਕੀ ਪਿਛਲੇ ਸਾਰੇ। ਫਿਰ ਸ਼ੁੱਧ ਮੈਂ ਦੇ ਵਿੱਚ ਐਕਸਰਸਾਈਜ਼ ਹੁੰਦੀ ਹੈ, ਅਭਿਆਸ ਹੁੰਦਾ ਹੈ। ਸੋ ਇਦਾਂ ਇਹ ਦੁਸ਼ਟ ਵੀ ਬੜਾ ਕੰਮ ਦਿੰਦਾ ਹੈ। ਜਦੋਂ ਹੰਕਾਰ ਨੂੰ ਸੋਧ ਲਿਆ ਜਾਵੇ, ਜਿਵੇਂ ਦਸ਼ਮੇਸ਼ ਪਿਤਾ ਨੇ ਕਿਹਾ ਆਤਮ ਵਿਸ਼ਵਾਸ ਵਿੱਚ 1.25 ਲੱਖ ਸੇ ਏਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਆਤਮ ਵਿਸ਼ਵਾਸ ਦਾ ਵਚਨ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ। ਚਲੋ ਇਹ ਆਪਾਂ ਗੱਲ ਸਮਝ ਲਈ। ਆਓ ਸ਼ਬਦ ਸੰਪੂਰਨ ਕਰੀਏ। ਤੇਰੀ ਸ਼ਰਨ ਤੇਰਾ ਪਰਵਾਸੈ, ਪੰਚ ਦੁਸ਼ਟ ਲੈ ਸਾਧ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਬਸ ਮਾਲਕ ਜੀਓ ਮੈਂ ਤਾਂ ਨਾ ਤਾਂ ਗਿਆਨ ਜਾਣਦਾ ਹੈ, ਨਾ ਧਿਆਨ ਤੇ ਨਾ ਸੁਰਤ ਕਿਵੇਂ ਜੋੜੀ ਦੀ ਹੈ, ਨਾ ਤੇਰੀ ਸਾਰ ਜਾਣਦੇ ਸੀ। ਅਸੀਂ ਤਾਂ ਕੁਝ ਨਹੀਂ ਜਾਣਦੇ, ਬਸ ਏਦਾਂ ਹੀ ਰੁਲਦੇ ਰਹਿੰਦੇ। ਇਹ ਤਾਂ ਕਿਰਪਾ ਹੋ ਗਈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਬਸ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ੍ਹਾਂ ਨੇ ਸਾਨੂੰ ਐਸਾ ਗਿਆਨ ਦਿੱਤਾ, ਐਸੀ ਬਖਸ਼ਿਸ਼ ਕੀਤੀ ਕਿ ਸਾਡੀ ਆ ਮਨੁੱਖਾ ਜਨਮ ਦੇ ਵਿੱਚ ਇੱਜ਼ਤ ਰੱਖ ਲਈ। ਨਹੀਂ ਤਾਂ ਅਸੀਂ ਅਗਿਆਨਤਾ ਚ ਰੁਲਦੇ ਮਰ ਜਾਣਾ ਸੀ। ਕੋਈ ਆਪਣੇ ਆਪ ਨੂੰ ਤਾਂ ਆਪਾਂ ਨੂੰ ਗਿਆਨ ਧਿਆਨ ਸਾਰ ਕੋਈ ਆਉਂਦੀ ਨਹੀਂ। ਇਹ ਤਾਂ ਗੁਰਬਾਣੀ ਨੇ ਬਖਸ਼ਿਸ਼ ਕਰ ਦਿੱਤੀ। ਸ਼ਬਦ ਦੀ ਵਿਚਾਰ ਸੰਪੂਰਨ ਹੋਈ। 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਆਇਆ ਸਹਿਜ ਸੇਤੀ, ਮਨ ਵਧੀਆਂ ਬਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੁ ਤਾਂ ਗਾਵਹੁ ਹਰੀ, ਤੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਪਾਵਣਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਤੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਾ ਮਨ ਬਸਿਆ, ਬਾਜੀ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ ਸਾਚਾ। ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਟਨੋ, ਜਿਸ ਦੀਆਂ ਇਹ ਬਣਾਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰਹੁ ਪਿਆਰੋ। ਸੱਚਾ ਨਾਮ ਮੇਰਾ ਆਧਾਰੂ, ਬਾਜੇ ਪੰਜ ਸ਼ਬਦ ਤਿਤਕਾਰ ਸੁਭਾਗੈ। ਕਾਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ। ਪੰਜ ਦੂਤ ਤੋੜ ਵਸ ਕੀਤੇ, ਕਾਲ ਕੰਟਕ ਵਾਰਿਆ। ਹੋਰ ਕਰਮ ਪਾਇਆ ਤੁਧ ਜਿਨ ਕਉ,
से नाम हर कह लागे। नानक तह सुख हुआ चित घर अनहद बाजे। आनंद सुनो बड़ भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची वाणी। जन पैस रासे पूरे गुर ते जानी। सुनते पुनीत कहते पवित्र सतगुर रहया पर पूरे। वंत नानक गुर चरण लागे माजे अड़हद तूरे। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह।